हाँ जी, थैंक्स एवरीवन फॉर जॉइनिंग। वंस ए मंथ मिलते हैं ਅਸੀਂ ਸਾਡੇ ਇਨਫੋਰਮੇਸ਼ਨ ਚੈਨਲ ਫਿਲਾਡੈਲਫੀਆ ਪੈਨਸਿਲਵੇਨੀਆ USA ਦੇ ਵਿੱਚ, ਤੇ ਸਾਡੇ ਨਾਲ ਹਰ ਵਾਰੀ ਜਿਸ ਕਿਸੇ ਨੇ ਆਪਣੇ ਫੀਲਡ ਦੇ ਵਿੱਚ ਬਹੁਤ ਸਕਸੈਸ ਹਾਸਲ ਕੀਤੀ ਹੁੰਦੀ ਉਹਨਾਂ ਨਾਲ ਅਸੀਂ ਆਪਾਂ ਇੰਟਰੋਡਕਸ਼ਨ ਕਰਦੇ ਹਾਂ। ਅੱਜ ਸਾਡੇ ਨਾਲ ਭੈਣ ਜੀ ਗੁਰਮੀਤ ਕੌਰ ਸਰਪਾਲ ਜਿਹੜੇ ਕਿ ਸੋਸ਼ਲ ਵਰਕਰ ਨੇ, ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਇਹਨਾਂ ਦੀ ਮੈਂ ਦੇਖ ਰਿਹਾ ਸੀ ਕਿ ਪਿਛਲੇ 40 ਸਾਲਾਂ ਤੋਂ ਸਿੰਸ 1970s 80s ਤੋਂ ਸੇਵਾ ਭਾਵਨਾ ਜਿਹੜੇ ਕਿ ਬਹੁਤ ਜ਼ਿਆਦਾ ਕੈਲਗਰੀ ਕੈਨੇਡਾ ਦੇ ਵਿੱਚ ਕਰ ਰਹੇ ਨੇ। 30 ਸਾਲਾਂ ਤੋਂ ਗੁਰਦੁਆਰਾ ਸਾਹਿਬ 'ਚ ਕੀਰਤਨ ਕਰ ਰਹੇ ਤੇ ਸਿਖਾ ਵੀ ਰਹੇ ਨੇ ਬੱਚਿਆਂ ਨੂੰ। ਜਿੰਨੇ ਵੀ ਨਿਊ ਕਮਰਸ ਆਉਂਦੇ ਹੈਗੇ ਆ ਕੈਨੇਡਾ ਦੇ ਵਿੱਚ, ਉਹਨਾਂ ਦੀ ਕੋਈ ਵੀ ਸਮੱਸਿਆਵਾਂ ਹੋਣ ਹੱਲ ਕਰਨ ਦੀ ਕੋਸ਼ਿਸ਼ ਕਰਦੇ ਆ। ਤੇ 2006 ਦੇ ਵਿੱਚ ਮੈਂ ਪੜ੍ਹ ਰਿਹਾ ਸੀ, ਆਪਣੇ ਰਾਇਲ ਵੂਮੈਨਸ ਕਲਚਰਲ ਐਸੋਸੀਏਸ਼ਨ ਦੇ ਫਾਊਂਡਰ ਪ੍ਰੈਜ਼ੀਡੈਂਟ ਹੈ, ਜਿਹੜੇ ਕਿ ਵੂਮੈਨਸ ਦੀ ਅਪਲਿਫਟ ਵਾਸਤੇ ਕੰਮ ਕਰ ਰਹੇ ਨੇ। ਤੇ ਅਵਾਰਡਸ ਮੈਂ ਦੇਖਿਆ ਸੀ ਕਿ ਭੈਣ ਜੀ ਦੀ ਬਹੁਤ ਅਵਾਰਡਸ ਦੀ ਲਿਸਟ ਬਹੁਤ ਵੱਡੀ ਹੈ, ਤੇ ਉਹ ਥੋੜੇ ਜਿਹੇ ਮੈਂ ਅਵਾਰਡਸ ਵਿੱਚੋਂ ਮੈਂ ਗਿਣਨ ਦੀ ਕੋਸ਼ਿਸ਼ ਕਰੂੰਗਾ। 2015 ਵਿੱਚ ਮਿਲੇ ਸੀ ਇਮੀਗ੍ਰੈਂਟ ਸਰਵਿਸ ਵਾਸਤੇ ਇਮੀਗ੍ਰੇਸ਼ਨ ਡਿਸਟਿੰਕਸ਼ਨ ਅਵਾਰਡ। 2018 ਵਿੱਚ ਅਲਬਰਟਾ ਡਾਇਵਰਸਿਟੀ ਅਵਾਰਡ। 2019 ਚ ਲਾਈਫ ਟਾਈਮ ਅਚੀਵਮੈਂਟ ਅਵਾਰਡ। 2020 ਦੇ ਵਿੱਚ ਕੈਨੇਡਾਸ ਪ੍ਰਾਈਮ ਮਿਨਿਸਟਰ ਵੋਲੰਟੀਅਰ ਅਵਾਰਡ, ਜਿਹੜਾ ਕਿ ਇਹਨਾਂ ਨੇ ਵਿਨ ਕੀਤਾ $5000, ਤੇ ਨਾਲ ਦੀ ਨਾਲ ਵੀ ਡੋਨੇਟ ਵੀ ਕਰਤਾ ਅਲਬਰਟਾ ਚਿਲਡਰਨਸ ਹਸਪੀਟਲ ਨੂੰ। ਤੇ ਫ੍ਰੀ ਆਨਲਾਈਨ ਕਲਾਸਿਸ ਮੈਡੀਟੇਸ਼ਨ ਦੀਆਂ ਲਵਾ ਰਹੇ ਨੇ ਭੈਣ ਜੀ। ਤੁਸੀਂ ਕਦੇ ਵੀ ਇਹਨਾਂ ਨੂੰ ਮਿਲ ਸਕਦੇ ਹੋ ਫ੍ਰੀ ਆਨਲਾਈਨ ਮੈਡੀਟੇਸ਼ਨ ਕਲਾਸਾਂ ਵਾਸਤੇ। ਸੋ ਅੱਜ ਦਾ ਸਬਜੈਕਟ ਸੀ ਕਿ ਅੰਡਰਸਟੈਂਡਿੰਗ ਸਟ੍ਰੈਸ। ਮੈਂ ਪੜ੍ਹ ਰਿਹਾ ਸੀ ਕਿ ਅਮਰੀਕਾ ਹੁਣ ਤਾਂ ਲਗਭਗ ਹਰੇਕ ਥਾਂ ਤੇ ਹੀ ਨੰਬਰ 1 ਕਿਲਰ ਡਿਸੀਜ਼ ਹੈ, ਹਾਰਟ ਡਿਸੀਜ਼, ਜਿਹੜੀ ਕਿ ਸਟ੍ਰੈਸ ਨਾਲ ਹੁੰਦੀ ਹੈ। ਐਵਰੀ 30 ਸੈਕਿੰਡਸ ਇੱਕ ਪਰਸਨ ਹਾਰਟ ਡਿਸੀਜ਼ ਨਾਲ ਮਰ ਰਿਹਾ ਅਮਰੀਕਾ 'ਚ, ਐਵਰੀ 30 ਸੈਕਿੰਡ। ਸੋ ਇਹ ਸਾਰੀਆਂ ਪ੍ਰੋਬਲਮ ਸਟਾਰਟ ਹੁੰਦੀਆਂ ਸਟ੍ਰੈਸ ਦੇ ਨਾਲ। ਸੋ ਇਹੀ ਸਟ੍ਰੈਸ ਸ਼ੁਰੂ ਕਿਉਂ ਹੁੰਦੀ ਹੈ? ਸਟ੍ਰੈਸ ਨੂੰ ਸਮਝਣ ਵਾਸਤੇ ਮਨ ਨੂੰ ਸਮਝਣਾ ਮੈਂ ਰਿਅਲਾਈਜ਼ ਕੀਤਾ, ਮਾਈਂਡ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਸਾਰੀਆਂ ਪ੍ਰੋਬਲਮਸ ਪਹਿਲਾਂ ਮਾਈਂਡ ਤੋਂ ਸ਼ੁਰੂ ਹੁੰਦੀਆਂ, ਉਹੀ ਆਪਾਂ ਡਿਸਕਸ਼ਨ ਕਰਾਂਗੇ ਭੈਣ ਜੀ ਨਾਲ। ਹਾਂਜੀ ਭੈਣ ਜੀ, ਇਹ ਕੁਛ ਇਹਦੀ ਸਮਝਾਓ ਇਹਦੇ ਬਾਰੇ ਕੁਛ। ਹਾਂਜੀ ਹਾਂਜੀ, ਸਭ ਤੋਂ ਪਹਿਲਾਂ ਤੇ ਮੈਂ ਆਪ ਜੀ ਦੇ ਸਾਰੇ ਹੀ ਪਾਰਟਿਸਪੈਂਟਸ ਨੂੰ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਔਰ ਪ੍ਰਣਾਮ ਕਰਦੀ ਹਾਂ, ਕਿਉਂਕਿ ਅੱਜ ਤੁਸੀਂ ਆਪਣੇ ਗਰੁੱਪ ਦੇ ਵਿੱਚ ਮੈਨੂੰ ਆਪ ਜੀ ਦੇ ਪਾਰਟਿਸਪੈਂਟ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਮੈਂ ਆਪ ਜੀ ਦਾ ਬਹੁਤ ਬਹੁਤ ਤਹਿ ਦਿਲ ਸੇ ਧੰਨਵਾਦ ਕਰਦੀ ਹਾਂ। ਔਰ ਸਭ ਤੋਂ ਪਹਿਲਾਂ ਤੇ ਮੈਂ ਪ੍ਰਮਾਤਮਾ ਦਾ, ਵਾਹਿਗੁਰੂ ਜੀ ਦਾ ਸ਼ੁਕਰ ਅਦਾ ਕਰਾਂਗੀ कि इन्हीं की कृपा से सजे हम हैं, इन्हीं की कृपा से सजे हम हैं, नहीं मूसों गरीब करोड़ परे। कि परमात्मा ने दी कृपा दे नाल मैं अज आप जी दे सारियां दे रूबरू हो रही हाँ। ते जदों भी इंसान कदे दुनिया दे सामने आया, उसने हमेशा ही अपनी जिंदगी दी कहानी, जिंदगी दे एहसास इस दुनिया दे सामने प्रगट कीते आ। कहंदे ने कि जद कदे किसे नू दुनिया च आना पिया, जद कदे किसे नू दुनिया च आना पिया, गीत अपनी ही होंद दा उस नू गाना पिया। क्योंकि जिंदगी नाम है एक एहसास दा, जिंदगी नाम है एक एहसास दा, वरना बंदा लोथड़ा है एक मास दा। सो जदों भी किसी ने जिंदगी दे विच इस दुनिया दे सामने आके अपने आप नू एक्सपोजर किया, वो अपने एहसासां दी गठड़ी नू ही सामने लैके आया। कहंदे ने कि जदों इंसान नू जदों जदों भी मानसिक कष्टां ने, पीड़ा ने, परेशानियां ने उन्हां नू घेरिया, उदों उदों ही इंसान दी कुख पीड़ा विचों ज्ञान दी धारा ने जन्म लिया, ते उदों ही उहनू कुछ करन दा जज्बा ਉਹਦੇ ਅੰਦਰ ਉੱਭਰਿਆ। ਕਹਿੰਦੇ ਨੇ ਕਿ ਇਹ ਜਿਹੜੀਆਂ ਦੁਸ਼ਵਾਰੀਆਂ ਹੁੰਦੀਆਂ ਨੇ, ਦੁੱਖ ਹੁੰਦੇ ਨੇ, ਇਹ ਇੱਕ ਇਨਸਾਨ ਦੀ ਵੇਕਅਪ ਕਾਲ ਹੁੰਦੀ ਹੈ।
ਜੇ ਇਨਸਾਨ ਇਸ ਨੂੰ ਸਮਝ ਲਵੇ ਤਾਂ, ਤੇ ਨਹੀਂ ਤੇ ਜੇ ਬਦਕਿਸਮਤੀ ਹੋ ਜਾਵੇ ਤੇ ਫਿਰ ਉਹ ਸਾਰੀ ਉਮਰ ਇਹਨਾਂ ਦੁਸ਼ਵਾਰੀਆਂ ਨੂੰ ਭੋਗਦਾ ਰਹਿੰਦਾ ਹੈ ਤੇ ਉਹ ਚੰਗੇ ਪਾਸੇ ਗਾਈਡੈਂਸ ਦੇ ਨਾਲ ਨਹੀਂ ਜਾਂਦਾ। ਇਸ ਵੇਲੇ ਜਦੋਂ ਇਨਸਾਨ ਦੀ ਜ਼ਿੰਦਗੀ 'ਚ ਕ੍ਰਾਈਸਿਸ ਹੁੰਦੇ ਨੇ ਜਾਂ ਉਹਦੇ ਡਾਊਨ ਹਿੱਲ ਜਦੋਂ ਉਹ ਆਂਦਾ ਆ ਤੇ ਉਹਦੀ ਜ਼ਿੰਦਗੀ ਦੇ ਵਿੱਚ ਦੋ ਗੱਲਾਂ ਵਾਪਰਦੀਆਂ ਨੇ। ਇੱਕ ਹੁੰਦੀ ਹੈ ਆਤਮਿਕ ਕ੍ਰਾਂਤੀ ਤੇ ਇੱਕ ਹੁੰਦੀ ਹੈ ਆਤਮਿਕ ਹੱਤਿਆ। ਅਗਰ ਇਨਸਾਨ ਦੇ ਸੰਸਕਾਰ ਅੱਛੇ ਹੋਣ ਤਾਂ ਆਤਮਿਕ ਕ੍ਰਾਂਤੀ ਵੱਲ ਨੂੰ ਵੱਧ ਜਾਂਦਾ ਹੈ ਤੇ ਆਪਣੇ ਜੀਵਨ ਨੂੰ ਟਰਾਂਸਫਾਰਮ ਕਰ ਲੈਂਦਾ। ਅਗਰ ਉਸਦੇ ਸੰਸਕਾਰ ਮਾੜੇ ਨੇ ਤੇ ਉਹ ਇਨਸਾਨ ਫਿਰ ਡਰੱਗ ਦੇ ਵਿੱਚ, ਦਵਾਈਆਂ ਦੇ ਵਿੱਚ, ਸ਼ਰਾਬਾਂ ਦੇ ਵਿੱਚ ਉਹ ਫਿਰ ਇਹੋ ਜਿਹਾ ਰਸਤਾ ਚੁਣ ਲੈਂਦਾ ਆ। ਤੇ ਕਹਿੰਦੇ ਨੇ ਕਿ ਇਨਸਾਨ ਦੇ ਦੁੱਖ ਜਿਹੜੇ ਹੁੰਦੇ ਨੇ ਉਹ ਇੱਕ ਉਸ ਬਾਲ ਦੀ ਤਰ੍ਹਾਂ ਹੁੰਦੇ ਆ ਕਿ ਜਿਤਨੀ ਜ਼ੋਰ ਦੀ ਬਾਲ ਥੱਲੇ ਗਿਰਦੀ ਆ ਉਤਨੇ ਹੀ ਜ਼ੋਰ ਦੇ ਨਾਲ ਉਹ ਉੱਪਰ ਵੀ ਉੱਠਦੀ ਆ। ਇਸੇ ਤਰ੍ਹਾਂ ਉਸੀ ਫੋਰਸ ਦੇ ਨਾਲ ਉਹ ਉੱਪਰ ਨੂੰ ਉੱਠੇਗੀ। ਸੋ ਇਹ ਇਨਸਾਨ ਦੇ ਜੇ ਨਾਲ ਜੋ ਸਾਡੇ ਨਾਲ ਘਟਨਾਵਾਂ ਮਾੜੀਆਂ ਵਾਪਰਦੀਆਂ ਨੇ ਜਾਂ ਸਾਡੇ ਅੰਦਰ ਸਾਨੂੰ ਹਰਟ ਹੁੰਦੇ ਨੇ, ਦੁੱਖ ਆਉਂਦੇ ਨੇ, ਬਿਮਾਰੀਆਂ ਆਉਂਦੀਆਂ ਨੇ, ਦੁਸ਼ਵਾਰੀਆਂ ਆਉਂਦੀਆਂ ਨੇ, ਇਹ ਇਨਸਾਨ ਨੂੰ ਜਦੋਂ ਹਿੱਟ ਕਰਦੀਆਂ ਨੇ ਤਾਂ ਉਹਦੇ ਅੰਦਰੋਂ ਇੱਕ ਗਿਆਨ ਦਾ ਸੋਮਾ ਫੁੱਟਦਾ ਤੇ ਕੁਝ ਜ਼ਿੰਦਗੀ ਵਿੱਚ ਕਰਨ ਦਾ ਜਜ਼ਬਾ ਜਿਹੜਾ ਉਹ ਉਹਦੇ ਵਿੱਚ ਉੱਭਰਦਾ ਆ। ਸੋ ਮੈਂ ਇਸ ਜਜ਼ਬੇ ਦੇ ਨਾਲ ਅੱਜ ਮੈਂ ਆਪ ਜੀ ਦੇ ਸਾਹਮਣੇ ਰੂਬਰੂ ਹੋਈ ਹਾਂ। ਤੇ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਅੱਜ ਦਾ ਟੌਪਿਕ ਜੋ ਹੈ ਉਹ ਹੈ ਸਟ੍ਰੈਸ। ਕਿ ਸਟ੍ਰੈਸ ਕਿਹੜੀ ਬਲਾ ਦਾ ਨਾਂ ਆ, ਸਟ੍ਰੈਸ ਹੁੰਦਾ ਕੀ ਆ, ਸਟ੍ਰੈਸ ਆਉਂਦਾ ਕਿੱਦਾਂ ਆ, ਇਹ ਸਾਰੀ ਗੱਲ ਅੱਜ ਮੈਂ ਇੱਕ ਸੰਖੇਪ ਦੇ ਵਿੱਚ ਆਪ ਜੀ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ, ਜਿਹਦੇ ਵਿੱਚ ਮੈਂ ਬਰੀਫਲੀ ਕਵਰ ਕਰਨ ਦੀ ਕੋਸ਼ਿਸ਼ ਕਰਾਂਗੀ ਕਿ ਮਨ ਹੈ ਕੀ ਆ, ਮਨ ਦਾ ਸੁਭਾਅ ਕੀ ਆ ਤੇ ਸਟ੍ਰੈਸ ਤੇ ਤਣਾਅ ਹੁੰਦਾ ਕੀ ਆ, ਇਹਨੂੰ ਅਸੀਂ ਕਿਸ ਤਰ੍ਹਾਂ ਪਛਾਣ ਸਕਦੇ ਆ, ਇਹਦੇ ਕਾਰਨ ਕੀ ਕੀ ਨੇ ਤੇ ਫਿਰ ਇਹਦੇ ਇਫੈਕਟ ਸਾਡੀ ਲਾਈਫ ਦੇ ਉੱਤੇ ਜਾਂ ਸਾਡੀ ਜ਼ਿੰਦਗੀ ਦੇ ਉੱਤੇ ਜਾਂ ਸਾਡੇ ਸਰੀਰ ਦੇ ਉੱਤੇ ਸਾਈਕੋਲੋਜੀਕਲੀ ਕਿਸ ਤਰ੍ਹਾਂ ਪੈਂਦੇ ਨੇ ਤੇ ਇਹ ਫਿਜ਼ੀਓਲੋਜੀ ਕਿਸ ਤਰ੍ਹਾਂ ਪੈਂਦੇ ਨੇ ਤੇ ਸਾਡੇ ਬਿਹੇਵੀਅਰ ਦੇ ਨਾਲ ਦੇ ਉੱਤੇ ਵੀ ਇਹਨਾਂ ਦਾ ਬਹੁਤ ਅਸਰ ਹੁੰਦਾ। ਤੇ ਬਿਹੇਵੀਅਰਲੀ ਜਿਹੜਾ ਸਟ੍ਰੈਸ ਆ ਉਹ ਸਾਨੂੰ ਕਿਵੇਂ ਆਪਣੀ ਨਾਰਮਲ ਲਾਈਫ ਤੋਂ ਦੂਰ ਲੈ ਕੇ ਚਲੇ ਜਾਂਦਾ ਆ। ਤੇ ਸਟ੍ਰੈਸ ਦੇ ਨਾਲ ਬਹੁਤ ਕੁਝ ਸਾਡੀ ਲਾਈਫ 'ਚ ਉਹ ਕੁਝ ਹੁੰਦਾ ਜਿਸ ਨੂੰ ਅਸੀਂ ਕਦੇ ਪਹਿਲਾਂ ਆਪਣੀ ਲਾਈਫ 'ਚ ਰਿਕੋਗਨਾਈਜ਼ ਹੀ ਨਹੀਂ ਕੀਤਾ ਹੁੰਦਾ ਕਿ ਇਹ ਸਟ੍ਰੈਸ ਦੀ ਵਜ੍ਹਾ ਦੇ ਕਰਕੇ ਸਾਡੇ ਅੰਦਰ ਨੈਗੇਟਿਵਿਟੀ, ਸਾਡੇ ਅੰਦਰ ਸਟ੍ਰੈਸ, ਸਾਡੇ ਅੰਦਰ ਐਂਗਜ਼ਾਇਟੀ ਤੇ ਘਟੀਆਪਨ, ਆਪਣੇ ਆਪ ਦੇ ਵਿੱਚ ਕੌਨਫੀਡੈਂਸ ਦਾ ਲੂਜ਼ ਹੋ ਜਾਣਾ, ਇਹ ਸਾਰੀਆਂ ਗੱਲਾਂ ਜਿਹੜੀਆਂ ਹੁੰਦੀਆਂ ਨੇ ਸਾਡੇ ਸਟ੍ਰੈਸ ਰਿਲੇਟਡ ਸਾਡੀ ਲਾਈਫ ਦੇ ਵਿੱਚ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਹੁਣ ਮੈਂ ਗੱਲ ਕਰਾਂਗੀ ਕਿ ਜਿਹੜਾ ਮਨ ਹੈ ਜੇ ਅਗਰ ਅਸੀਂ ਇਸ ਨੂੰ ਸਮਝ ਲਈਏ ਤੇ ਫਿਰ ਅਸੀਂ ਇਹਨੂੰ ਆਉਣ ਵਾਲੇ ਸਟ੍ਰੈਸ ਤੇ ਟੈਨਸ਼ਨ ਤੇ ਐਂਗਜ਼ਾਇਟੀ ਤੋਂ ਹੋਰ ਪੈਦਾ ਹੋਣ ਵਾਲੀਆਂ ਬਿਮਾਰੀਆਂ ਅਸੀਂ ਉਹਨਾਂ ਨੂੰ ਵੀ ਸਮਝ ਸਕਦੇ ਹਾਂ। ਇਸ ਕਰਕੇ ਸਭ ਤੋਂ ਵੱਡੀ ਜਿਹੜੀ ਜ਼ਰੂਰਤ ਹੈ ਸਾਨੂੰ ਉਹ ਹੈ ਸਾਨੂੰ ਮਨ ਨੂੰ ਸਮਝਣ ਦੀ ਕਿ ਮਨ ਹੈ ਕੀ ਆ। ਹਰ ਇਨਸਾਨ ਮਨ ਦੀ ਪਕੜ ਦੇ ਵਿੱਚ ਉਲਝਿਆ ਹੋਇਆ ਤੇ ਜੇ ਅਸੀਂ ਇਹਨੂੰ ਡਿਫਾਈਨ ਕਰੀਏ ਇੱਕ ਦੋ ਲਾਈਨਾਂ ਦੇ ਵਿੱਚ ਤੇ ਮੈਂ ਇਸ ਨੂੰ ਇਸ ਤਰ੍ਹਾਂ ਡਿਫਾਈਨ ਕਰਦੀ ਹੁੰਦੀ ਆ ਕਿ ਮਨ ਸਾਡੇ ਟੋਟਲ ਚੰਗੇ ਤੇ ਮਾੜੇ ਖਿਆਲਾਂ ਦਾ ਇਕੱਠ ਹੈ। ਚੰਗੇ ਤੇ ਮਾੜੇ ਖਿਆਲਾਂ ਦਾ ਇਕੱਠ ਹੈ ਜਿਸ ਨੂੰ ਅਸੀਂ ਮਨ ਕਹਿੰਦੇ ਹਾਂ। ਕਿਉਂਕਿ ਦੇਖੋ ਸਾਰਾ ਦਿਨ ਅਸੀਂ ਆਪਣੇ ਮਨ ਦੇ ਵਿਚਾਰਾਂ ਦੇ ਵਿੱਚ ਹੀ ਉਲਝੇ ਰਹਿੰਦੇ ਹਾਂ ਤੇ ਇਸ ਵਿਚਾਰਾਂ ਦੇ ਵਿੱਚ ਹੁੰਦਾ ਕੀ ਆ, ਇਹਦੇ ਵਿੱਚ ਕੀ ਹੁੰਦਾ, ਸਾਡੀਆਂ ਸਾਰੀਆਂ ਦੀਆਂ ਸਾਰੀਆਂ ਯਾਦਾਂ, ਸਾਡੀਆਂ ਕਲਪਨਾਵਾਂ, ਸਾਡੀਆਂ ਵਾਸ਼ਨਾਵਾਂ, ਇਹ ਸਾਰਾ ਕੁਝ ਸਾਡੇ ਵਿਚਾਰਾਂ ਦੇ ਅੰਦਰ ਸੁਲਗਦਾ ਰਹਿੰਦਾ ਆ। ਇੰਗਲਿਸ਼ ਵਿੱਚ ਅਗਰ ਮੈਂ ਗੱਲ ਕਰਾਂ ਤਾਂ ਅਸੀਂ ਇਹਨੂੰ ਕਵਾਂਗੇ ਸਮ ਟੋਟਲ ਆਫ ਆਵਰ ਥਾਟਸ, ਸਮ ਟੋਟਲ ਆਫ ਆਵਰ ਥਾਟਸ ਕਾਲਡ ਮਾਈਂਡ। ਤੇ ਇਹਦੇ ਵਿੱਚ ਸਾਡੇ ਯਾਦਾਂ ਦੇ ਵਿੱਚ ਕੀ ਹੁੰਦਾ, ਸਾਡਾ ਪਾਸਟ ਤੇ ਸਾਡਾ ਫਿਊਚਰ। ਮਨ ਜਿਹੜਾ ਪਾਸਟ ਦੀਆਂ ਯਾਦਾਂ 'ਚ ਰਹਿੰਦਾ ਤੇ ਫਿਊਚਰ ਦੀ ਚਿੰਤਾ ਦੇ ਵਿੱਚ ਰਹਿੰਦਾ ਆ, ਵਰੀ ਦੇ ਵਿੱਚ ਰਹਿੰਦਾ ਆ। ਇਹਨਾਂ ਦੋਨਾਂ
ਪਾਸਟ ਤੇ ਫਿਊਚਰ ਦੇ ਵਿੱਚ ਹਰ ਵਕਤ ਮਨ ਦੀ ਦੌੜ ਲੱਗੀ ਰਹਿੰਦੀ ਆ। ਇਹ ਹਰ ਵੇਲੇ ਮਤਲਬ ਇਹਦੀ ਦੌੜ ਤੁਸੀਂ ਆਪਣੇ ਧਿਆਨ ਦੇ ਨਾਲ ਅਗਰ ਅੱਖਾਂ ਮੀਟ ਕੇ ਦੇਖੋਗੇ ਤੇ ਸਾਨੂੰ ਯਾਦਾਂ ਜਿਹੜੀਆਂ ਨੇ 99% ਸਾਨੂੰ ਆਪਣੇ ਪਾਸਟ ਦੀਆਂ ਹੁੰਦੀਆਂ, ਜਿਨ੍ਹਾਂ ਵਿੱਚ ਤਾਂ ਕਦੇ ਕੁਝ ਚੰਗਾ ਹੁੰਦਾ ਤੇ ਕਦੇ ਉਹਨਾਂ ਵਿੱਚ ਸਾਡੀਆਂ ਮਾੜੀ ਮੈਮਰੀ ਹੁੰਦੀ ਆ। ਤੇ ਫਿਊਚਰ ਵਿੱਚ ਸਾਡੀ ਪਲਾਨ ਹੁੰਦੀ ਆ ਤੇ ਜਾਂ ਸਾਨੂੰ ਫਿਊਚਰ ਦੇ ਵਿੱਚ ਚਿੰਤਾ ਹੁੰਦੀ ਆ ਕਿ ਸਾਡੇ ਫਿਊਚਰ ਵਿੱਚ ਭਵਿੱਖ ਵਿੱਚ ਕੀ ਹੋਊਗਾ ਸਾਡੇ ਨਾਲ, ਕਿਤੇ ਅਸੀਂ ਬਿਮਾਰ ਤਾਂ ਨਾ ਹੋ ਜਾਾਂਗੇ, ਜਾਂ ਸਾਡਾ ਕੋਈ ਬਿਜ਼ਨਸ ਤਾਂ ਨਹੀਂ ਫੇਲ ਹੋ ਜਾਏਗਾ, ਜਾਂ ਸਾਡੇ ਬੱਚੇ ਠੀਕ ਰਹਿਣਗੇ ਜਾਂ ਨਹੀਂ ਰਹਿਣਗੇ। ਮਤਲਬ ਅਸੀਂ ਹਰ ਵੇਲੇ ਪਾਸਟ ਜਾਂ ਫਿਊਚਰ ਦੇ ਵਿੱਚ ਮੂਵ ਕਰਦੇ ਰਹਿੰਦੇ ਆ। ਤੇ ਸਮਾਂ ਜਿਹੜਾ ਆ, ਮਨ ਜਿਹੜਾ ਉਹ ਇਹ ਆਪਣੇ ਸਮੇਂ ਦੀ ਦੌੜ ਦੇ ਵਿੱਚ ਦੌੜਦਾ ਹੈ, ਪਿੱਛੇ ਤੇ ਜਾਂ ਅੱਗੇ। ਪਰ ਇਹਦਾ ਆਪਣਾ ਜਿਹੜਾ ਘਰ ਹੈ ਆਪਣੇ ਮਨ ਦਾ, ਉਹ ਹੈਗਾ ਪ੍ਰੈਜ਼ੈਂਟ। ਪ੍ਰੈਜ਼ੈਂਟ ਇਹਦਾ ਆਪਣੇ ਅਸਲੀ ਇਹਦਾ ਰੈਜ਼ੀਡੈਂਟ ਆ, ਜਿੱਥੇ ਇਹਨੂੰ ਰਹਿਣਾ ਚਾਹੀਦਾ ਆ, ਪਰ ਰਹਿੰਦਾ ਇਹੋ ਪਾਸਟ ਤੇ ਫਿਊਚਰ ਦੇ ਵਿੱਚ ਆ। ਮਨ ਦੀ ਸਾਰੀ ਸ਼ਕਤੀ, ਮਨ ਦੀ ਸਾਰੀ ਪਾਵਰ ਐਕਚੁਅਲੀ ਜਿਹੜੀ ਆ ਉਹ ਪ੍ਰੈਜ਼ੈਂਟ ਦੇ ਵਿੱਚ ਤੁਸੀਂ ਕਹਿ ਲਓ ਕਿ ਰਿਜ਼ਾਈਡ ਕਰ ਰਹੀ ਆ, ਛੁਪੀ ਹੋਈ ਆ। ਇਹਨੂੰ ਗੁਰਬਾਣੀ ਨੇ ਬਹੁਤ ਅੱਛੀ ਤਰ੍ਹਾਂ ਦੱਸਿਆ। ਗੁਰਬਾਣੀ 'ਚ ਲਿਖਿਆ ਹੋਇਆ, ਵਰਤਮਾਨ ਵਿੱਚ ਵਰਤਦਾ ਹੋਵਨਹਾਰ ਸਦਾ ਪਰਵਾਣਾ। ਵਰਤਮਾਨ ਵਿੱਚ ਵਰਤਦਾ ਕਿ ਜਿਹੜਾ ਸਾਡਾ ਮਨ ਆ, ਐਕਚੁਅਲੀ ਇਹਦਾ ਰੈਜ਼ੀਡੈਂਟ ਜਿਹੜਾ, ਇਹਦਾ ਘਰ ਜਿਹੜਾ ਆ ਉਹ ਪ੍ਰੈਜ਼ੈਂਟ ਸਮਾਂ ਆ, ਪਰ ਇਹ ਰਹਿੰਦਾ ਕਿੱਥੇ ਆ, ਪਾਸਟ ਵਿੱਚ ਤੇ ਜਾਂ ਫਿਊਚਰ ਦੇ ਵਿੱਚ। ਤੇ ਇਹਨਾਂ ਨੂੰ ਇੱਕ ਮਤਲਬ ਜਿਹੜੇ ਵਿਗਿਆਨੀ ਨੇ ਉਹ ਵੀ ਇਸ ਗੱਲ ਨੂੰ ਸਪਸ਼ਟ ਕਰਦੇ ਨੇ ਕਿ ਮਨ ਜਿਹੜਾ ਆ ਇਹ ਪਾਸਟ ਤੇ ਫਿਊਚਰ ਦੇ ਵਿੱਚ ਰਹਿ ਕੇ ਆਪਣੀ ਸਾਰੀ એનર્ਜੀ ਗਵਾ ਬੈਠਦਾ ਆ। ਜਿਹੜਾ ਵੀ ਪਲੀਜ਼ ਮਾਈਕ ਹੈ ਔਨ ਆਪਣਾ ਆਫ ਕਰ ਲਓ ਪਲੀਜ਼, ਗੱਲ ਬਾਤ ਦੇ ਵਿੱਚ ਡਿਸਟਰਬੈਂਸ ਹੋ ਰਹੀ ਆ। ਤੇ ਮਨ ਇਹਨੂੰ ਸਾਇੰਸ ਨੇ ਵੀ ਪ੍ਰੂਵ ਕਰ ਦਿੱਤਾ ਕਿ ਮਨ ਦੀ ਜਿਹੜੀ ਜਿਤਨੀ ਵੀ ਸ਼ਕਤੀ ਆ, ਇਸ ਦੀ ਪਾਵਰ ਆ, ਇਹ ਸਾਰੀ ਮਤਲਬ ਆਪਣੀ ਗਵਾ ਪੈਂਦਾ ਆ ਪਾਸਟ ਤੇ ਫਿਊਚਰ ਦੇ ਵਿੱਚ ਰਹਿ ਕੇ। ਤੇ ਅਸੀਂ ਹੁਣ ਜਦੋਂ ਇਹ ਸਾਨੂੰ ਗੱਲ ਸਮਝ ਆ ਜਾਂਦੀ ਆ ਕਿ ਜਿਹੜਾ ਕਮਜ਼ੋਰ ਮਨ ਹੁੰਦਾ, ਇਹਦਾ ਮਤਲਬ ਆ ਕਿ ਉਸਨੇ ਆਪਣੀ એનર્ਜੀ, ਆਪਣੀ ਸ਼ਕਤੀ ਆਉਣ ਵਾਲੀ ਫਿਊਚਰ ਦੇ ਵਿੱਚ ਤੇ ਪਾਸਟ ਦੇ ਵਿੱਚ ਰਹਿ ਕੇ ਇਹਨੇ ਆਪਣੀ એનર્ਜੀ ਖਤਮ ਕਰ ਲਈ ਆ। ਤੇ ਅਸੀਂ ਜੋ ਇਹ ਸਟੱਡੀ ਚੱਲ ਰਹੀ ਆ, ਜਾਂ ਮਤਲਬ ਜੋ ਵੀ ਵਿਗਿਆਨ ਨੇ ਡਿਸਕਵਰ ਕੀਤਾ, ਉਸਨੇ ਇਹੀ ਗੱਲ ਕਹੀ ਆ ਕਿ ਅਗਰ ਸਾਨੂੰ ਇਹ ਗੱਲ ਦਾ ਰੀਅਲਾਈਜੇਸ਼ਨ ਹੋ ਜਾਏ ਕਿ ਮਨ ਜਿਹੜਾ ਆ ਉਹ ਇਸ ਵੇਲੇ ਆਪਣੀ ਪਾਵਰ ਨੂੰ ਗਵਾ ਬੈਠਾ ਆ, ਤੇ ਇਹਨੂੰ ਫਿਰ ਵਿਗਿਆਨ ਨੇ ਵੀ ਔਰ ਧਰਮਾਂ ਨੇ ਵੀ ਇਸ ਗੱਲ ਨੂੰ ਪਛਾਣ ਕੇ ਤੇ ਇੱਕ ਗ੍ਰੰਥਾਂ ਦੇ ਵਿੱਚ ਇਹ ਗੱਲ ਤੇ ਉੱਤੇ ਜ਼ੋਰ ਦਿੱਤਾ ਗਿਆ ਹੈ। Excuse me. 1, 5, 8, 7, 8, 9, 3. ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਗਿਆ ਕਿ ਮਨ ਆਪਣੀ ਪਾਵਰ ਕਦੋਂ ਲੋਸਟ ਕਰਦਾ ਆ, ਕਦੋਂ ਇਹ ਗਵਾਉਂਦਾ ਆ, ਤੇ ਇਸ ਨੂੰ ਗੇਨ ਕਿੱਦਾਂ ਕੀਤਾ ਜਾ ਸਕਦਾ। ਤੇ ਉਸ ਗ੍ਰੰਥਾਂ ਨੇ ਸਾਨੂੰ ਇਹ ਹਦਾਇਤ ਦਿੱਤੀ ਆ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਸ ਦਾ ਮਤਲਬ ਕੀ ਹੈ ਕਿ ਇਹ ਮਨਾ ਜੋ ਤੇਰਾ ਅਸਲੀ ਸਰੂਪ ਹੈ, ਜਿੱਥੇ ਤੇਰੀ ਸ਼ਕਤੀ ਹੈ, ਜਿਹੜਾ ਤੇਰਾ ਘਰ ਆ, ਅਗਰ ਤੂੰ ਉਹਦੇ ਵਿੱਚ ਰਹੇ ਤੇ ਤੂੰ ਆਪਣੀ ਸ਼ਕਤੀ ਨੂੰ ਗਵਾ ਨਹੀਂ ਸਕਦਾ। ਤੇਰੀ ਸ਼ਕਤੀ ਜਿਹੜੀ ਮੈਂ ਤੈਨੂੰ ਪਾਵਰ ਦਿੱਤੀ ਹੋਈ ਆ, ਤੂੰ ਇਸ ਦੇ ਨਾਲ ਜ਼ਿੰਦਗੀ ਦਾ ਉਹ ਕੰਮ ਕਰ ਸਕਦਾ ਹੈ ਜਿਹਨੂੰ ਤੂੰ ਕਦੇ ਜ਼ਿੰਦਗੀ 'ਚ ਸੋਚਿਆ ਹੋਵੇ ਕਿ ਇਹ ਤਾਂ ਇੰਪੋਸੀਬਲ ਆ, ਇਹ ਤਾਂ ਹੋ ਹੀ ਨਹੀਂ ਸਕਦਾ। ਤੂੰ ਉਹ ਕੰਮ ਇਸ ਮਨ ਦੀ ਪਾਵਰ ਦੇ ਨਾਲ ਕਰ ਸਕਦਾ ਆ। ਲੇਕਿਨ ਕਿਉਂਕਿ ਸਾਨੂੰ ਇਹਦੇ ਬਾਰੇ ਗਿਆਨ ਨਹੀਂ ਹੈ, ਤੇ ਇਹ ਗਿਆਨ ਨਾ ਹੋਣ ਕਰਕੇ ਇਹ ਆਪਣੀ ਸ਼ਕਤੀ ਗਵਾ ਬੈਂਦਾ ਆ। ਕਹਿੰਦੇ ਨੇ ਕਿ ਜਦੋਂ ਮਨ ਦੀ ਸਾਰੀ ਸ਼ਕਤੀ ਇਸ ਸੰਸਾਰ ਵੱਲ ਨੂੰ ਮੂਵ ਹੁੰਦੀ ਰਹਿੰਦੀ ਆ, ਫਲੋ ਹੁੰਦੀ ਰਹਿੰਦੀ ਆ, ਚੱਲਦੀ ਰਹਿੰਦੀ ਆ, ਤੇ ਫਿਰ ਅਸੀਂ ਇਹ ਮਨ ਸੰਸਾਰੀ ਬਣ ਜਾਂਦਾ। ਅਸੀਂ ਮਤਲਬ ਸੰਸਾਰੀ ਕਹਾਉਂਦੇ ਆ। ਜਦੋਂ ਇਸ ਮਨ ਦਾ ਵਹਾਓ ਜਾਂ ਇਸ ਮਨ ਦਾ ਫਲੋ ਜਿਹੜਾ ਆ ਉਹ ਪਰਮਾਤਮਾ ਵੱਲ ਨੂੰ ਚੱਲਣਾ ਸ਼ੁਰੂ ਹੋ ਜਾਂਦਾ, ਤੇ ਇਹੀ ਮਨ ਆਪਣਾ ਮੂਲ, ਆਪਣੀ ਸ਼ੇਪ, ਆਪਣੀ ਫਾਰਮ ਚੇਂਜ ਕਰਕੇ ਇਹ ਨਿਰੰਕਾਰੀ ਬਣ ਜਾਂਦਾ। ਮੀਨਸ ਇਹ ਪਰਮਾਤਮਾ ਵਰਗਾ ਬਣ ਜਾਂਦਾ। ਇਹਦੇ ਵਿੱਚ ਫਿਰ ਉਹ ਜਦੋਂ ਪਾਵਰਸ ਆਉਣੀਆਂ ਸ਼ੁਰੂ ਹੋ ਜਾਂਦੀਆਂ
ਤੇ ਫਿਰ ਇਹ ਜੋਤ ਸਰੂਪ ਬਣਨਾ ਸ਼ੁਰੂ ਹੋ ਜਾਂਦਾ। ਕਿਉਂਕਿ ਮਨ ਦਾ ਸੁਭਾਅ ਕੀ ਆ ਕਿ ਜਿਹੜੀ ਇਹਦੇ ਕੋਲ ਕੋਈ ਚੀਜ਼ ਨਹੀਂ ਹੈ ਨਾ ਜ਼ਿੰਦਗੀ ਵਿੱਚ, ਇਹਨੇ ਉਹਦੇ ਉੱਤੇ ਜਾ ਕੇ ਆਪਣਾ ਧਿਆਨ ਰੱਖਣਾ, ਇਹਨੇ ਉਹਦੇ ਉੱਤੇ ਜਾ ਕੇ ਆਪਣਾ ਫੋਕਸ ਕਰੀ ਰੱਖਣਾ। ਜਿੱਦਾਂ ਐਗਜ਼ਾਮਪਲ ਹੈ ਕਿ ਜੇ ਸਾਡੇ ਮੂੰਹ ਦੇ ਵਿੱਚ ਕਹਿੰਦੇ ਨੇ ਕਿ 32 ਦੰਦ ਹੁੰਦੇ ਨੇ ਨਾ, ਤੇ ਜਦੋਂ ਇੱਕ ਦੰਦ ਨਿਕਲ ਜਾਂਦਾ ਤੇ ਸਾਡੀ ਜੀਭ ਜਿਹੜੀ ਆ ਉਸਨੂੰ ਬਾਰ-ਬਾਰ ਜਾ ਕੇ ਟੱਚ ਕਰਦੀ ਆ, ਉਹ ਸਾਨੂੰ ਅਹਿਸਾਸ ਦਿਵਾਉਂਦੀ ਆ ਕਿ ਇੱਕ ਦੰਦ ਇੱਥੇ ਹੈ ਨਹੀਂ ਆ। ਪਰ ਜਦੋਂ ਸਾਡੇ ਕੋਲ ਪੂਰੇ ਦੰਦ ਮੂੰਹ 'ਚ ਹੁੰਦੇ ਆ ਤੇ ਸਾਨੂੰ ਉਹਨਾਂ ਦਾ ਕੋਈ ਅਹਿਸਾਸ ਨਹੀਂ ਹੁੰਦਾ। ਅਸੀਂ ਮਤਲਬ ਉਹਦੀ ਵੱਲ ਸਾਨੂੰ ਕੋਈ ਤਵੱਜੋ ਹੀ ਨਹੀਂ ਹੁੰਦੀ ਉਹਦੀ ਵੱਲ ਕਿ ਸਾਡੇ ਕੋਲ ਪੂਰੇ ਦੰਦ ਨੇ। ਤੇ ਮਨ ਜਿਹੜਾ ਇਹ ਜੋ ਸਾਡੇ ਕੋਲ ਹੈਗਾ ਆ, ਮਤਲਬ ਕਹਿਣ ਦਾ, ਉਹਦੇ ਉੱਤੇ ਇਹ ਕਦੇ ਵੀ ਆਪਣੇ ਫੋਕਸ ਨਹੀਂ ਕਰਦਾ, ਕਦੇ ਵੀ ਉਹਦੇ ਉੱਤੇ ਇਹੋ ਆਪਣੀ ਤਵੱਜੋ ਨਹੀਂ ਦਿੰਦਾ ਕਿ ਮੇਰੇ ਕੋਲ ਆਹ ਚੀਜ਼ ਹੈਗੀ ਆ। ਜੋ ਸਾਡੇ ਜ਼ਿੰਦਗੀ 'ਚ ਹੈ ਨਹੀਂ ਉਹਦੇ ਦੁਆਲੇ ਇਹਨੇ ਘੁੰਮਦਾ ਰਹਿਣਾ, ਉਹਦੇ ਦੁਆਲੇ ਇਹਨੇ ਆਪਣੇ ਜਿਹੜਾ ਫੋਕਸ ਆ ਉਹ ਕਰੀ ਰੱਖਣਾ। ਇਹ ਜਿੰਨੀ ਦੇਰ ਤੱਕ ਸਾਨੂੰ ਇਸ ਮਨ ਦਾ ਸੁਭਾਅ ਨਹੀਂ ਪਤਾ ਲੱਗਦਾ, ਉਨੀ ਦੇਰ ਤੱਕ ਅਸੀਂ ਇਸ ਮਨ ਦੇ ਵਿੱਚ ਹੀ ਉਲਝ ਕੇ ਅਸੀਂ ਜ਼ਿੰਦਗੀਆਂ ਕੱਟ ਲੈਂਦੇ ਹਾਂ। ਸੋ ਹੁਣ ਗੱਲ ਹੈ ਕਿ ਇਹ ਹੈ ਮਨ ਦਾ ਸੁਭਾਅ। ਤੇ ਫਿਰ ਤਣਾਅ ਕੀ ਹੁੰਦਾ, ਸਟ੍ਰੈਸ ਕੀ ਹੁੰਦਾ, ਹੁਣ ਉਹਦੇ ਬਾਰੇ ਮੈਂ ਗੱਲ ਕਰਦੀ ਹਾਂ। ਸਟ੍ਰੈਸ ਹੁੰਦਾ ਕਿ ਐਕਚੁਅਲੀ ਕਹਿੰਦੇ ਨੇ ਕਿ ਡਾਕਟਰਾਂ ਨੇ ਤਾਂ ਇਹਨੂੰ ਬਿਮਾਰੀ ਬਣਾਤਾ। ਐਕਚੁਅਲੀ ਸਟ੍ਰੈਸ ਜਿਹੜਾ ਆ ਜਾਂ ਤਣਾਅ ਆ, ਇਹ ਇੱਕ ਬਿਮਾਰੀ ਨਹੀਂ ਹੈ, ਇਹ ਇੱਕ ਆਦਤ ਆ। ਕਿਉਂਕਿ ਜਦੋਂ ਅਸੀਂ ਕਿਸੇ ਗੱਲ ਨੂੰ ਬਾਰ-ਬਾਰ ਓਵਰ ਐਂਡ ਓਵਰ ਥਿੰਕ ਕਰਦੇ ਹਾਂ ਤੇ ਉਹ ਓਵਰ ਥਿੰਕਿੰਗ ਸਾਡੇ ਮਾਈਂਡ ਦੇ ਵਿੱਚ ਇੱਕ ਸਟ੍ਰੈਸ ਪੈਦਾ ਕਰਦੀ ਆ, ਤੇ ਫਿਰ ਉਹ ਸਾਡੇ ਮਾਈਂਡ ਦੇ ਵਿੱਚ ਉਹਦੇ ਗਰੂਪ ਪੈਦਾ ਹੋ ਜਾਂਦੇ ਨੇ। ਕਹਿਣ ਦਾ ਮਤਲਬ ਆ ਕਿ ਸਾਡੀ ਜਿਹੜੀ ਆਦਤ ਹੈ ਇੱਕ ਬਣ ਜਾਂਦੀ ਆ ਕਿ ਅਸੀਂ ਨੈਗੇਟਿਵ ਹੀ ਸੋਚਣਾ। ਹੁਣ ਅਸੀਂ ਆਪਣੇ ਬਿਮਾਰੀਆਂ ਬਾਰੇ ਹੀ ਸੋਚਣਾ ਆ। ਅੱਜ ਦੇ ਸਮੇਂ ਦੇ ਵਿੱਚ ਦੇਖਿਆ ਜਾਏ ਤਾਂ ਦੌੜ ਭੱਜ ਵਾਲੀ ਜਿਹੜੀ ਜ਼ਿੰਦਗੀ ਆ, ਇਹਦੇ ਵਿੱਚ ਕਿਤੇ ਵੀ ਕੋਈ ਸਕੂਨ ਜਾਂ ਚੈਨ ਕਿਸੇ ਬੰਦੇ ਕੋਲ ਨਹੀਂ ਹੈ। ਕਿਉਂ ਨਹੀਂ ਹੈਗਾ? ਲੋਕਾਂ ਨੂੰ ਏਦਾਂ ਲੱਗਦਾ ਕਿ ਮਤਲਬ ਚੈਨ ਹਾਸਲ ਕਰਨਾ ਜਾਂ ਸ਼ਾਂਤੀ ਹਾਸਲ ਕਰਨੀ, ਇਹ ਤੇ ਬੜਾ ਔਖਾ ਕੰਮ ਆ, ਇਹ ਤੇ ਇੱਕ ਇੰਪੋਸੀਬਲ ਆ। ਤੇ ਜੇ ਅਸੀਂ ਇਸ ਮਨ ਨੂੰ ਸਮਝ ਲਈਏ ਤੇ ਕਹਿੰਦੇ ਹੁੰਦੇ ਨੇ ਕਿ ਸਾਡਾ ਜਿਹੜਾ ਚੈਨ ਆ, ਅਸੀਂ ਉਸਨੂੰ ਮੁੜ ਕੇ ਗੇਨ ਵੀ ਕਰ ਸਕਦੇ ਆ। ਸਾਡੇ ਦਿਲ ਦਿਮਾਗ ਦੇ ਉੱਤੇ ਸ਼ਾਂਤੀ ਵੀ ਆ ਸਕਦੀ ਆ। ਭਾਵੇਂ ਦੇਖਿਆ ਜਾਵੇ ਤਾਂ ਮੈਂ ਕਹਿੰਦੀ ਹੁੰਦੀ ਕਿ ਸਾਇੰਸ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਆ, ਬਹੁਤ ਕਾਢਾਂ ਕੱਢੀਆਂ, ਪਰ ਉਹਨੇ ਜ਼ਿੰਦਗੀ ਨੂੰ ਸੁਖਾਲਾ ਕਰਨ ਵਾਸਤੇ ਇਤਨਾ ਬੈਟਰ ਬਣਾਤਾ, ਇਤਨਾ ਮਟੀਰੀਅਲ ਬਣਾਤਾ, ਪਰ ਮਨ ਨੂੰ ਕਿਵੇਂ ਸ਼ਾਂਤ ਰੱਖਣਾ, ਉਹਦੀਆਂ ਜੁਗਤੀਆਂ ਵੀ ਕੱਢੀਆਂ ਨੇ, ਟੈਕਨੀਕ ਵੀ ਕੱਢੀਆਂ ਨੇ, ਪਰ ਸਾਡਾ ਧਿਆਨ ਉਧਰ ਵੱਲ ਨੂੰ ਨਹੀਂ ਜਾਂਦਾ। ਸਾਡਾ ਧਿਆਨ ਹੋਰ ਇਹਦੇ ਉੱਤੇ ਹੀ ਟਿਕਿਆ ਰਹਿੰਦਾ ਆ, ਜਿਹਦੇ ਕਰਕੇ ਮਤਲਬ ਜਿਹੜਾ ਅੱਜ ਦਾ ਮਨੁੱਖ ਆ ਜਾਂ ਅੱਜ ਦਾ ਇਨਸਾਨ ਆ, ਉਹ ਇਤਨਾ ਚਿੰਤਾ, ਇਤਨੇ ਡਰ, ਇਤਨੇ ਫਿਕਰਾਂ ਦੇ ਵਿੱਚ ਉਹ ਜਕੜਿਆ ਹੋਇਆ ਕਿ ਉਸਨੂੰ ਚੈਨ ਨਾਮ ਦੀ ਕੋਈ ਮਤਲਬ ਉਹਦੀ ਜ਼ਿੰਦਗੀ ਵਿੱਚ ਕੋਈ ਗੱਲ ਹੀ ਨਹੀਂ ਰਹਿ ਗਈ। ਮਨ ਦਾ ਇੱਕ ਹੋਰ ਸੁਭਾਅ ਕੀ ਆ ਕਿ ਜਿਹੜੇ ਲੋਕ ਉਹਦੇ ਆਲੇ ਦੁਆਲੇ ਖੁਸ਼ਗਵਾਰ ਹੁੰਦੇ ਨੇ, ਜਿਹੜੇ ਹੈਪੀ ਹੁੰਦੇ ਨੇ, ਜਾਂ ਤੁਸੀਂ ਕਹਿ ਲਓ ਕਿ ਜਿਹੜੇ ਸਕਸੈਸਫੁਲ ਪਰਸਨ ਹੁੰਦੇ ਆ, ਉਹਨਾਂ ਵੱਲਾਂ ਦੇਖ ਕੇ ਅੰਦਰੋਂ ਅੰਦਰ ਹੀ ਸੜੀ ਜਾਣਾ ਜਾਂ ਉਹਨਾਂ ਦੇ ਨਾਲ ਅੰਦਰੋਂ ਜੈਲਸੀ ਕਰਨੀ। ਇਹਨਾਂ ਗੱਲਾਂ ਦੇ ਨਾਲ ਕੀ ਹੁੰਦਾ ਕਿ ਸਾਡੇ ਅੰਦਰ ਇੱਕ ਆਤਮ ਵਿਸ਼ਵਾਸ ਦੀ ਕਮੀ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਆ। ਇਹ ਗੱਲ ਅੱਜ ਕੱਲ ਆਮ ਦੇਖੀ ਜਾ ਰਹੀ ਆ। ਸਾਨੂੰ ਆਪਣੇ ਉੱਪਰ ਹੀ ਫੇਥ ਨਹੀਂ ਰਿਹਾ, ਸਾਨੂੰ ਆਪਣੇ ਉੱਤੇ ਹੀ ਟਰਸਟ ਨਹੀਂ ਰਿਹਾ, ਸਾਡੇ ਨੂੰ ਆਪਣੇ ਉੱਤੇ ਕੌਨਫੀਡੈਂਸ ਹੀ ਨਹੀਂ ਰਿਹਾ। ਕਿਉਂ ਨਹੀਂ ਰਿਹਾ? ਕਿਉਂਕਿ ਅਸੀਂ ਦੂਜਿਆਂ ਨੂੰ ਦੇਖ ਕੇ ਕੰਪੀਟੀਸ਼ਨ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਜੀ ਰਹੇ ਆ, ਜਾਂ ਤਾਂ ਉਹਨਾਂ ਨੂੰ ਦੇਖ ਕੇ ਸੜ ਰਹੇ ਆ, ਜਾਂ ਅਸੀਂ ਉਹਨਾਂ ਵਰਗੇ ਬਣਨ ਦੀ ਕੋਸ਼ਿਸ਼ ਕਰ ਰਹੇ ਆ, ਜਾਂ ਅਸੀਂ ਉਹਨਾਂ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਆ। ਇਹ ਤਿੰਨ ਗੱਲਾਂ ਸਾਡੇ ਮਾਈਂਡ ਦੇ ਵਿੱਚ ਓਵਰ ਥਿੰਕਿੰਗ ਤੇ ਨੈਗੇਟਿਵਿਟੀ ਪੈਦਾ ਕਰਦੀਆਂ ਨੇ। ਔਰ ਇਹ ਵੀ ਗੱਲ ਦੇਖੀ ਗਈ ਐਕਚੁਅਲੀ ਤਾਂ ਮਤਲਬ ਕਹਿੰਦੇ ਜਦੋਂ ਦਾ ਸੰਸਾਰ ਬਣਿਆ ਉਦੋਂ ਦਾ ਹੀ ਮਤਲਬ
ਜਿਹੜਾ ਸਟ੍ਰੈਸ ਆ ਉਹਨੇ ਇਨਸਾਨ ਦਾ ਪਿੱਛਾ ਨਹੀਂ ਛੱਡਿਆ, ਪਰ ਜਿੰਨਾ ਪਹਿਲਾਂ ਹੁੰਦਾ ਸੀ ਉਸ ਤੋਂ ਅਨੰਤ ਗੁਣਾ ਜ਼ਿਆਦਾ ਸਟ੍ਰੈਸ ਜਿਹੜਾ ਆ ਹੁਣ ਹੋ ਚੁੱਕਾ, ਜਿਹਦੇ ਕਰਕੇ ਹਰ ਇਨਸਾਨ ਮਾਨਸਿਕ ਤੇ ਸਰੀਰਕ ਇਹਨਾਂ ਦੋਨਾਂ ਰੋਗਾਂ ਦਾ ਸ਼ਿਕਾਰ ਹੋ ਗਿਆ ਹੈ। ਮੇਰੇ ਤੋਂ ਹੁਣੇ ਪਹਿਲਾਂ ਜਸਵੀਰ ਜੀ ਗੱਲ ਕਰ ਰਹੇ ਸੀ ਕਿ ਹਾਰਟ ਅਟੈਕ ਜਿਹੜਾ ਆ ਉਹਦੀ ਗਿਣਤੀ ਦੱਸ ਰਹੇ ਸੀਗੇ ਕਿ ਅੱਜ ਕੱਲ ਹਾਰਟ ਅਟੈਕ ਦਾ ਗਿਣਤੀ ਬਹੁਤ ਵੱਧ ਚੁੱਕੀ, ਜਿਹੜੀ ਕਿ ਸਪੈਸ਼ਲੀ ਮਤਲਬ ਯੰਗਸਟਰ ਨੂੰ ਜ਼ਿਆਦਾ ਹੋ ਰਹੀ ਆ। ਕਿਉਂਕਿ ਉਹਨਾਂ ਦੀ ਜ਼ਿੰਦਗੀ ਇੱਕ ਦੂਜੇ ਤੋਂ ਅੱਗੇ ਨਿਕਲਣ ਦੇ ਵਿੱਚ, ਕੰਪੀਟੀਸ਼ਨ ਦੇ ਵਿੱਚ ਡਿਜ਼ਾਈਨ ਹੋ ਚੁੱਕੀ ਹੈ। ਉਹਨਾਂ ਦੇ ਕੋਲ ਇਹ ਨਹੀਂ ਪਤਾ ਕਿ ਸਾਡੇ ਕੋਲ ਕਪੈਸਿਟੀ ਕਿੰਨੀ ਹੈਗੀ ਆ। ਅਸੀਂ ਆਪਣੇ, ਜਿਹਨੂੰ ਕਹਿੰਦੇ ਹੁੰਦੇ ਨਾ, ਆਪਣੇ ਵਿੱਤ ਅਨੁਸਾਰ ਚਾਦਰ ਦੇਖ ਕੇ, ਪੈਰ ਦੇਖ ਕੇ ਚਾਦਰ ਪਸਾਰਨੇ, ਇਹ ਵਾਲਾ ਕਨਸੈਪਟ ਤਾਂ ਅੱਜ ਕੱਲ ਕਿਤੇ ਕੋਈ ਰਿਹਾ ਹੀ ਨਹੀਂ ਹੈ। ਸਿਰਫ ਅਸੀਂ ਇੰਨਾ ਹੀ ਦੇਖਦੇ ਆ ਕਿ ਦੂਜਿਆਂ ਦੇ ਕੋਲ ਕੀ ਹੈਗਾ ਤੇ ਸਾਡੇ ਕੋਲ ਕੀ ਉਹ ਹੈਗਾ ਜਾਂ ਨਹੀਂ ਹੈਗਾ। ਤੇ ਇਹ ਜਿਹੜਾ ਸਟ੍ਰੈਸ ਹੈਗਾ, ਏਦਾਂ ਦੀ ਨੈਗੇਟਿਵ ਥਿੰਕਿੰਗ ਦਾ ਕੌਨਸਟੈਂਟਲੀ ਜਦੋਂ ਸਾਡੇ ਮਾਈਂਡ ਦੇ ਉੱਤੇ ਪ੍ਰੈਸ਼ਰ ਪੈਂਦਾ ਆ ਤੇ ਸਾਡੇ ਅੰਦਰ ਸਟ੍ਰੈਸ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ, ਬਾਡੀ ਉੱਤੇ ਵੀ ਔਰ ਮਾਈਂਡ ਉੱਤੇ ਵੀ। ਇਹਨੂੰ ਕਹਿੰਦੇ ਨੇ ਕਿ ਇਟ ਇਜ਼ ਦਾ ਕੰਟੀਨਿਊ ਪ੍ਰੈਸ਼ਰ ਆਫ ਦਾ ਨੈਗੇਟਿਵ ਥਾਟਸ ਔਨ ਆਵਰ ਬਾਡੀ ਐਂਡ ਆਵਰ ਮਾਈਂਡ। ਇਹ ਸਟ੍ਰੈਸ ਦੀ ਡੈਫੀਨੇਸ਼ਨ ਹੈ। ਤੇ ਫਿਰ ਕੀ ਹੁੰਦਾ, ਕਿਉਂਕਿ ਅਸੀਂ ਸਟ੍ਰੈਸ ਦੇ ਵਿੱਚ ਕੀ ਰਵਾਂਗੇ, ਅਸੀਂ ਡਰ ਵਿੱਚ, ਵਹਿਮਾਂ ਦੇ ਸ਼ਿਕਾਰ ਹੋਏ ਰਹਿੰਦੇ ਆ, ਫਿਕਰਾਂ ਦੇ ਸ਼ਿਕਾਰ ਹੋਏ ਰਹਿੰਦੇ ਆ, ਹਰ ਵੇਲੇ ਚਿੰਤਾ ਵਾਲੀਆਂ ਗੱਲਾਂ। ਅਸੀਂ ਇਕੱਲੇ ਵੀ ਬੈਠੇ ਆ ਤਾਂ ਵੀ ਅਸੀਂ ਚਿੰਤਾ ਵਾਲੀਆਂ, ਵਰੀ ਵਾਲੀਆਂ ਜਿਹੜੀਆਂ ਸੋਚਾਂ ਸਾਡੇ ਅੰਦਰ ਚੱਲਦੀਆਂ ਰਹਿੰਦੀਆਂ, ਜਿਹਦੇ ਨਾਲ ਸਾਡੇ ਬ੍ਰੇਨ ਦੇ ਵਿੱਚ, ਸਾਡੇ ਮਾਈਂਡ ਦੇ ਵਿੱਚ ਸਟ੍ਰੈਸ ਹਾਰਮੋਨ ਪੈਦਾ ਹੁੰਦੇ ਨੇ, ਟੈਨਸ਼ਨ ਪੈਦਾ ਹੁੰਦੀ ਆ, ਜਿਹਦੇ ਨਾਲ ਸਾਡੀ ਸਾਰੀ ਊਰਜਾ, ਸਾਡੀ ਸਾਰੀ એનર્ਜੀ, ਸਾਡੀ ਸਾਰੀ ਸ਼ਕਤੀ ਜਿਹੜੀ ਆ ਉਹ ਇਹ ਸਟ੍ਰੈਸ ਉਹਨੂੰ ਨਸ਼ਟ ਕਰ ਦਿੰਦਾ ਹੈ। ਕਿਉਂਕਿ ਜਿਹੜੀ ਸਾਡਾ ਮਾਈਂਡ ਆ, ਸਾਡੀ ਬਾਡੀ ਆ, ਉਹ ਸਾਡੀ ਇੱਕ ਊਰਜਾ ਦੇ ਨਾਲ ਸੰਚਾਲਿਤ ਹੁੰਦੀ ਆ, ਜਿਹਨੂੰ ਆਪਾਂ ਲਾਈਫ ਫੋਰਸ ਵੀ ਕਹਿ ਦਿੰਦੇ ਆ, ਡਿਵਾਈਨ એનર્ਜੀ ਵੀ ਕਹਿ ਦਿੰਦੇ ਆ, ਇਹਨੂੰ ਆਪਾਂ ਸਪਿਰਿਚੁਅਲ એનર્ਜੀ ਵੀ ਕਹਿ ਦਿੰਦੇ ਆ, ਊਰਜਾ ਕਹਿੰਦੇ ਆ, એનર્ਜੀ ਕਹਿੰਦੇ ਆ। ਇਹ ਬਾਡੀ ਤੇ ਮਾਈਂਡ ਸਾਡਾ ਦੋਨੋਂ ਊਰਜਾ ਦੇ ਨਾਲ ਚੱਲਦਾ ਆ, ਪਰ ਜਿਹੜੀ ਨੈਗੇਟਿਵ ਨੂੰ ਊਰਜਾ ਹੁੰਦੀ ਆ, ਇਹ ਸਾਡੀ ਮਾਈਂਡ ਨੂੰ ਤੇ ਸਾਡੀ ਜਿਹੜੀ ਬਿਓਲੋਜੀ ਦੀ ਊਰਜਾ ਆ, ਸਾਡੀ ਮਾਈਂਡ ਦੀ ਊਰਜਾ, ਉਹਨੂੰ ਇਹ ਨਸ਼ਟ ਕਰ ਦਿੰਦੀ ਆ, ਸੱਕ ਕਰ ਦਿੰਦੀ ਆ। ਤੇ ਫਿਰ ਕੀ ਹੁੰਦਾ, ਤੇ ਫਿਰ ਸਾਡੇ ਕੋਲੋਂ ਜਿਹੜਾ ਹੈਗਾ, ਜਿਹਨੂੰ ਅਸੀਂ ਕਹਿ ਦਿੰਦੇ ਆ ਮਾਨਸਿਕ ਤਣਾਅ ਹੋ ਗਿਆ, ਸਟ੍ਰੈਸ ਹੋ ਗਿਆ, ਤੇ ਫਿਰ ਉਹਦੇ ਨਾਲ ਸਾਨੂੰ ਡਿਪਰੈਸ਼ਨ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਸਾਇੰਟਿਸਟਾਂ ਨੇ ਪ੍ਰੂਵ ਕਰ ਦਿੱਤਾ ਕਿ ਸਭ ਤੋਂ ਪਹਿਲਾਂ ਸਟ੍ਰੈਸ ਜਿਹੜਾ ਆ ਉਹ ਸਾਡੇ ਵਿਚਾਰਾਂ ਰਾਹੀਂ ਸਾਡੇ ਮਨ ਤੇ ਸਾਡੇ ਦਿਮਾਗ ਤੇ ਉਹ ਸੋਚਾਂ ਘਰ ਬਣਾਉਂਦੀਆਂ ਨੇ, ਤੇ ਫਿਰ ਹੌਲੀ ਹੌਲੀ ਉਹਨਾਂ ਦਾ ਇਫੈਕਟ ਸਾਡੀ ਬਿਮਾਰੀਆਂ ਦੀ ਸ਼ਕਲ ਦੇ ਵਿੱਚ, ਡਿਪਰੈਸ਼ਨ ਤੇ ਐਂਜ਼ਾਈਟੀ ਤੇ ਬਲੱਡ ਪ੍ਰੈਸ਼ਰ, ਸ਼ੂਗਰ। ਪਲੀਜ਼ ਕਿਸੇ ਦਾ ਮਾਈਕ ਔਨ ਹੈ, ਪਲੀਜ਼ ਉਹਨੂੰ ਤੁਸੀਂ ਮਿਊਟ ਕਰ ਲਓ। ਤੇ ਸਟ੍ਰੈਸ ਜਿਹੜਾ ਆ ਉਹਦੇ ਨਾਲ ਫਿਰ ਸਾਡੇ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਸਾਨੂੰ ਉਹ ਬਿਮਾਰੀਆਂ ਦਿਖਾਲਣ ਲੱਗ ਜਾਂਦਾ। ਵੀ ਦੇਖੋ ਵੀ ਮੇਰੇ ਅੰਦਰ ਇਸ ਵੇਲੇ ਸਟ੍ਰੈਸ ਦੇ ਨਾਲ ਕਿਤਨਾ ਕੁਛ ਅੰਦਰ ਜ਼ਹਿਰੀਲਾਪਨ, ਟੌਕਸਿਨ ਜਿਹੜੇ ਚੱਲ ਰਹੇ ਨੇ। ਜਿਹੜਾ ਇੱਕ ਕੋਰਟੀਜ਼ੋਲ ਹਾਰਮੋਨ ਹੁੰਦਾ ਆ, ਬ੍ਰੇਨ ਦੇ ਵਿੱਚ ਰਿਲੀਜ਼ ਹੁੰਦਾ ਜਦੋਂ ਅਸੀਂ ਨੈਗੇਟਿਵ ਥਿੰਕਿੰਗ ਦੇ ਵਿੱਚ ਰਹਿੰਦੇ ਆ, ਚਿੰਤਾ ਫਿਕਰ ਦੇ ਵਿੱਚ ਰਹਿੰਦੇ ਆ। ਤੇ ਫਿਰ ਉਹਦੇ ਨਾਲ ਸਾਡੇ ਬਿਮਾਰੀਆਂ ਨੂੰ ਕਹਿ ਲਓ ਕਿ ਇਨਵੀਟੇਸ਼ਨ ਦੇਣਾ ਆ। ਜਦੋਂ ਅਸੀਂ ਸਟ੍ਰੈਸ ਨੂੰ ਹੈਂਡਲ ਨਹੀਂ ਕਰ ਪਾਉਂਦੇ ਜਾਂ ਅਸੀਂ ਸਟ੍ਰੈਸ ਨੂੰ ਰਿਕੋਗਨਾਈਜ਼ ਨਹੀਂ ਕਰਦੇ। ਇੱਕ ਮਤਲਬ ਮਨੋਵਿਗਿਆਨੀ ਹੋਇਆ ਜਿਸਦਾ ਨਾਂ ਕਾਰਟਮ ਸੀਗਾ, ਉਹਨੇ ਬਹੁਤ ਅੱਛੀਆਂ ਕਿਤਾਬਾਂ ਲਿਖੀਆਂ। ਉਹਨੇ ਇੱਕ ਗੱਲ ਬਹੁਤ ਹੀ ਜ਼ਿਆਦਾ ਅੱਛੀ ਲਿਖੀ ਆ। ਉਹ ਕਹਿੰਦਾ ਕਿ ਅੱਜ ਤੱਕ ਮਾਨਸਿਕ ਸਰੀਰਾਂ ਨੇ, ਮਤਲਬ ਮਾਨਸਿਕ ਦੁੱਖਾਂ ਨੇ ਬੰਦੇ ਨੂੰ ਸੁਸਾਈਡ ਕਰਨ ਲਈ ਮਜਬੂਰ ਨਹੀਂ ਕੀਤਾ, ਜਿੰਨਾ ਕਿ ਸਟ੍ਰੈਸ ਤੇ ਨੈਗੇਟਿਵਿਟੀ ਨੇ ਉਸਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਕਰ ਦਿੱਤਾ। ਕਿਉਂਕਿ ਦੇਖੋ, ਜਦੋਂ ਕਿਤੇ ਸਰੀਰ ਉੱਤੇ ਕੋਈ ਸੱਟ ਲੱਗ ਜਾਏ, ਕੋਈ ਚੋਟ ਲੱਗ ਜਾਏ, ਤੇ ਅਗਰ ਉਹਦਾ ਮਨ ਹੈਲਦੀ ਆ,
ਉਹ ਮੈਂਟਲ ਲੈਵਲ ਤੇ ਹੈਲਦੀ ਆ ਤੇ ਉਹਦੀ ਹੀਲਿੰਗ ਬੜੀ ਜਲਦੀ ਹੋ ਜਾਂਦੀ ਆ। ਪਰ ਜਦੋਂ ਮੈਂਟਲ ਲੈਵਲ ਤੇ ਹੀ ਅਸੀਂ ਸਿੱਕ ਹੋ ਜਾਂਦੇ ਆ, ਕਮਜ਼ੋਰ ਹੋ ਜਾਂਦੇ ਆ, ਤੇ ਉਹ ਸਾਨੂੰ ਮੈਂਟਲ ਹੈਲਥ ਦੀਆਂ ਪ੍ਰੋਬਲਮ ਸਾਨੂੰ ਸੁਸਾਈਡਲ ਵੱਲ ਨੂੰ ਲੈ ਜਾਂਦੀਆਂ। ਤੇ ਇਹ ਉਹਨੇ ਇੱਕ ਬੁੱਕ ਦੇ ਵਿੱਚ ਗੱਲ ਲਿਖੀ ਸੀਗੀ ਕਿ ਸਰੀਰਕ ਪੀੜਾਵਾਂ ਦੇ ਨਾਲ ਕਦੇ ਕਿਸੇ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਜਦ ਕਿ ਮਾਨਸਿਕ ਦੁੱਖਾਂ ਦੇ ਨਾਲ, ਮਾਨਸਿਕ ਪਰੇਸ਼ਾਨੀਆਂ ਦੇ ਨਾਲ ਬਹੁਤ ਲੋਕਾਂ ਨੇ ਆਤਮ ਹੱਤਿਆ ਕੀਤੀ ਆ। ਕਿਉਂਕਿ ਸਾਡੇ ਤਾਂ ਆਮ ਤੌਰ ਤੇ ਕਹਿ ਦਿੰਦੇ ਨੇ, ਲੈ ਜੀ ਜੇ ਮਾੜਾ ਮੋਟਾ ਕਿਸੇ ਨੂੰ ਸਟ੍ਰੈਸ ਹੋਇਆ ਨੇ ਜਾਂ ਡਿਪਰੈਸ਼ਨ ਹੋਇਆ ਨੇ ਤਾਂ ਉਹ ਲੋਕੀ ਕਹਿੰਦੇ ਐਵੇਂ ਜੀ ਇਹ ਤਾਂ ਹੁਣ ਆਲਸੀ ਹੋ ਗਿਆ, ਹਨਾ, ਇਹਦੀ ਤੇ ਆਦਤ ਬਣ ਗਈ ਹੈ, ਕੰਮ ਨਹੀਂ ਕਰਦਾ। ਅਸੀਂ ਏਦਾਂ ਦੇ ਕੁਝ ਕਮੈਂਟ ਦੇ ਕੇ ਤਾਂ ਉਸ ਗੱਲ ਨੂੰ ਅਸੀਂ ਹੌ ਪਰੇ ਕਰਦੇ ਹਾਂ, ਜਦ ਕਿ ਸਾਨੂੰ ਪਰਿਵਾਰਾਂ ਵਿੱਚ ਵੀ ਅਗਰ ਕੋਈ ਇਨਸਾਨ ਸਟ੍ਰੈਸ ਦੇ ਅੰਡਰ ਆ ਤੇ ਉਹਦੀਆਂ ਹੈਬਿਟਸ ਚੇਂਜ ਹੋ ਰਹੀਆਂ। ਮੈਂ ਇਹ ਵੀ ਦੱਸਾਂਗੀ ਅੱਗੇ ਜਾ ਕੇ ਕਿ ਅਸੀਂ ਸਟ੍ਰੈਸ ਨੂੰ ਪਹਿਚਾਣ ਕਿੱਦਾਂ ਸਕਦੇ ਆ, ਅਸੀਂ ਰਿਕੋਗਨਾਈਜ਼ ਕਿੱਦਾਂ ਕਰ ਸਕਦੇ ਆ। ਕਿਉਂਕਿ ਰਿਕੋਗਨਾਈਜ਼ ਕਰਨਾ, ਕਹਿੰਦੇ ਹੁੰਦੇ ਡਾਇਗਨੋਜ਼ ਕਰਨਾ ਕਿਸੇ ਪ੍ਰੋਬਲਮ ਦਾ 50% ਅਸੀਂ ਉਹਦੇ ਸੋਲੂਸ਼ਨ ਵੱਲ ਨੂੰ ਚਲੇ ਜਾਂਦੇ ਆ। ਤੇ ਹੁੰਦਾ ਕੀ ਕਿ ਸਾਡੇ ਮਨ ਦੇ ਵਿੱਚ, ਮੈਂ ਦੱਸਿਆ ਨਾ ਕਿ ਜਦੋਂ ਚਿੰਤਾ ਫਿਕਰ ਤਾਂ ਹੁੰਦਾ ਹੀ ਹੁੰਦਾ ਆ, ਲੇਕਿਨ ਸਾਡੇ ਮਨ ਦੇ ਵਿੱਚ ਇੱਕ ਹੋਰ ਚੀਜ਼ ਬਹੁਤ ਹੁੰਦੀ ਆ ਕਿ ਇਹੋ ਬੋਲਦਾ ਬਹੁਤ ਆ। ਜਦੋਂ ਅਸੀਂ ਇਕੱਲੇ ਵੀ ਰਹਿੰਦੇ ਆ ਤੇ ਅਸੀਂ ਆਪਣੇ ਆਪ ਦੇ ਨਾਲ ਗੱਲਾਂ ਕਰਦੇ ਰਹਿੰਦੇ ਆ। ਸਾਰੇ ਧਾਰਮਿਕ ਲੋਕਾਂ ਤੇ ਮਨੋਵਿਗਿਆਨੀਆਂ ਦਾ ਇਹ ਗੱਲ ਉਹਨਾਂ ਨੇ ਮੰਨੀ ਆ ਕਿ ਇੱਕ ਮਨ ਦੀ ਟੈਂਡੈਂਸੀ ਹੈ ਕਿ ਜਦੋਂ ਵੀ ਉਹ ਇਕੱਲਾ ਬਹਿੰਦਾ, ਜੇ ਉਹਦੇ ਕੋਲ ਪੇਪਰ ਨਹੀਂ ਹੈ, ਸੈੱਲਫੋਨ ਨਹੀਂ ਹੈ, ਟੀਵੀ ਨਹੀਂ ਹੈ ਜਾਂ ਕੋਈ ਬੰਦਾ ਨਹੀਂ ਹੈ, ਤੇ ਉਹ ਬੰਦਾ ਜਦੋਂ ਬਾਹਰੋਂ ਕਿਸੇ ਨਾਲ ਉਹਦਾ ਕੱਟ ਹੋ ਜਾਂਦਾ ਮਾਈਂਡ, ਤਾਂ ਉਹ ਆਪਣੇ ਆਪ ਦੇ ਨਾਲ ਗੱਲਾਂ ਕਰਦਾ ਲੱਗ ਪੈਂਦਾ। ਤੁਸੀਂ ਦੇਖਿਆ ਹੋਊਗਾ ਕਿ ਸੜਕਾਂ ਦੇ ਉੱਤੇ ਕਈ ਵਾਰੀ ਬੰਦੇ ਉੱਚੀ ਉੱਚੀ ਆਪਣੇ ਆਪ ਦੇ ਨਾਲ ਗੱਲਾਂ ਕਰਦੇ ਰਹਿੰਦੇ ਆ। ਕਈ ਵਾਰੀ ਇਹ ਹਰ ਇੱਕ ਨੇ ਨੋਟ ਕੀਤੀ ਹੋਗੀ ਇਹ ਗੱਲ। ਇਸ ਦਾ ਕੀ ਮਤਲਬ ਆ ਕਿ ਉਹ ਬੰਦੇ ਦੀ ਅੰਦਰਲੀ ਮਨੋਦਸ਼ਾ ਜਿਹੜੀ ਆ ਉਹ ਇਤਨੀ ਇੰਬੈਲੈਂਸ ਹੋ ਚੁੱਕੀ ਆ ਕਿ ਉਹ ਬੰਦਾ ਹੁਣ ਹਰ ਵੇਲੇ ਆਪਣੇ ਆਪ ਦੇ ਨਾਲ ਜ਼ੁਬਾਨ ਰਾਹੀਂ ਬੋਲ ਰਿਹਾ, ਕਿਉਂਕਿ ਉਹਨੂੰ ਕੋਈ ਸੁਣਨ ਵਾਲਾ ਨਹੀਂ ਹੈ। ਉਹਦੀ ਪਰੇਸ਼ਾਨੀਆਂ ਇਤਨੀਆਂ ਵੱਧ ਚੁੱਕੀਆਂ, ਉਹਦੇ ਕੋਲ ਕੋਈ ਸੋਲੂਸ਼ਨ ਨਹੀਂ ਹੈ। ਪਰ ਅਸੀਂ ਤਾਂ ਉਹਨੂੰ ਤਾਂ ਅਸੀਂ ਐਬਨੋਰਮਲ ਸੋਚਦੇ ਆ। ਪਰ ਅਗਰ ਅਸੀਂ ਵੀ ਆਪਣੇ ਆਪ ਨੂੰ ਦੇਖੀਏ ਤੇ ਅਸੀਂ ਹਰ ਬੰਦਾ ਆਪਣੇ ਮਨ ਦੇ ਨਾਲ ਆਪ ਅੰਦਰੋਂ ਅੰਦਰੀ ਗੱਲਾਂ ਕਰ ਰਿਹਾ ਹੁੰਦਾ। ਇਹ ਜਿਹੜੀਆਂ ਗੱਲਾਂ ਆਪਣੇ ਨਾਲ ਅੰਦਰੋਂ ਅੰਦਰੀ ਕਰਨਾ, ਉਹਦੇ ਵਿੱਚ ਚੱਲਦਾ ਕੀ ਆ ਭਲਾ? ਕਈ ਵਾਰੀ ਇਨਸਾਨ, ਅਸੀਂ ਆਪਣੇ ਆਪ ਨੂੰ ਜਾਂ ਦੂਜਿਆਂ ਨੂੰ ਗਾਲਾਂ ਵੀ ਕੱਢਦੇ ਆ। ਜਦੋਂ ਕਿਸੇ ਨੇ ਸਾਡੇ ਨਾਲ ਕੁਝ ਬੁਰਾ ਕੀਤਾ ਹੁੰਦਾ ਨਾ, ਤੇ ਅਸੀਂ ਉਹਨੂੰ ਉਸ ਵੇਲੇ ਤਾਂ ਕੁਝ ਕਹਿ ਨਹੀਂ ਸਕਦੇ, ਲੇਕਿਨ ਅਸੀਂ ਅੰਦਰੋਂ ਅੰਦਰੇ ਆਪਣੇ ਆਪ ਨੂੰ ਕਹਾਂਗੇ ਹੁਣ ਜਦੋਂ ਮੈਨੂੰ ਉਹ ਮਿਲੇਗਾ ਨਾ ਤੇ ਮੈਂ ਉਹਨੂੰ ਏਦਾਂ ਕਵਾਂਗਾ, ਮੈਂ ਉਹਨੂੰ ਇਸ ਗੱਲ ਦਾ ਜਵਾਬ ਏਦਾਂ ਦਊਂਗਾ। ਤੇ ਮੈਂ ਉਹਨੂੰ ਇਸ ਤਰ੍ਹਾਂ ਜਵਾਬ ਦੇਵਾਂਗਾ। ਤੇ ਜਾਂ ਫਿਰ ਕੀ ਹੁੰਦਾ ਕਿ ਜਦੋਂ ਆਪਣੇ ਆਪ ਦੇ ਵਿੱਚ ਕੋਈ ਸਾਨੂੰ ਡਰ ਲੱਗਣ ਲੱਗ ਜਾਵੇ, ਤੇ ਜਾਂ ਅਸੀਂ ਮਤਲਬ ਕਿਸੇ ਗੱਲ ਦੇ ਨਾਲ ਸਾਨੂੰ ਕੋਈ ਘਾਟਾ ਪੈ ਰਿਹਾ ਹੋਵੇ, ਜਾਂ ਸਾਡੇ ਨਾਲ ਕਿਸੇ ਨੇ ਧੋਖਾ ਕਰ ਦਿੱਤਾ ਹੋਵੇ, ਤੇ ਅਸੀਂ ਉਹਨੂੰ ਮਨ ਦੇ ਅੰਦਰ ਹੀ ਕੋਸੀ ਜਾਂਦੇ ਰਹਿੰਦੇ ਆ, ਜਾਂ ਗਾਲਾਂ ਕੱਢਦੇ ਆ, ਜਾਂ ਅਸੀਂ ਉਹਨੂੰ ਕੋਸਦੇ ਆ, ਜਾਂ ਅਸੀਂ ਮਤਲਬ ਇਹ ਕਰਦੇ ਆ ਵੀ ਜੇ ਹੁਣ ਮੈਨੂੰ ਅੱਗੇ ਤੋਂ ਮਿਲਿਆ ਨਾ, ਤਾਂ ਅਸੀਂ ਪਲਾਨਾ ਬਣਾਉਂਦੇ ਰਹਿੰਦੇ ਆ ਕਿ ਹੁਣ ਮੈਨੂੰ ਅੱਗੇ ਤੋਂ ਮਿਲੇਗਾ ਤਾਂ ਮੈਂ ਉਹਨੂੰ ਇਹ ਗੱਲ, ਉਹਦਾ ਜਵਾਬ ਏਦਾਂ ਦੇਗਾ। ਮਤਲਬ ਕਹਿਣ ਦਾ ਕਿ ਹਰ ਬੰਦਾ ਆਪਣੇ ਮਨ ਦੇ ਵਿੱਚ ਆਪਣੇ ਨਾਲ ਬੋਲਦਾ ਰਹਿੰਦਾ, ਜਿਹਨੂੰ ਮਨੋਵਿਗਿਆਨੀਆਂ ਨੇ ਇਹਨੂੰ ਕਿਹਾ ਆ ਇੰਟਰਨਲ ਮੋਨੋਲੋਗ। ਮੋਨੋਲੋਗ ਹੁੰਦੇ ਨੇ ਕਿ ਆਪਣੇ ਆਪ ਦੇ ਨਾਲ ਅੰਦਰ ਗੱਲਾਂ ਕਰਨੀਆਂ। ਤੇ ਇਹ ਜਿਹੜਾ ਸਟ੍ਰੈਸ ਆ, ਇਹਦੇ ਨਾਲ ਮੇਰਾ ਖਿਆਲ ਕੋਈ ਬੰਦਾ ਜਿਤਨੀ ਦੇਰ ਤੱਕ ਉਹ ਸੈਲਫ ਡਿਸਕਵਰੀ 'ਚ ਨਹੀਂ ਜਾਂਦਾ, ਉਹਨੂੰ ਕਦੇ ਇਸ ਗੱਲ ਦਾ ਪਤਾ ਨਹੀਂ ਲੱਗਦਾ ਕਿ ਇਹ ਜਿਹੜਾ ਮੇਰਾ ਅੰਦਰਲਾ ਮਨ ਆ, ਜਿਹੜਾ 24 ਘੰਟੇ ਬੋਲਦਾ, ਈਵਨ ਸੁੱਤਿਆਂ ਪਿਆਂ ਦੇ ਉੱਤੇ ਇਹੋ ਸੁਪਨਿਆਂ ਦੇ ਵਿੱਚ ਬੋਲਦਾ ਆ। ਇਹ ਬੋਲਣਾ ਇਹਦਾ 24 ਘੰਟੇ ਦਾ
ਇਸ ਮਨ ਨੂੰ ਸਟ੍ਰੈਸ ਦਿੰਦਾ, ਬਿਮਾਰ ਕਰਦਾ। ਗੁਰਬਾਣੀ ਵਿੱਚ ਇਸ ਗੱਲ ਨੂੰ ਇਸ ਤਰ੍ਹਾਂ ਵਿਆਖਿਆ ਕਿ ਮਨ ਅੰਤਰ ਬੋਲੇ ਸਭ ਕੋਈ, ਮਨ ਅੰਤਰ ਬੋਲੇ ਸਭ ਕੋਈ, ਮਨ ਮਾਰੇ ਬਿਨ ਭਗਤ ਨਾ ਹੋਏ। ਕਿ ਇਹ ਬੰਦਿਆ, ਤੂੰ ਆਪਣੇ ਮਨ ਦੇ ਵੱਲ ਕਦੇ ਧਿਆਨ ਨਹੀਂ ਕੀਤਾ ਕਿ ਇਹ ਕਿਸ ਤਰ੍ਹਾਂ ਬੋਲਦਾ, ਕਿੱਦਾਂ ਤੈਨੂੰ ਪਰੇਸ਼ਾਨ ਕਰਦਾ ਇਹ ਬੋਲ ਬੋਲ ਕੇ। ਅਗਰ ਅਸੀਂ ਗੌਰ ਨਾਲ ਵੇਖੀਏ ਨਾ, ਤੇ ਸੁਪਨਿਆਂ ਦੇ ਵਿੱਚ ਵੀ ਕਈ ਲੋਕ ਬੜਬੜਾਉਂਦੇ ਆ, ਕਿਉਂਕਿ ਸਾਰਾ ਦਿਨ ਉਹਦਾ ਚਿੰਤਾ, ਫਿਕਰ, ਉਦਾਸੀ, ਨਿਰਾਸ਼ਤਾ, ਇਹਨਾਂ ਭਾਵਨਾਵਾਂ ਦੇ ਨਾਲ ਉਹਦਾ ਮਨ ਭਰਿਆ ਰਹਿੰਦਾ ਆ। ਤੇ ਨੈਗੇਟਿਵਿਟੀ ਜਿਹੜੀ ਆ ਉਹ ਤਾਂ ਜ਼ਿੰਦਗੀ ਵਿੱਚ ਕੁੱਟ-ਕੁੱਟ ਕੇ ਭਰ ਪਈ ਆ ਕਿ ਚੰਗੀ ਸੋਚ ਜਾਂ ਪੋਜ਼ਿਟਿਵ ਸੋਚਣ ਲਈ ਤਾਂ ਕਿਤੇ ਉਹਦੇ ਕੋਲ ਜਗ੍ਹਾ ਹੀ ਨਹੀਂ ਹੈ। ਤੋ ਜਿਹੜਾ ਮਨ ਅੰਦਰ ਬੋਲਣਾ, 24 ਘੰਟੇ ਬੋਲਣਾ, ਇਹਨੂੰ ਗੁਰੂ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਕਿ ਮਨ ਗੰਧਲਾ ਹੋ ਗਿਆ, ਮਨ ਮੈਲਾ ਹੋ ਗਿਆ। ਤੇ ਗੁਰਬਾਣੀ ਵਿੱਚ ਇਸ ਨੂੰ ਕਿਹਾ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸਿਆ। ਸੋ ਮੈਲਾ ਕਰਨ ਵਾਲਾ ਕੌਣ ਹੈ ਇਸ ਮਨ ਨੂੰ? ਸਿਰਫ ਸਾਡੀਆਂ ਯਾਦਾਂ, ਪਾਸਟ ਦੀਆਂ ਤੇ ਫਿਊਚਰ ਦੀਆਂ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸਿਆ। ਇਹ ਗੁਰਬਾਣੀ ਨੇ ਅੰਕਿਤ ਕੀਤਾ ਕਿ ਭਾਈ ਤੂੰ ਆਪਣੇ ਮਨ ਨੂੰ ਵੇਖ, ਇਹ ਮਨ ਤੇਰਾ ਕਿਸ ਤਰ੍ਹਾਂ ਬੋਲ ਬੋਲ ਕੇ ਅੰਦਰ ਆਪਣਾ ਤੇਰਾ ਮਨ ਅਸ਼ਾਂਤ ਹੋ ਚੁੱਕਾ, ਕਿੱਦਾਂ ਗੰਦਲਾ ਹੋ ਚੁੱਕਾ ਆ। ਤੇ ਤੂੰ ਆਪਣੇ ਅਸਲੇ ਨੂੰ ਪਛਾਣ। ਮਨ, ਅਸੀਂ ਚਾਹੁੰਦੇ ਹਾਂ ਸਾਰੇ ਜਣੇ ਕਿ ਮਨ ਸਾਡਾ ਸ਼ਾਂਤ ਰਵੇ, ਮਨ ਸਾਡਾ ਸਟਿਲ ਰਵੇ, ਮਨ ਸਾਡਾ ਸਥਿਰ ਰਵੇ। ਪਰ ਅਸੀਂ ਆਪਣੇ ਵਿਚਾਰਾਂ ਨੂੰ, ਆਪਣੀਆਂ ਥਾਟਸ ਨੂੰ, ਕਹਿੰਦੇ ਨੇ ਕਿ 60 to 70,000 ਥਾਟਸ ਐਵਰੀ ਡੇ ਸਾਡੇ ਦਿਮਾਗ ਦੇ ਵਿੱਚ ਚੱਲਦੀਆਂ ਨੇ। ਤੇ ਮੈਂ ਕਹਿੰਦੀ ਹੁੰਦੀ ਇੰਨਾ ਸ਼ੁਕਰ ਹੈ ਕਿ ਉਹ ਸਾਰੀਆਂ ਸੋਚਾਂ ਨੂੰ ਸਾਡਾ ਮਨ ਪਕੜਦਾ ਨਹੀਂ ਹੈ। ਜਿਹੜਾ ਬੰਦਾ ਇਹਨਾਂ ਸੋਚਾਂ ਨੂੰ ਪਕੜਦਾ ਆ, ਉਹਦਾ ਨਾਂ ਹੀ ਜਾਂ ਉਹਨੂੰ ਹੀ ਡਿਕਲੇਅਰ ਕੀਤਾ ਜਾਂਦਾ ਕਿ ਇਹ ਪਾਗਲ ਆ। ਇਤਨੀਆਂ ਸੋਚਾਂ ਐਵਰੀ ਡੇ ਸਾਡੇ ਦਿਮਾਗ ਵਿੱਚੋਂ ਪਾਸ ਹੁੰਦੀਆਂ ਨੇ। ਤੇ ਜਿਸ ਸੋਚ ਨੂੰ ਅਸੀਂ ਪਕੜ ਲੈਂਦੇ ਆ ਤੇ ਉਹ ਸੋਚ ਸਾਡੇ ਉੱਤੇ ਹਾਵੀ ਹੋ ਜਾਂਦੀ ਆ, ਤੇ ਅਸੀਂ ਫਿਰ ਉਸਨੂੰ ਹੀ ਸੋਚਣ ਲੱਗ ਜਾਂਦੇ ਆ। ਤੇ ਇਹਨੂੰ ਮਤਲਬ ਅਨੋਲੋਜੀ ਇੱਕ ਇਸ ਤਰ੍ਹਾਂ ਵੀ ਹੈ ਕਿ ਐਕਚੁਅਲੀ ਮਨ ਦਾ ਆਪਣਾ ਅਸਲੀ ਸੁਭਾਅ ਇਹਨਾਂ ਚੀਜ਼ਾਂ ਦੇ ਵਿੱਚ ਰਹਿਣਾ ਨਹੀਂ ਹੈ। ਮਨ ਦਾ ਅਸਲੀ ਸੁਭਾਅ ਸ਼ਾਂਤ ਰਹਿਣਾ ਆ, ਸਹਿਜ ਵਿੱਚ ਰਹਿਣਾ ਆ, ਆਨੰਦ ਵਿੱਚ ਰਹਿਣਾ ਆ। ਜਿਸ ਤਰ੍ਹਾਂ ਕਿ ਪਾਣੀ ਆਪਣੇ ਅਸਲੀ ਸੁਭਾਅ ਦੇ ਵਿੱਚ, ਤੁਸੀਂ ਕਿਸੇ ਝੀਲ ਵਿੱਚ ਵੇਖੋ ਨਾ, ਤੇ ਉਹ ਪਾਣੀ ਬਿਲਕੁਲ ਸਥਿਰ ਹੁੰਦਾ, ਉਹਦੇ ਵਿੱਚ ਕਿਤੇ ਵੀ ਕੋਈ ਲਹਿਰ ਆਣ ਕੇ ਪਾਣੀ ਹਿਲਦਾ ਨਹੀਂ ਹੈ। ਲੇਕਿਨ ਜਦੋਂ ਹਵਾ ਚੱਲਦੀ ਆ, ਹਵਾ ਦੇ ਨਾਲ ਲਹਿਰਾਂ ਪੈਦਾ ਹੁੰਦੀਆਂ, ਤੇ ਉਹ ਲਹਿਰਾਂ ਜਿਹੜੀਆਂ ਹਵਾ ਕਰਕੇ ਪੈਦਾ ਹੁੰਦੀਆਂ, ਉਹ ਪਾਣੀ ਦੀ ਸਤਹ ਨੂੰ ਗੜਬੜ ਕਰ ਦਿੰਦੀਆਂ, ਹਿਲਾ ਜੁਲਾ ਦਿੰਦੀਆਂ। ਅਦਰਵਾਈਜ਼ ਪਾਣੀ ਦਾ ਅਸਲੀ ਸੁਭਾਅ ਹਮੇਸ਼ਾ ਸ਼ਾਂਤ ਹੁੰਦਾ। ਇਸੇ ਤਰ੍ਹਾਂ ਸਾਡੇ ਮਨ ਦਾ ਅਸਲੀ ਸੁਭਾਅ ਸ਼ਾਂਤ ਹੈ, ਸਹਿਜ ਆ ਤੇ ਆਨੰਦ ਆ। ਇਸੇ ਕਰਕੇ ਧਰਮ ਗ੍ਰੰਥਾਂ ਨੇ ਕਿਹਾ ਕਿ ਮਨ ਜਿਹੜਾ ਹੈ ਸਾਡਾ, ਉਹ ਸਤ ਚਿੱਤ ਆਨੰਦ ਸਰੂਪ ਹੈ। ਪਰ ਇਹਨੂੰ ਗੜਬੜ ਕੌਣ ਇਹਦੇ ਵਿੱਚ ਕਰਦਾ? ਇਹ ਸਾਡੀਆਂ ਚਿੰਤਾਵਾਂ, ਸਟ੍ਰੈਸ, ਫਿਕਰ, ਉਦਾਸੀਆਂ ਤੇ ਵਰੀਜ਼, ਡਰ। ਇਹ ਇੱਕ ਲਹਿਰਾਂ ਦਾ ਕੰਮ ਕਰਦੇ ਨੇ, ਜਿਹੜੇ ਸਾਡੇ ਮਨ ਦੇ ਵਿੱਚ ਉਥਲ ਪੁਥਲ ਹੋਣੀ ਸ਼ੁਰੂ ਹੋ ਜਾਂਦੀ ਆ। ਤੇ ਫਿਰ ਸਾਡੇ ਅੰਦਰ ਜਿਹੜੀਆਂ ਨੈਗੇਟਿਵ ਸੋਚਾਂ ਨੇ, ਉਹ ਪੋਜ਼ਿਟਿਵ ਸੋਚਾਂ ਨੂੰ ਸਟਾਪ ਕਰ ਦਿੰਦੀਆਂ ਨੇ। ਤੇ ਕੀ ਹੁੰਦਾ ਫਿਰ ਉਹਦੇ ਨਾਲ? ਇਹਨਾਂ ਦੇ ਵਾਸਤੇ ਫਿਰ ਟੈਕਨੀਕ ਹੁੰਦੀਆਂ ਕਿ ਅਸੀਂ ਮਨ ਨੂੰ ਸਟਿਲ ਤੇ ਸਾਇਲੈਂਸ ਕਿੱਦਾਂ ਕਰੀਏ। ਇਹਦੇ ਵਾਸਤੇ ਜਿਹੜੀਆਂ ਟੈਕਨੀਕ ਹੁੰਦੀਆਂ, ਜਿਵੇਂ ਕਿ ਮੈਡੀਟੇਸ਼ਨ ਹੈ ਜਾਂ ਹੋਰ ਕਈ ਗੱਲਾਂ ਆ, ਜਿਹੜੀਆਂ ਮਤਲਬ ਅਸੀਂ ਕਹਿ ਸਕਦੇ ਆ ਕਿ ਮਨ ਨੂੰ ਅਸੀਂ ਟਿਕਾਉਣਾ ਚਾਹੁੰਦੇ ਆ ਤੇ ਇਹ ਟਿਕ ਜਾਂਦਾ ਆ, ਤੇ ਮਨ ਸ਼ਾਂਤ ਹੋ ਜਾਂਦਾ ਆ। ਤੇ ਮਹਾਂਪੁਰਖਾਂ
ਜਿਹੜੇ ਹੈਗੇ ਸੰਤ ਮਹਾਂਪੁਰਖ ਆ ਜਾਂ ਮਨੋਵਿਗਿਆਨੀ ਆ, ਉਹਨਾਂ ਨੇ ਇਸ ਮਨ ਨੂੰ ਸ਼ਾਂਤ ਕਰਨ ਵਾਸਤੇ ਬਹੁਤ ਜ਼ਿਆਦਾ ਤਕਨੀਕਾਂ ਜਿਹੜੀਆਂ ਆ ਉਹ ਦੱਸੀਆਂ। ਦੇਖਿਆ ਜਾਏ ਤਾਂ ਮੈਨੂੰ ਯਾਦ ਹੈ ਕਿ ਰਜਨੀਸ਼ ਓਸ਼ੋ ਨੂੰ ਸਭ ਜਾਣਦੇ ਨੇ, ਕਿ ਜਦੋਂ ਮੈਂ ਉਹਨਾਂ ਦੀ ਸਟੱਡੀ ਕਰਦੀ ਹੁੰਦੀ ਸੀ, ਉਹਨਾਂ ਨੂੰ ਪੜ੍ਹਦੀ ਹੁੰਦੀ ਸੀ, ਤਾਂ ਉਹਨਾਂ ਨੇ ਲਿਖਿਆ, ਕਹਿੰਦੇ ਕਿ thousand of words I have been spoken towards the silence, ਕਿ ਮੈਂ ਲੋਕਾਂ ਨੂੰ ਚੁੱਪ ਕਰਾਉਣ ਲਈ ਹਜ਼ਾਰਾਂ ਲੱਖਾਂ ਸ਼ਬਦ ਬੋਲ ਦਿੱਤੇ ਨੇ। ਮੈਂ ਸਿਰਫ ਕਾਹਦੇ ਵਾਸਤੇ? ਕਿ ਬੰਦੇ ਦੇ ਮਨ ਨੂੰ ਸ਼ਾਂਤ ਕਰਨ ਲਈ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਬੰਦਾ ਹਰ ਵੇਲੇ ਸਟ੍ਰੈਸ ਤੇ ਨੈਗੇਟਿਵ ਦੇ ਵਿੱਚ ਰਹਿਣ ਦੀ ਇਹਨੂੰ ਇੱਕ ਆਦਤ ਬਣ ਜਾਂਦੀ ਆ, ਜਿਹਨੂੰ ਉਹ ਛੱਡ ਨਹੀਂ ਸਕਦਾ। ਹੁਣ ਕਹਿੰਦੇ ਹੁੰਦੇ ਨੇ, ਜਿਹੜੀ ਸਾਡੀ ਆਦਤ ਬਣ ਜਾਂਦੀ ਆ, ਆਦਤ ਜਿਹੜੀ ਆ ਜਦੋਂ ਲੰਬੇ ਸਮੇਂ ਵਾਸਤੇ ਆਦਤ ਬਣਦੀ ਆ ਤਾਂ ਉਹ ਸਾਡੀ ਪਰਸਨੈਲਿਟੀ ਬਣ ਜਾਂਦੀ ਆ। ਕਿਉਂਕਿ ਇੱਕ ਕੁਦਰਤ ਦਾ ਇੱਕ ਨਿਯਮ ਹੈ ਕਿ ਜਿਹੜੀ ਚੀਜ਼ ਦਾ ਅਸੀਂ ਅਭਿਆਸ ਜ਼ਿਆਦਾ ਕਰਦੇ ਆ, ਜੇ ਪ੍ਰੈਕਟਿਸ ਅਸੀਂ ਜ਼ਿਆਦਾ ਕਰਦੇ ਆ, ਉਹ ਗੱਲ ਜਾਂ ਉਹ ਚੀਜ਼ ਸਮਾਂ ਪਾ ਕੇ ਸਾਡੀ ਆਦਤ ਬਣ ਜਾਂਦੀ ਆ। ਜਦੋਂ ਆਦਤ ਬਣ ਜਾਂਦੀ ਆ ਫਿਰ ਉਹਨੂੰ ਛੱਡਣਾ ਬਹੁਤ ਔਖਾ ਹੋ ਜਾਂਦਾ। ਇਸੇ ਕਰਕੇ ਕਹਿੰਦੇ ਨੇ ਨਾ, ਕਈ ਵਾਰੀ ਬਾਰਿਸ਼ਾਂ ਨਾ ਆਦਤਾਂ ਜਾਂਦੀਆਂ ਨੇ, ਚਾਹੇ ਕੱਟੀਏ ਪੂਰੀਆਂ ਜੀ। ਮਤਲਬ ਹੁਣ ਸਾਡੀ ਪਰਸਨੈਲਿਟੀ ਦਾ ਹਿੱਸਾ ਬਣ ਗਈ ਚੀਜ਼। ਇਸੇ ਤਰ੍ਹਾਂ ਜਿਹੜਾ ਫਿਕਰ ਕਰਨਾ, ਨੈਗੇਟਿਵਿਟੀ, ਚਿੰਤਾ ਆ, ਇਹ ਸਾਡੀ ਇੱਕ ਹੁਣ ਆਦਤ ਬਣ ਚੁੱਕੀ ਆ, ਜਿੱਦਾਂ ਮੈਂ ਸ਼ੁਰੂ ਵਿੱਚ ਕਿਹਾ। ਜਿਹਨੂੰ ਹੁਣ ਅਸੀਂ ਕੋਈ ਬੰਦਾ ਛੱਡ ਹੀ ਨਹੀਂ ਸਕਦਾ। ਆ ਕੋਵਿਡ ਆ ਗਿਆ, ਦੇਖੋ ਹੁਣ ਹਰ ਇੱਕ ਦੇ ਕੋਲ ਕੋਵਿਡ ਦੇ ਵਿੱਚ ਨੈਗੇਟਿਵ ਗੱਲਾਂ ਇਹੀ ਬੋਲੀ ਜਾਂਦੀਆਂ। ਹਰ 24 ਘੰਟੇ ਸਾਡੇ ਅੰਦਰ ਨੈਗੇਟਿਵਿਟੀ ਕੋਵਿਡ ਦੇ ਬਾਰੇ ਚੱਲਦੀ ਰਹਿੰਦੀ ਆ। ਤੇ ਕਹਿੰਦੇ ਨੇ ਕਿ ਜਿਹੜੀ ਜ਼ਿੰਦਗੀ ਸਾਡੀ ਕਿੱਦਾਂ ਹੁੰਦੀ ਆ, ਕਿ ਸਭ ਤੋਂ ਪਹਿਲਾਂ ਜਦੋਂ ਸਾਡੀ ਪਰਸਨੈਲਿਟੀ ਬਣਦੀ ਆ, ਉਹ ਤੋਂ ਪਹਿਲਾਂ ਸਾਡਾ ਕੀ ਹੁੰਦਾ, ਸਾਡੇ ਅੰਦਰ ਮਨ ਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਕਿਸੇ ਗੱਲ ਦਾ ਖਿਆਲ ਆਉਂਦਾ। ਉਹਨਾਂ ਖਿਆਲਾਂ ਨੂੰ ਜਦੋਂ ਅਸੀਂ ਸੋਚਦੇ ਆ, ਫਿਰ ਉਹ ਸਾਡੇ ਵਿਚਾਰ ਬਣ ਜਾਂਦੇ ਨੇ। ਵਿਚਾਰਾਂ ਨੂੰ ਅਸੀਂ ਬਾਰ-ਬਾਰ ਸੋਚਦੇ ਆ, ਫਿਰ ਉਹ ਸਾਡੀ ਕਿਸਮਤ ਬਣ ਜਾਂਦੀ ਆ। ਤੇ ਫਿਰ ਕਿਸਮਤ ਜਿਹੜੀ ਆ ਉਹ ਸਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੰਦੀ ਆ। ਏਦਾਂ ਸਾਡੀ ਜ਼ਿੰਦਗੀ ਦਾ ਜਿਹੜੇ ਵਿੱਚ ਥਾਟਸ ਨੇ, ਵਿਚਾਰਾਂ ਨੇ, ਐਕਚੁਅਲੀ ਸਾਡੀ ਜ਼ਿੰਦਗੀ ਹੈ ਹੀ ਵਿਚਾਰਾਂ ਤੇ ਖੜੀ ਆ। ਵਿਚਾਰਾਂ ਦਾ ਢਾਂਚਾ ਹੀ ਸਾਡੀ ਜ਼ਿੰਦਗੀ ਆ, ਆਪਾਂ ਏਦਾਂ ਕਹਿ ਸਕਦੇ ਆ। ਕਿ ਜੇ ਬੰਦੇ ਨੂੰ ਕਹਿੰਦੇ ਦੇਖਣਾ ਹੋਵੇ ਨਾ ਵੀ ਬੰਦੇ ਦੀ ਪਰਸਨੈਲਿਟੀ ਕੀ ਆ, ਤੇ ਕਹਿੰਦੇ ਨੇ ਕਿ ਤੁਸੀਂ ਉਹਦੇ ਬੈੱਡ ਸਾਈਡ ਦੇ ਉੱਤੇ ਪਈਆਂ ਕਿਤਾਬਾਂ ਨੂੰ ਦੇਖ ਲਓ, ਕਿ ਜਿਹੋ ਜਿਹੀਆਂ ਇਨਸਾਨ ਕਿਤਾਬਾਂ ਪੜ੍ਹ ਰਿਹਾ ਹੋਊਗਾ ਨਾ, ਸਮਝ ਲਓ ਉਹੋ ਜਿਹਾ ਇਨਸਾਨ ਦੀ ਪਰਸਨੈਲਿਟੀ ਬਣ ਚੁੱਕੀ ਆ। ਤੇ ਜਾਂ ਕਹਿੰਦੇ ਹੁੰਦੇ ਨੇ ਕਿ ਬੰਦਾ ਜਿਹੜਾ ਉਹ ਆਪਣੀ ਸੁਸਾਇਟੀ ਤੋਂ ਪਛਾਣਿਆ ਜਾਂਦਾ। ਜਿਨ੍ਹਾਂ ਲੋਕਾਂ ਦੇ ਨਾਲ ਤੁਹਾਡੀ ਰਹਿਣੀ ਬਹਿਣੀ ਹੋਏਗੀ, ਜਿਨ੍ਹਾਂ ਲੋਕਾਂ ਨਾਲ ਤੁਹਾਡੀ ਫਰੈਂਡਸ਼ਿਪ ਹੋਏਗੀ, ਸਮਝ ਲਓ ਉਦਾਂ ਦਾ ਹੀ ਬੰਦਾ ਹੋਏਗਾ। ਕਹਿੰਦੇ ਹੁੰਦੇ ਨੇ ਬੰਦੇ ਨੂੰ ਪਛਾਣਨ ਲਈ ਤੁਸੀਂ ਉਹਦੇ ਆਲੇ ਦੁਆਲੇ ਲੋਕਾਂ ਦੀ ਰਹਿਣੀ ਬਹਿਣੀ ਦੇਖ ਲਓ, ਵੀ ਉਹ ਲੋਕ ਕਿੱਦਾਂ ਦੇ ਨੇ, ਉਦਾਂ ਦਾ ਹੀ ਉਹ ਇਨਸਾਨ ਹੋਏਗਾ। Man is the product of his or her environment. ਇਨਸਾਨ ਆਪਣੇ এনवायरमेंट ਦਾ ਹੀ ਪ੍ਰੋਡਕਟ ਹੁੰਦਾ ਹੈ। ਕਿਉਂਕਿ ਵਿਚਾਰ ਹੀ ਬੰਦੇ ਨੂੰ, ਬੰਦੇ ਦੀ ਜ਼ਿੰਦਗੀ ਤੇ ਪਰਸਨੈਲਿਟੀ ਬਣਾਉਂਦੇ ਆ। ਸੋ ਇੰਨਾ ਕੁ ਡਿਟੇਲ ਜਿਹੜੀ ਮੈਂ ਦਿੱਤੀ ਆ, ਇਹ ਮਨ ਤੇ ਮਨ ਦੇ ਸੁਭਾਅ ਬਾਰੇ ਦਿੱਤੀ ਆ। ਹੁਣ ਮੈਂ ਅਗਰ ਗੱਲ ਕਰਾਂ ਤੇ ਮੈਂ ਇਹ ਦੱਸਾਂਗੀ ਕਿ ਜਦੋਂ ਸਟ੍ਰੈਸ ਸਾਡੇ ਮਾਈਂਡ ਦੇ ਉੱਤੇ ਆਉਂਦਾ ਆ, ਜਾਂ ਸਟ੍ਰੈਸ ਪਹਿਲਾਂ ਆਉਂਦਾ ਕਿਉਂ ਆ, ਜਾਂ ਇਹਦੇ ਰੀਜ਼ਨ ਕੀ ਆ। ਇਹਦੇ ਰੀਜ਼ਨ ਮੈਂ ਅਗਰ ਤੁਹਾਨੂੰ ਦੱਸਾਂ, ਰੀਜ਼ਨ ਹੈਗੇ ਆ 3 ਕੇ 4 ਤਰ੍ਹਾਂ ਦੇ ਰੀਜ਼ਨ ਵੱਡੇ ਮੰਨੇ ਗਏ ਨੇ ਜ਼ਿੰਦਗੀ ਦੇ ਵਿੱਚ, ਕਿ ਜਿਨ੍ਹਾਂ ਨੂੰ ਆਪਾਂ ਸੰਖੇਪ ਵਿੱਚ ਦੱਸਾਂਗੇ ਤਾਂ ਬਹੁਤ ਟਾਈਮ ਲੱਗ ਜਾਏਗਾ। ਪਰ ਮੇਨ ਕਾਰਨ ਜਿਹੜੇ ਮੈਂ ਕਹੂੰਗੀ ਉਹ ਹੈ ਕਿ ਜਦੋਂ ਸਾਨੂੰ ਕੋਈ ਹੈਲਥ ਦੀ ਪ੍ਰੋਬਲਮ ਆਉਂਦੀ ਆ, ਕੋਈ ਡਾਕਟਰ ਸਾਡਾ ਡਾਇਗਨੋਸ ਕਰ ਦਿੰਦਾ ਕਿ ਤੈਨੂੰ ਆਹ ਬਿਮਾਰੀ ਆ, ਤੇ ਉਹਦਾ ਲੌਂਗ ਟਰਮ ਸਟ੍ਰੈਸ ਜਿਹੜਾ ਉਹ ਸਾਡੇ ਜੀਵਨ ਚ ਰਹਿੰਦਾ। ਇਹ ਮਤਲਬ ਮੈਂ ਮੇਨ ਗੱਲ ਕਰਦੀ ਹਾਂ ਕਿ ਮੇਨ ਜਿਹੜੇ ਹੁੰਦੇ ਨੇ, ਇੱਕ ਬਿਮਾਰੀਆਂ ਦਾ ਸਟ੍ਰੈਸ ਹੁੰਦਾ, ਇੱਕ ਦੂਸਰਾ ਹੁੰਦਾ ਜਿਹੜੇ ਫੈਮਿਲੀ ਕੌਨਫਲਿਕਟ, ਪਰਿਵਾਰਾਂ ਦੇ ਵਿੱਚ ਆਪਸ ਵਿੱਚ ਪਿਆਰ ਮੁਹੱਬਤ ਦਾ ਨਾ ਹੋਣਾ।
ਕਨਫਲਿਕਟ ਕ੍ਰੀਏਟਡ ਫੈਮਲੀਆਂ ਜਿਹੜੀਆਂ ਹੁੰਦੀਆਂ ਉਹਨਾਂ ਦੇ ਅੰਦਰ ਬਹੁਤ ਸਟ੍ਰੈਸ ਰਹਿੰਦਾ ਹੈ, ਕਿਉਂਕਿ ਇੱਕ ਦੂਜੇ ਨੂੰ ਉੱਥੇ ਸਮਝਿਆ ਨਹੀਂ ਜਾਂਦਾ। ਹਰ ਵੇਲੇ ਆਰਗੂ ਝਗੜਾ ਤੇ ਪਰੇਸ਼ਾਨੀਆਂ ਇਹ ਪਰਿਵਾਰਾਂ 'ਚ ਬੜੀਆਂ ਰਹਿੰਦੀਆਂ, ਜਿਹਦੇ ਨਾਲ ਸਟ੍ਰੈਸ ਜਿਹੜਾ ਆ ਉਹ ਬਹੁਤ ਪਰਿਵਾਰਾਂ 'ਚ ਆਉਂਦਾ। ਤੀਸਰਾ ਵੱਡਾ ਜਿਹੜਾ ਸਟ੍ਰੈਸ ਉਹ ਹੁੰਦਾ ਇੱਕ ਅੱਜ ਕੱਲ੍ਹ ਲੋਨਲੀਨੈਸ, ਇਕੱਲਾਪਨ। ਇਹਨੂੰ ਤਾਂ ਮੇਰਾ ਖਿਆਲ ਹੈ 90% ਲੋਕ ਹੰਢਾ ਰਹੇ ਨੇ ਇਸ ਸਟ੍ਰੈਸ ਨੂੰ। ਤੇ ਫਿਰ ਚੌਥਾ ਕਾਰਨ ਹੁੰਦਾ ਆ ਜਦੋਂ ਅੱਜ ਕੱਲ੍ਹ ਡਿਵੋਰਸ ਹੋ ਜਾਣੇ। ਡਿਵੋਰਸ ਤੋਂ ਪਹਿਲਾਂ ਵੀ ਔਰ ਡਿਵੋਰਸ ਤੋਂ ਬਾਅਦ ਵੀ। ਮੇਰਾ ਨਹੀਂ ਖਿਆਲ ਜ਼ਿੰਦਗੀ ਵਿੱਚ ਕੋਈ ਵੀ ਇੱਕ ਅੱਧਾ ਇਨਸਾਨ ਜਿਹੜਾ ਕਿ ਸ਼ਾਂਤ ਔਰ ਸਕੂਨ ਵਾਲੀ ਜ਼ਿੰਦਗੀ ਬਤੀਤ ਕਰ ਚੁੱਕਾ ਹੋਊਗਾ, ਕੋਈ ਵੀ ਨਹੀਂ। ਤੇ ਫਿਰ ਸਟ੍ਰੈਸ ਆਉਂਦਾ ਜਦੋਂ ਸਾਡੇ ਪਰਿਵਾਰ ਵਿੱਚ ਕਿਸੇ ਦੇ ਜਿਹੜੇ ਲਵਡ ਵਨ ਹੁੰਦੇ ਨੇ, ਜਿਹੜੇ ਸਾਡੇ ਨਜ਼ਦੀਕੀ ਹੁੰਦੇ ਨੇ, ਉਹਨਾਂ ਦੇ ਕਿਸੇ ਦਾ ਡੈਥ ਦਾ ਹੋ ਜਾਣਾ। ਡੈਥ ਮਤਲਬ ਜ਼ਿੰਦਗੀ ਦੇ ਵਿੱਚੋਂ ਚਲੇ ਜਾਣਾ। ਜੋ ਸਾਡੇ ਬਹੁਤ ਪਿਆਰੇ ਹੁੰਦੇ ਨੇ, ਜੋ ਸਾਡੇ ਹਾਰਟ ਦੇ ਨਜ਼ਦੀਕ ਹੁੰਦੇ ਨੇ, ਉਹਨਾਂ ਦਾ ਜ਼ਿੰਦਗੀ ਦੇ ਵਿੱਚ ਸਟ੍ਰੈਸ ਆਉਂਦਾ। ਤੇ ਇੱਕ ਜਿਹੜੇ ਦੂਜੀ ਟਾਈਪ ਦੇ ਸਟ੍ਰੈਸ ਉਹ ਹੁੰਦੇ ਨੇ ਕਿ ਸਾਡੀਆਂ ਡਿਜ਼ਾਇਰ, ਸਾਡੀਆਂ ਇੱਛਾਵਾਂ ਇਹ ਜ਼ਰੂਰਤ ਤੋਂ ਵੱਧ ਹੋ ਚੁੱਕੀਆਂ ਨੇ। ਜਿਸ ਤਰ੍ਹਾਂ ਮੈਂ ਸ਼ੁਰੂ 'ਚ ਗੱਲ ਕੀਤੀ ਸੀ ਕਿ ਜੇ ਉਹਦੇ ਕੋਲ 2 ਘਰ ਆ ਤੇ ਮੇਰੇ ਕੋਲ 3 ਹੋਣ, ਜੇ ਉਹਦੇ ਕੋਲ 2 ਗੱਡੀਆਂ ਤਾਂ ਮੇਰੇ ਕੋਲ 3 ਹੋਣ, ਜੇ ਉਹਦੇ ਕੋਲ ਬੈਂਕ ਬੈਲੈਂਸ ਇੰਨਾ ਆ ਤਾਂ ਮੇਰਾ ਇਹ ਤੋਂ ਜ਼ਿਆਦਾ ਹੋਵੇ। ਇਹਨੂੰ ਕਹਿੰਦੇ ਨੇ ਸਾਡੀ ਜ਼ਿੰਦਗੀ ਦੀਆਂ ਇੱਛਾਵਾਂ, ਕਲਪਨਾਵਾਂ ਤੇ ਵਾਸਨਾਵਾਂ, ਇਹ ਡਿਜ਼ਾਇਰ ਦੇ ਅੰਡਰ ਆਉਂਦੀਆਂ ਨੇ। ਇਹਨਾਂ ਦਾ ਸਟ੍ਰੈਸ ਸਾਡੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੀ ਬਣਿਆ ਰਹਿੰਦਾ ਆ। ਤੇ ਫਿਰ ਇੱਕ ਸਟ੍ਰੈਸ ਹੁੰਦਾ ਹੈਗਾ ਸਾਡੀ ਜ਼ਿੰਦਗੀ ਦੇ ਐਟੀਟਿਊਡ ਤੋਂ ਪੈਦਾ ਹੁੰਦਾ ਕਿ ਜਿਹੜਾ ਦੁਨੀਆ ਦੇ ਵਿੱਚ ਜਿਹੜੀ ਸਾਡੀ ਜ਼ਿੰਦਗੀ ਆ ਉਹਦੇ ਪ੍ਰਤੀ ਸਾਡਾ ਐਟੀਟਿਊਡ ਕੀ ਆ, ਪਰਸੈਪਸ਼ਨ ਕੀ ਆ, ਸਾਡਾ ਨਜ਼ਰੀਆ ਕੀ ਆ। ਕਹਿੰਦੇ ਨੇ ਨਾ ਕਿ ਕਈ ਵਾਰੀ ਜਿਹਨਾਂ ਲੋਕਾਂ ਦਾ ਨਜ਼ਰੀਆ ਪੋਜ਼ਿਟਿਵ ਹੁੰਦਾ ਉਹ ਜ਼ਹਿਰ ਨੂੰ ਵੀ ਅੰਮ੍ਰਿਤ ਵੇਖਦੇ ਆ, ਤੇ ਜਿਹਨਾਂ ਦਾ ਨਜ਼ਰੀਆ ਨੈਗੇਟਿਵ ਹੁੰਦਾ ਉਹ ਅੰਮ੍ਰਿਤ ਨੂੰ ਵੀ ਜ਼ਹਿਰ ਦੇਖਦੇ ਆ। ਇਹ ਕਾਰਨ ਬਹੁਤ ਵੱਡਾ ਆ ਸਾਡੀ ਜ਼ਿੰਦਗੀ ਦੇ ਵਿੱਚ ਕਿ ਸਾਡਾ ਨਜ਼ਰੀਆ ਕੀ ਆ ਇਸ ਲਾਈਫ ਦੇ ਪ੍ਰਤੀ ਔਰ ਲੋਕਾਂ ਦੇ ਪ੍ਰਤੀ। ਕਿਉਂਕਿ ਜ਼ਿੰਦਗੀ 'ਚ ਇਹ ਵੀ ਦੇਖਣ ਜਾਇਆ ਕਿ ਅਗਰ ਇੱਕ ਇਨਸਾਨ ਨੂੰ 2 ਜਣਿਆਂ ਨੇ ਉਹਦੀ ਬੈਕ ਬਾਈਟਿੰਗ ਕਰ ਦਿੱਤੀ, ਉਹਨੂੰ ਬੁਰਾ ਕਹਿ ਦਿੱਤਾ, ਤੇ ਅਸੀਂ ਵੀ ਉਹਦੇ ਬਾਰੇ ਉਹੀ ਨਜ਼ਰੀਆ ਬਣਾ ਲੈਂਦੇ ਆ, ਜਦ ਕਿ ਹਜੇ ਕਿ ਸਾਡੇ ਨਾਲ ਉਹਨੇ ਏਦਾਂ ਦਾ ਕੁਝ ਵੀ ਨਹੀਂ ਕੀਤਾ ਹੁੰਦਾ। ਇਹ ਹੈ ਸਾਡਾ ਨਜ਼ਰੀਆ ਦੂਸਰਿਆਂ ਨੂੰ ਦੇਖਣ ਦਾ। ਜਿੱਦਾਂ ਕਿ ਹੁਣ ਕੋਵਿਡ ਬਾਰੇ ਆ, ਇਹਦੇ ਬਾਰੇ ਵੀ 2 ਧਾਰਨਾਵਾਂ ਚੱਲ ਰਹੀਆਂ ਨੇ। ਕੋਈ ਕਹਿੰਦਾ ਆ ਕਿ ਜਿਹਨੂੰ ਇਹ ਕੁਛ ਨਹੀਂ ਹੈ, ਸਾਰਾ ਕੁਛ ਇੱਕ ਪੋਲੀਟਿਕਸ ਹੈਗੀ ਆ, ਜੋ ਵੀ ਆ, ਮਤਲਬ 2 ਧਰਾਵਾਂ ਚੱਲ ਰਹੀਆਂ ਨੇ। ਤੇ ਹੁਣ ਇਹ ਹਰ ਇੰਡੀਵਿਜੂਅਲ ਦਾ ਨਜ਼ਰੀਆ ਆ ਕਿ ਉਹ ਇਸ ਕੋਵਿਡ ਨੂੰ ਹੁਣ ਕਿੱਦਾਂ ਵੇਖ ਰਿਹਾ। ਜਿਹੜੇ ਕਹਿੰਦੇ ਨੇ ਕਿ ਹੁਣ ਛੱਡੋ ਹੁਣ 2 ਟੀਕੇ ਲਵਾ ਲਏ ਆ, ਬਹੁਤ ਆ, ਤੇ ਹੁਣ ਛੱਡੋ ਇਹਨੂੰ, ਨੈਗੇਟਿਵ, ਹੁਣ ਇਹਦੇ ਬਾਰੇ ਕੁਛ ਨਾ ਸੋਚੋ। ਇੱਕ ਇਹ ਨਜ਼ਰੀਆ ਆ। ਇੱਕ ਨਹੀਂ ਜੀ ਸਾਨੂੰ ਹੁਣ ਤੀਸਰੇ ਵੀ ਸਾਨੂੰ ਹਰ ਸਾਲ ਲਵਾਉਣੇ ਪੈਣੇ ਆ। ਇੱਕ ਇਹ ਨਜ਼ਰੀਆ ਆ। ਮਤਲਬ ਇਹ ਸਾਰੇ ਜਿਹੜੀ ਜ਼ਿੰਦਗੀ ਆ ਇਹ ਸਮੁੱਚੀ ਸਾਡੇ ਨਜ਼ਰੀਏ ਦੇ ਉੱਤੇ ਡਿਪੈਂਡ ਕਰਦੀ ਆ ਕਿ ਸਾਡਾ ਐਟੀਟਿਊਡ ਕੀ ਹੈਗਾ, ਕਿੱਦਾਂ ਅਸੀਂ ਇਸ ਜ਼ਿੰਦਗੀ ਨੂੰ ਵੇਖ ਸਕਦੇ ਆ, ਕਿੱਦਾਂ ਅਸੀਂ ਇਹਨੂੰ ਪਰਸੀਵ ਕਰ ਸਕਦੇ ਆ। ਕਿਉਂਕਿ ਹਰ ਚੀਜ਼ ਸਾਡੀ ਜਿਹੜੀ ਪਰਸੈਪਸ਼ਨ ਦੇ ਉੱਤੇ ਖੜੀ ਆ, ਹਰ ਚੀਜ਼ ਜ਼ਿੰਦਗੀ ਦੀ ਪਰਸੈਪਸ਼ਨ ਤੇ ਖੜੀ ਆ। ਕਈ ਵਾਰੀ ਦੇਖੋ ਤੁਸੀਂ ਪਰਿਵਾਰ ਦੇ ਵਿੱਚ ਹੁੰਦਾ ਕਿ ਪਰਿਵਾਰ ਦੇ ਵਿੱਚ ਨਾ ਕੋਈ ਘਟਨਾ ਘਟ ਜਾਂਦੀ ਆ ਤੇ ਉਹਨੂੰ ਇੱਕ ਬੰਦਾ ਕਹਿੰਦਾ ਲੈ ਕੁਛ ਨਹੀਂ ਹੋਇਆ, ਤੇ ਦੂਸਰਾ ਬੰਦਾ ਉਹਨੂੰ ਸੀਰੀਅਸ ਲੈ ਕੇ ਕਈ ਵਾਰੀ ਮੰਜੇ ਤੇ ਪੈ ਜਾਂਦਾ ਆ ਵੀ ਹਾਂ ਬਈ ਨਹੀਂ ਆਹ ਗੱਲ ਤਾਂ ਏਦਾਂ ਹੋ ਗਈ। ਉਹ ਜਿੱਦਾਂ ਕਹਿੰਦੇ ਹੁੰਦੇ ਨਾ, ਘਰ ਦੇ ਵਿੱਚ ਕਿਸੇ ਨੂੰ ਅੱਗ ਲੱਗ ਗਈ, 2 ਭਰਾ ਸੀਗੇ, ਤਾਂ ਇੱਕ ਭਰਾ ਬੜਾ ਖੁਸ਼ ਹੋ ਗਿਆ ਤੇ ਇੱਕ ਭਰਾ ਮੰਜੇ ਤੇ ਪੈ ਗਿਆ।
ਵੀ ਹਾਏ ਰੱਬਾ ਮੇਰੇ ਘਰ ਨੂੰ ਅੱਗ ਲੱਗ ਗਈ ਆ ਤੇ ਤਾਂ ਸਾਰਾ ਕੁਝ ਸੜ ਗਿਆ ਮੇਰਾ। ਤੇ ਉਹ ਪਿੰਡ ਦੇ ਲੋਕਾਂ ਨੇ ਪੁੱਛਿਆ ਵੀ ਕੀ ਗੱਲ ਹੋ ਗਈ, ਤੂੰ ਬੜਾ ਮਤਲਬ ਖੁਸ਼ ਆ ਤੇ ਦੂਸਰਾ ਭਰਾ ਤੇਰਾ ਮੰਜੇ ਤੇ ਜਾ ਡਿਆ। ਤੇ ਉਹ ਕਹਿਣ ਲੱਗਾ, ਕਹਿੰਦਾ ਵੀ ਦੇਖੋ ਜਿਹੜਾ ਖੁਸ਼ ਸੀਗਾ ਉਹ ਕਹਿੰਦਾ ਦੇਖੋ ਵੀ ਮੈਂ ਤਾਂ ਸਿਰਫ ਇੰਨਾ ਹੀ ਸੋਚਦਾ ਆ ਕਿ ਕਮ ਸੇ ਕਮ ਮੇਰੀ ਜ਼ਿੰਦਗੀ ਤਾਂ ਬਚ ਗਈ ਆ ਨਾ। ਅਗਰ ਘਰ ਦਾ ਸਮਾਨ ਸੜ ਗਿਆ ਤੇ ਮੇਰੀ ਜ਼ਿੰਦਗੀ ਤਾਂ ਬਚ ਗਈ ਆ, ਮੈਂ ਤੇ ਇਸ ਕਰਕੇ ਖੁਸ਼ ਆ, ਮੈਂ ਫਿਰ ਹੋਰ ਕਮਾ ਲਊਂਗਾ। ਤੇ ਜਿਹੜਾ ਮੰਜੇ ਤੇ ਪੈ ਗਿਆ ਸੀਗਾ ਉਹਨੂੰ ਇਸ ਗੱਲ ਦੀ ਮਤਲਬ ਸਮਝ ਹੀ ਨਹੀਂ ਆਈ। ਉਹ ਕਹਿੰਦਾ ਵੀ ਹਾਏ ਰੱਬਾ ਹਾਏ 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 ਮੇਰਾ ਤਾਂ ਸਾਰਾ ਕੁਝ ਹੀ ਸੜ ਗਿਆ। ਸੋ ਇਸ ਤਰ੍ਹਾਂ ਸਾਡੀ ਹਰ ਘਟਨਾ ਦੇ ਪ੍ਰਤੀ ਐਕਚੁਅਲੀ ਸਾਡਾ ਬਿਹੇਵੀਅਰ ਹੁੰਦਾ, ਨਜ਼ਰੀਆ ਹੁੰਦਾ ਕਿ ਅਸੀਂ ਜ਼ਿੰਦਗੀ ਨੂੰ ਕਿਸ ਐਟੀਟਿਊਡ ਦੇ ਨਾਲ ਵੇਖਦੇ ਹਾਂ। ਕਹਿੰਦੇ ਨਾ ਜੈਸਾ ਨਜ਼ਰੀਆ ਤੈਸੇ ਨਜ਼ਾਰੇ। ਸਾਨੂੰ ਸੰਸਾਰ ਵਿੱਚ ਉਹੀ ਕੁਛ ਦਿਸਦਾ ਆ ਜਿਵੇਂ ਦਾ ਅਸੀਂ ਦੇਖਣਾ ਚਾਹੁੰਦੇ ਹਾਂ। ਇਹਨੂੰ ਏਦਾਂ ਵੀ ਕਿਹਾ, ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ। ਸਮੁੱਚੀ ਜ਼ਿੰਦਗੀ ਬਾਰੇ, ਸਮੁੱਚੀ ਟੋਟੈਲਿਟੀ ਦੀ ਲਾਈਫ ਲਈ ਅਸੀਂ ਜਿੱਦਾਂ ਦਾ ਇਹਨੂੰ ਦੇਖਣਾ ਚਾਹੁੰਦੇ ਹਾਂ ਉਦਾਂ ਦਾ ਹੀ ਸਾਨੂੰ ਦਿਸੇਗਾ, ਕਿਉਂਕਿ ਅਸੀਂ ਹਰ ਚੀਜ਼ ਨੂੰ ਪਰਸੀਵ ਕਰਦੇ ਹਾਂ। what you perceive you believe, what you feel you attract। ਸੋ ਮੇਰਾ ਖਿਆਲ ਹੈ ਜਸਵੀਰ ਜੀ ਟਾਈਮ ਹਾਂਜੀ ਦੱਸੋ ਆਪਣੇ ਜੀ, ਟਾਈਮ ਕਾਫੀ ਹੋ ਗਿਆ ਹਾਂਜੀ ਤੇ ਗੱਲਾਂ ਬਾਤਾਂ ਤਾਂ ਹਜੇ ਰਹਿੰਦੀਆਂ ਆ, ਪਰ ਮੈਨੂੰ ਲੱਗਦਾ ਟਾਈਮ ਬਹੁਤ ਹੋ ਗਿਆ। ਅਸੀਂ ਇਹਨੂੰ ਫੇਰ ਕਰ ਸਕਦੇ ਹਾਂ ਜਾਂ ਕਿੱਦਾਂ, ਕਿਉਂਕਿ ਹਾਂ- ਜਿਹੜੇ ਸਿੰਪਟਮ ਸੀਗੇ ਉਹ ਰਹਿ ਗਏ ਆ ਕਿ ਸਟ੍ਰੈਸ ਨੂੰ ਅਸੀਂ ਰਿਕੋਗਨਾਈਜ਼ ਕਿੱਦਾਂ ਕਰ ਸਕਦੇ ਹਾਂ। ਹਾਂਜੀ ਤੁਸੀਂ ਨਾ ਇੱਕ ਵਾਰੀ ਸਮਰਾਈਜ਼ ਥੋੜਾ ਜਿਹਾ ਸਾਨੂੰ ਦੱਸ ਦਿਓ ਵੀ ਇਹਦਾ ਕਿੱਦਾਂ ਇਹ ਤੋਂ ਬਚਣਾ ਕਿੱਦਾਂ, ਮਾੜਾ ਜਿਹਾ ਉਹ ਆਪਣੇ ਲਾਸਟ 10 ਮਿੰਟ ਹੈਗੇ ਆ। ਹਾਂ ਜੇ ਹਾਂ ਹਾਂ ਸਟ੍ਰੈਸ ਨੂੰ ਹਾਂ ਕਿਵੇਂ ਸਮਰਾਈਜ਼ ਬਚਣਾ, ਬਿਲਕੁਲ। ਹਾਂ ਬਚਣਾ ਕਿਵੇਂ 1 ਮਿੰਟ ਲਈ ਤੁਸੀਂ ਮੈਨੂੰ 5 ਮਿੰਟ ਲਈ ਬ੍ਰੇਕ ਦਓਗੇ, ਜਿਹੜੀ ਮੈਂ 5 ਮਿੰਟ ਹਾਂਜੀ ਲਈ ਬ੍ਰੇਕ ਦਿਓ, ਉਹ ਮੈਂ ਹਾਂਜੀ ਸਮਰਾਈਜ਼ ਕਰਦੀ ਹਾਂ ਕਿ ਇਹਨਾਂ ਇਸ ਤੋਂ ਅਸੀਂ ਬਚ ਕਿੱਦਾਂ ਸਕਦੇ ਹਾਂ। ਹਾਂਜੀ ਉਹਨਾਂ ਚਿਰ ਮੈਂ ਠੀਕ ਹੈ, ਆਪਣੀ ਇੰਟਰੋਡਕਸ਼ਨ ਕਰਵਾ ਦਿੰਦਾ, ਬਾਕੀ ਸਾਰੇ ਜਿਹਨੇ ਮਿੱਤਰਾਂ ਮੈਂ ਸਾਡੇ ਹਾਂਜੀ ਨਾਲ ਤੁਸੀਂ ਆ ਰਹੇ। ਇੱਥੇ ਇੱਕ ਹਾਂਜੀ ਵਾਰੀ ਹਾਂਜੀ 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 ਇੰਟਰੋਡਕਸ਼ਨ ਕਰ ਦਿਓ ਹਾਂਜੀ ਤੇ ਮੈਂ 3 ਮਿੰਟ ਬਾਅਦ ਮੈਂ ਆਈ। ਠੀਕ ਹੈ ਜੀ। ਸਾਡੇ ਨਾਲ ਨਿੱਕ ਬਾਠ ਭਾਜੀ, ਹਾਂਜੀ ਇਹ ਜਸ ਚੈਨਲ ਪੰਜਾਬ ਹੈ ਆਪਣੇ USA ਦੇ ਵਿੱਚ, ਜਸ ਪੰਜਾਬੀ ਚੈਨਲ ਅਮਰੀਕਾ 'ਚ ਹੈ। ਹਾਂਜੀ ਨਿੱਕ ਭਾਜੀ ਤੁਸੀਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਸੌਰੀ ਮੈਂ ਥੋੜਾ ਬਾਹਰ ਸੀਗਾ, ਜੁਆਇਨ ਨਹੀਂ ਕਰ ਸਕਿਆ, ਡਰਾਈਵ ਕਰ ਰਿਹਾ ਸੀ। 2 ਵਾਰ ਟਰਾਈ ਕੀਤੀ, ਹੋਇਆ ਨਹੀਂ ਜੁਆਇਨ, ਪਰ ਹੁਣ ਐਗਜ਼ਿਟ ਲੈਣ ਤੋਂ ਬਾਅਦ ਜੁਆਇਨ ਹੋਇਆ। ਹਾਂਜੀ ਤੇ ਹਾਂਜੀ ਥੈਂਕਸ ਫॉर ਜੁਆਇਨਿੰਗ। ਤੇ ਇਹ ਭਾਜੀ ਆਪਣੇ ਜਸ ਚੈਨਲ ਟੀਵੀ ਨਾਲ ਜੁੜੇ ਹੋਏ ਇੱਥੇ US ਦੇ ਵਿੱਚ, ਤੇ ਇਹਨਾਂ ਦਾ ਆਪਣਾ ਪ੍ਰੋਗਰਾਮ ਵੀ ਆਉਂਦਾ ਟੀਵੀ ਤੇ, ਦਿਲ ਦੀਆਂ ਗੱਲਾਂ, ਤੇ ਉੱਥੇ ਵੀ ਜ਼ਰੂਰ ਸੁਣਨਾ ਚਾਹੀਦਾ, ਜੇ ਸੁਣਨਾ ਹੋਵੇ ਤਾਂ ਸੁਣ ਸਕਦੇ ਹੋ। ਤੇ ਸਾਡੇ ਨਾਲ ਭਾਜੀ ਕੇਵਲ ਸਿੰਘ ਬਸਰਾ। ਹਾਂਜੀ ਭਾਜੀ ਕੇਵਲ ਸਿੰਘ ਕੀ ਹਾਲ ਚਾਲ ਹੈ ਜੀ? ਠੀਕ ਹੈ ਜੀ, ਬਹੁਤ ਅੱਛਾ ਜੀ। ਹਾਂਜੀ ਹੋਰ ਕੁਝ ਕਹਿਣਾ ਬਹੁਤ ਚਾਹੋਗੇ? ਅੱਛਾ। ਨਹੀਂ, ਕਾਫੀ ਚੀਜ਼ਾਂ ਆਪਾਂ ਗੇਨ ਕਰ ਸਕਦੇ ਹਾਂ ਜੇ ਆਪਾਂ ਸੀਰੀਅਸਲੀ ਸੁਣੀਏ। ਦੇਖੋ ਇਹ ਸਾਡੀ ਲਾਈਫ ਦੇ ਵਿੱਚ ਹੈਪਨ ਤਾਂ ਹੁੰਦੀਆਂ, ਪਰ ਸਾਨੂੰ ਸਮਝ ਨਹੀਂ ਲੱਗਦੀ ਵੀ ਇਹ ਹੋ ਕੀ ਰਿਹਾ ਹੈਗਾ ਆ, ਹਨਾ। ਜਿਸ ਤਰ੍ਹਾਂ ਕਿ ਇਹਨਾਂ ਨੇ ਦੱਸਿਆ ਵੀ ਜੋ ਆਪਾਂ ਦੇਖਦੇ ਹਾਂ, ਜੋ ਆਪਾਂ ਸੋਚਦੇ ਹਾਂ, ਤੇ ਉਹੀ ਸਾਡੀ ਫਿਰ ਕਿਸਮਤ ਬਣ ਜਾਂਦੀ ਆ। ਤੇ ਉਹ ਪੁਆਇੰਟ ਜਿਹੜਾ ਹੈ ਨਾ, ਉਹ ਨੋਟ ਕਰਨ ਵਾਲਾ ਪੁਆਇੰਟ ਆ। ਆਪਾਂ ਕਹਿੰਦੇ ਵੀ ਕਿਸਮਤ ਵੀ ਕਿਸਮਤ ਕੀ ਚੀਜ਼ ਆ। ਸੋ ਅੱਜ ਜਾ ਕੇ ਇਹ ਘੁੰਡੀ ਖੁੱਲੀ ਆ ਵੀ ਆਪਾਂ ਕਿਸਮਤ ਕਹਿੰਦੇ ਕਿਹਨੂੰ ਆ ਤੇ ਕਿਸਮਤ ਬਣਦੀ ਕਿੱਦਾਂ ਆ, ਤੇ ਸ਼ੁਰੂ ਕਿੱਥੋਂ ਹੁੰਦਾ ਉਹ ਪੁਆਇੰਟ। ਸੋ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਆਪਣੇ ਨਾਲ ਹੁੰਦੀਆਂ ਆ, ਪਰ ਆਪਾਂ ਨੂੰ ਸਮਝ ਨਹੀਂ ਲੱਗਦੀ ਵੀ ਇਹ ਕੀ ਹੋ ਕੀ ਰਿਹਾ ਹੈਗਾ। ਸੋ ਜਿਸ ਲਈ ਆਪਾਂ ਡੀਪਲੀ ਇਹ ਚੀਜ਼ਾਂ ਸਾਰੀਆਂ ਸਟੱਡੀ ਕਰ ਲਵਾਂਗੇ ਤਾਂ ਮੈਨੂੰ ਮੈਂ ਦਿਆ ਵੀ ਸਾਰਿਆਂ ਦੀਆਂ ਤਕਰੀਬਨ ਪ੍ਰੋਬਲਮਾਂ ਜਿਹੜੀਆਂ ਆ, ਸਪੈਸ਼ਲੀ ਸਟਰੈਸ ਦੀਆਂ, ਠੀਕ ਹੈ ਨਾ, ਵੀ ਉਹ ਆਪਣੇ ਸੋਚਣ ਦਾ ਨਜ਼ਰੀਆ ਕੀ ਆ, ਵੀ ਇੱਕ ਚੀਜ਼ ਨੂੰ ਅਸੀਂ ਜਿੱਦਾਂ ਸੋਚਦੇ ਆ ਸਾਨੂੰ ਉਹੀ ਲੱਗਣ ਲੱਗ ਪੈਂਦੀ ਆ, ਔਰ ਉਹੀ ਸਾਡੇ ਨਾਲ ਹੈਪਨ ਹੋਣ ਲੱਗ ਪੈਂਦਾ ਫਿਰ, ਠੀਕ ਹੈ ਨਾ। ਸੋ ਸਾਨੂੰ ਸਾਰਾ ਤੋਂ ਪਹਿਲਾਂ ਆਪਣੇ ਸੋਚਣ ਦਾ ਨਜ਼ਰੀਆ ਬਦਲਣਾ ਪਏਗਾ। ਹਾਂਜੀ ਬਿਲਕੁਲ, ਚੀਜ਼ ਨੂੰ ਪੋਜ਼ਿਟਿਵ ਹੀ ਲੈਣਾ ਚਾਹੀਦਾ ਆ, ਇਹ ਉਹਨਾਂ ਦੇ ਕਹਿਣ ਦਾ ਭਾਵ ਆ। ਬਿਲਕੁਲ ਸਹੀ ਸੋ ਹੈ। ਲੈਟ ਅਸ ਸੀ ਅੱਗੇ ਕੀ ਹੋ ਰਿਹਾ। ਹਾਂਜੀ ਹਾਂਜੀ ਡਾਕਟਰ ਸੁਰਜੀਤ ਸੇਠੀ, ਤੁਸੀਂ ਵੀ ਕੁਝ ਕਹੋਗੇ? ਤੁਹਾਡੇ ਨਾਲ ਵੀ ਇਹਨਾਂ ਦੱਸਦਾ ਕਿ ਐਵਰੀ ਡੇ ਯੋਗਾ ਕਲਾਸ ਲਾਉਂਦੇ ਆ,
ਹੁਣ ਵੀ ਯੋਗਾ ਕਲਾਸ ਲੱਗੀ ਹੋਈ ਸੀ, ਜੇ ਕਿਸੇ ਨੇ ਜੁਆਇਨ ਕਰਨਾ ਹੋਵੇ ਇਹਨਾਂ ਦੀ ਯੋਗਾ ਕਲਾਸ ਇਸ ਟਾਈਮ ਤੇ ਲੱਗਦੀ, ਮਾੜਾ ਜਿਹਾ ਦੱਸੋਗੇ ਜੇਕਰ ਜੁਆਇਨ ਕਰਨਾ ਕੀ ਪ੍ਰੋਸੈਸ ਹੈ? ਹਾਂਜੀ ਜੀ ਇੰਡੀਆ ਟਾਈਮ ਦੇ ਉੱਤੇ 6 ਸਵੇਰ ਮਾਰਨਿੰਗ 6 ਤੋਂ 7:30 ਵਜੇ ਤੱਕ ਮੇਰੀ ਯੋਗਾ ਕਲਾਸ ਚੱਲਦੀ ਹੈ ਜੀ। ਕਿਸੇ ਨੇ ਵੀ ਜੁਆਇਨ ਕਰਨਾ ਹੋਵੇ ਫ੍ਰੀ ਆਫ ਕਾਸਟ ਹੈ। ਔਰ ਰਾਤ ਨੂੰ ਸਾਡਾ ਮੈਡੀਟੇਸ਼ਨ ਸੈਸ਼ਨ ਹੁੰਦਾ 9:30 ਵਜੇ ਤੋਂ 10:30 ਵਜੇ ਤੱਕ ਇੰਡੀਅਨ ਟਾਈਮ ਤੇ। ਅਜੇ ਟਾਈਮਿੰਗ ਤੁਸੀਂ ਜਰਾ ਨਾ ਪ੍ਰਿੰਟ ਕਰਕੇ ਪਾ ਦਿਓ ਸਾਰਿਆਂ ਨੂੰ। ਹਾਂਜੀ ਤੁਸੀਂ ਆਪਣੇ ਹਾਂਜੀ ਤੁਹਾਨੂੰ ਮੈਂ ਮੈਸੇਜ ਜਿਹੜਾ ਹੈ ਨਾ ਇਨਫੋਰਮੇਸ਼ਨ ਉਹ ਮੈਂ ਪਾ ਦੂੰਗਾ। ਇਨਫੋਰਮੇਸ਼ਨ ਦੇ ਉੱਤੇ ਤੁਸੀਂ ਆਹ ਸਾਰੀਆਂ ਚੀਜ਼ਾਂ ਨੋਟ ਕਰਕੇ ਨਾ ਤੇ ਉੱਥੇ ਸਾਰਿਆਂ ਨੂੰ ਫੇ ਮਤਲਬ ਰਿਸੀਵ ਹੋ ਜਾਊਗਾ। ਠੀਕ ਹੈ ਡਾਕਟਰ ਸੁਰਜੀਤ ਸੇਠੀ, ਤੁਹਾਨੂੰ ਮੈਂ ਆਪਣਾ ਨੰਬਰ ਭੇਜਤਾ, ਮੈਂ ਆਪਣੇ ਚੈਟ ਦੇ ਵਿੱਚ ਆ ਗਿਆ ਤੁਹਾਡੇ ਕੋਲੇ, ਤੁਸੀਂ ਮੈਨੂੰ ਭੇਜ ਦੇਣਾ ਇਨਫੋਰਮੇਸ਼ਨ ਜਾਂ ਫਿਰ ਠੀਕ ਹੈ ਮੈਨੂੰ ਜੀ। ਐਡ ਕਰ ਲੈਣਾ, ਜਾਂ ਹੋਇਆ ਤਾਂ ਮੈਂ ਉਹ ਆਪਣੇ ਗਰੁੱਪ ਦੇ ਵਿੱਚ ਪਾ ਦੂੰਗਾ, ਤਾਂ ਜਿਹੜੇ ਕਿਸੇ ਨੂੰ ਜੁਆਇਨ ਕਰਨਾ ਹੋਵੇ ਤਾਂ ਉਹ ਜੁਆਇਨ ਕਰ ਹਾਂਜੀ, ਸਕਦੇ ਆ। ਠੀਕ ਹੈ ਜੀ। ਹਾਂਜੀ ਸਾਰਿਆਂ ਵਾਸਤੇ ਈਜ਼ੀ ਰਹੇਗਾ ਇਸ ਤਰ੍ਹਾਂ। ਹਾਂਜੀ ਇਹ ਡਾਕਟਰ ਸੁਰਜੀਤ ਇੰਡੀਆ ਤੋਂ ਕਿਹੜੀ ਜਗ੍ਹਾ ਤੋਂ ਹੈਗੇ ਨੇ? ਇਹ ਇੰਡੀਆ ਸਿਰਸਾ ਹਰਿਆਣਾ ਤੋਂ ਜੀ। ਸਰਸਾ ਹਰਿਆਣਾ। ਓਕੇ ਜੀ, ਓਕੇ, ਹਾਂਜੀ। ਥੈਂਕ ਯੂ ਜੀ। ਜਸਵੀਰ ਜੀ ਮੈਨੂੰ ਨੰਬਰ ਮੇਰਾ ਤੁਸੀਂ ਪੜਿਆ, ਮੈਨੂੰ ਪਾਇਆ ਨੰਬਰ? ਹਾਂਜੀ ਤੁਹਾਨੂੰ ਮੈਂ ਟੈਕਸਟ ਕੀਤਾ ਸੀ ਆਪਣੇ ਗਰੁੱਪ ਚੈਟ ਦੇ ਵਿੱਚ, ਗਰੁੱਪ ਚੈਟ ਮੈਨੂੰ ਖੋਲਣਾ ਨਹੀਂ ਆਉਂਦਾ। ਟੌਪ ਤੇ ਰਾਈਟ। ਮੇਰਾ ਨੰਬਰ ਹਾਂਜੀ ਲਿਖੋ, ਮੈਨੂੰ ਨੰਬਰ ਤੇ ਹਾਂਜੀ ਭੇਜੋ ਜੀ ਤੁਸੀਂ, ਮੈਂ ਮੇਰਾ ਬੈਕ number ਹਾਂ। ਲਿਖੋ। ਹਾਂਜੀ ਹਾਂਜੀ ਤੁਸੀਂ ਆਪਣਾ ਗਰੁੱਪ ਦਾ ਨਾਮ ਦੱਸ ਦਿਓ ਨਾ ਮੈਨੂੰ, ਕਿਹੜੇ ਗਰੁੱਪ 'ਚ ਆ? ਤੁਸੀਂ ਆਪਣਾ ਨੰਬਰ ਭੇਜਣਾ, ਤੁਹਾਨੂੰ ਮੈਂ ਐਡ ਕਰ ਲੂੰਗਾ ਗਰੁੱਪ ਦੇ ਵਿੱਚ, ਤੁਸੀਂ ਆਪੇ ਹੀ ਐਡ ਕਰ ਲੈਣਾ। ਮੇਰਾ ਨੰਬਰ ਲਿਖ ਲਓ ਤੁਸੀਂ 94 ਹਾਂਜੀ 85 ਹਾਂਜੀ 86 ਹਾਂਜੀ 33 ਹਾਂਜੀ 55। ਓਕੇ 948586333355। ਹਾਂਜੀ ਹਾਂਜੀ ਇਸ ਠੀਕ ਤੇ ਹੈ ਮੈਨੂੰ ਜੀ। ਤੁਸੀਂ ਆਪਣਾ ਉਹ ਭੇਜ ਦਿਓ ਸਾਰਾ ਨਾ, WhatsApp ਕਰ ਦਿਓ, ਮੈਂ ਤੁਹਾਨੂੰ ਉਹਦੇ ਸਾਰਾ ਆਪਣੀ ਇਨਫੋਰਮੇਸ਼ਨ ਸਾਰੀ ਦੇ ਦੂੰ। ਓਕੇ ਥੈਂਕ ਯੂ। ਤੇ ਭੈਣ ਜੀ ਆ ਜੁਆਇਨ ਕਰਕੇ ਬੈਕ ਹੋ ਗਏ? ਹਾਂਜੀ ਹਾਂਜੀ ਭੈਣ ਜੀ ਕੰਟੀਨਿਊ। ਹਾਂਜੀ ਆਪਣੇ ਕੋਲੇ 5-7 ਮਿੰਟ ਹੋਰ ਹੈਗੇ, ਹਾਂਜੀ ਸਮਰਾਈਜ਼ ਦੇ ਵਿੱਚ ਤੁਸੀਂ ਕਿਵੇਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਇਨ ਫਿਊਚਰ ਦੇ ਵਿੱਚ ਸਾਰਿਆਂ ਨੂੰ, ਉਹ ਹਾਂਜੀ ਤਾਂ ਕਿ ਬਿਲਕੁਲ ਜੀ। ਹਾਂਜੀ ਹਾਂਜੀ ਦੁਬਾਰਾ ਫਿਰ ਇੱਕ ਵਾਰੀ ਮੈਂ ਸਾਰਿਆਂ ਨੂੰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਬੁਲਾਉਂਦੀ ਹਾਂ, ਕਿਉਂਕਿ ਮਾਈਂਡ ਐਕਚੁਅਲੀ ਇਸ ਦਾ ਸਬਜੈਕਟ ਜਿਹੜਾ ਆ ਉਹ ਇਤਨਾ ਹੀ ਵਾਸਟ ਆ ਜਿੰਨਾ ਕਿ ਇੱਕ ਸਮੁੰਦਰ। ਕਿਉਂਕਿ ਮਹਾਂਪੁਰਖਾਂ ਨੇ, ਸੰਤ ਜਨਾਂ ਨੇ, ਵਿਗਿਆਨਾਂ ਨੇ ਇਸ ਮਾਈਂਡ ਨੂੰ ਹੀ ਸਮਝਣ ਦੀ ਕੋਸ਼ਿਸ਼ ਕੀਤੀ ਆ ਕਿ ਸਾਨੂੰ ਪਤਾ ਚੱਲੇ ਕਿ ਇਹ ਮਾਈਂਡ ਹੈ ਕੀ ਆ, ਜਿਹੜਾ ਬੰਦੇ ਨੂੰ ਨਚਾਈ ਫਿਰਦਾ, ਆਪਾਂ ਇਹ ਕਹਿ ਸਕਦੇ ਆ, ਜਿਹੜਾ ਪਰੇਸ਼ਾਨ ਕਰੇ ਫਿਰਦਾ ਆ। ਸੋ ਜਿਵੇਂ ਮੈਂ ਗੱਲ ਕੀਤੀ ਸੀਗੀ ਕਿ ਮਾਈਂਡ ਵਿੱਚ ਹਰ ਵੇਲੇ ਇਨਸਾਨ ਦੀ ਨੈਗੇਟਿਵ ਥਿੰਕਿੰਗ, ਓਵਰ ਥਿੰਕਿੰਗ ਹੁੰਦੀ ਆ, ਜਿਹਦੇ ਵਿੱਚ ਉਹ ਕੱਲਾ ਵੀ ਬੋਲਦਾ ਔਰ ਸੁਪਨਿਆਂ ਦੇ ਵਿੱਚ ਬੁੜਬੜਾ ਕੇ ਵੀ ਬੋਲਦਾ ਆ। ਉਹਦੇ ਮਨ ਦੇ ਅੰਦਰ ਕਦੇ ਵੀ ਪੀਸ ਆਫ ਮਾਈਂਡ, ਜਿਹਨੂੰ ਕਹਿੰਦੇ ਆ ਸਟਿਲਨੈਸ ਆ, ਉਹ ਨਹੀਂ ਰਹਿੰਦੀ। ਤੇ ਜਿਹਦੇ ਵਾਸਤੇ ਜੋ ਟੈਕਨੀਕ ਇਨਵੈਂਟ ਕੀਤੀਆਂ ਗਈਆਂ ਨੇ ਧਰਮਾਂ ਦੇ ਥਰੂ ਔਰ ਸਾਇੰਸ ਦੇ ਥਰੂ, ਉਹ ਹੈਗਾ ਕਿ ਸਭ ਤੋਂ ਪਹਿਲਾਂ ਇਹਨੂੰ ਪਰਿਵਾਰ, ਜਿਹੜਾ ਅਗਰ ਕਿਸੇ ਨੂੰ ਓਵਰ ਥਿੰਕਿੰਗ ਦੇ ਨਾਲ ਉਹਦੇ ਅੰਦਰ ਬਹੁਤ ਜ਼ਿਆਦਾ ਸਟ੍ਰੈਸ ਆ ਤੇ ਉਹ ਡਿਪਰੈਸ ਰਹਿ ਰਿਹਾ, ਉਹ ਖੁਸ਼ ਨਹੀਂ ਰਹਿ ਰਿਹਾ, ਤੁਹਾਡੇ ਨਾਲ ਕੋਆਪਰੇਟ ਨਹੀਂ ਕਰ ਰਿਹਾ, ਉਹਦੀ ਜਿਹੜੀ ਵੇ ਆਫ ਲਾਈਫ ਨਾਰਮਲ ਹੈ ਉਹ ਨਾਰਮਲ ਨਹੀਂ ਹੈਗੀ, ਤੇ ਪਰਿਵਾਰ ਨੂੰ ਉਸਦੇ ਪ੍ਰਤੀ ਅਵੇਅਰਨੈਸ ਕ੍ਰੀਏਟ ਕਰਨੀ ਚਾਹੀਦੀ ਆ ਕਿ ਇਹ ਬੰਦਾ ਦਾ ਸੁਭਾਅ ਜਿਹੜਾ ਪਹਿਲਾਂ ਸੀ ਉਹ ਹੁਣ ਨਹੀਂ ਹੈ। ਕਿਉਂ ਨਹੀਂ ਹੈ? ਉਹਦੇ ਨਾਲ ਪਰਿਵਾਰ ਦੇ ਵਿੱਚ ਬੈਠ ਕੇ ਗੱਲ ਕੀਤੀ ਜਾਵੇ ਕਿ ਤੇਰੇ ਮਨ ਤੇ ਕੋਈ ਪਰੇਸ਼ਾਨੀ ਹੈ। ਕਿਉਂਕਿ ਅੱਜ ਕੱਲ ਜਿਹੜੀ ਮਤਲਬ ਖੁੱਲੀ ਓਪਨ ਕਨਵਰਸੇਸ਼ਨ ਹੈ ਨਾ ਪਰਿਵਾਰਾਂ ਦੇ ਵਿੱਚ ਬੈਠ ਕੇ ਕਰਨ ਵਾਲੀ, ਉਹ ਘਟਦੀ ਨਹੀਂ, ਮੁੱਕਦੀ ਜਾ ਰਹੀ ਹੈ। ਹਰ ਕੋਈ ਬੰਦਾ ਆਪਣੇ ਅੰਦਰ ਆਪਣੀਆਂ ਗੱਲਾਂ ਨੂੰ ਲੈ ਕੇ ਪੈਂਟ ਅਪ ਹੋ ਰਿਹਾ। ਦੂਸਰਾ ਕਹਿੰਦਾ ਕਿਉਂਕਿ ਹੁੰਦਾ ਕਿਉਂ ਏਦਾਂ? ਕਿਉਂਕਿ ਜਿਹਦੇ ਨਾਲ ਉਹ ਗੱਲ ਕਰਨ ਦੀ ਕੋਸ਼ਿਸ਼ ਕਰਦਾ, ਉਹ ਤੋਂ ਪਹਿਲਾਂ ਉਹਨੂੰ ਇੱਕ ਡਰ ਆ ਜਾਂਦਾ ਕਿ ਮੇਰੀ ਗੱਲ ਇਹ ਦੂਜੇ ਦੇ ਕੋਲ ਕਰ ਨਾ ਦੇਵੇ। ਇਹ ਬਹੁਤ ਵੱਡਾ ਇੱਕ ਹੋਰ ਡਰ ਦੇ ਉੱਪਰ ਇੱਕ ਡਰ ਆ। ਸੋ ਸਾਨੂੰ ਕੋਈ ਨਾ ਕੋਈ ਫਰੈਂਡ, ਜਿਹਨੂੰ ਆਪਾਂ ਕਹੀਏ ਫੇਥਫੁਲ ਫਰੈਂਡ, ਸਿੰਸੀਅਰ ਫਰੈਂਡ, ਸਾਨੂੰ ਉਹ ਲੱਭਣਾ ਚਾਹੀਦਾ ਆ, ਜਿਹਦੇ ਨਾਲ ਹਮੇਸ਼ਾ ਅਸੀਂ ਆਪਣੇ ਦਿਲ ਦੀ ਗੱਲ ਕੌਨਫੀਡੈਂਸ ਨਾਲ, ਕੌਨਫੀਡੈਂਸ਼ੀਅਲੀ ਉਹ ਰੱਖ ਸਕੇ। ਸਾਨੂੰ ਉਹਦੇ ਉੱਤੇ ਵਿਸ਼ਵਾਸ ਰੱਖਣਾ ਚਾਹੀਦਾ ਤੇ ਉਹਦੇ ਨਾਲ ਦਿਲ ਦੀ ਗੱਲ ਜ਼ਰੂਰ ਕਰਨੀ ਚਾਹੀਦੀ ਆ। ਸਭ ਤੋਂ ਵੱਡਾ ਜਿਹੜਾ ਇਹਦਾ ਸੋਲੂਸ਼ਨ ਹੈ ਸਟ੍ਰੈਸ ਤੋਂ ਬਾਹਰ ਨਿਕਲਣ ਦਾ, ਉਹ ਇਹ ਹੈ, ਟਾਕ ਆਊਟ ਵਿਦ ਐਨੀਬਡੀ, ਟਰਸਟਵਰਦੀ ਪਰਸਨ ਨਾਲ।
ਏਦਾਂ, ਕਿਉਂਕਿ ਲੋਕ ਫਿਰ ਜ਼ਿਆਦਾ ਸਟ੍ਰੈਸ ਵਿੱਚ ਜਾਂਦੇ ਨੇ ਜਦੋਂ ਕਿਸੇ ਉੱਤੇ ਟਰਸਟ ਰੱਖ ਕੇ ਉਹ ਗੱਲ ਤਾਂ ਕਰ ਪੈਂਦੇ ਨੇ, ਲੇਕਿਨ ਜਦੋਂ ਉਹੀ ਗੱਲ ਫੈਲ ਜਾਂਦੀ ਹੈ ਤੇ ਉਸ ਬੰਦੇ ਨੂੰ ਫਿਰ ਜ਼ਿਆਦਾ ਸਟ੍ਰੈਸ ਆ ਜਾਂਦਾ ਹੈ। ਸੋ ਇਹਦਾ ਇੱਕ ਸੋਲੂਸ਼ਨ ਹੈ ਕਿ ਫਾਈਂਡ ਆਊਟ ਟਰਸਟ ਵਰਦੀ ਫਰੈਂਡ, ਜਾਂ ਕੋਈ ਪਰਿਵਾਰਿਕ ਬੰਦਾ ਹੋਵੇ ਜਾਂ ਕੋਈ ਤੁਹਾਡਾ ਫਰੈਂਡ ਹੋਵੇ, ਕੋਈ ਰਿਸ਼ਤੇਦਾਰ ਹੋਵੇ, ਡਜ਼ਨਟ ਮੈਟਰ। ਅਗਰ ਨਹੀਂ ਹੈ ਤੇ ਤੁਸੀਂ ਇਸ ਨੂੰ ਡਾਕਟਰ ਦੇ ਨਾਲ ਵੀ, ਜਿਹੜਾ ਕਿ ਕੌਨਫੀਡੈਂਸ਼ੀਅਲ ਹੁੰਦਾ, ਉਹਦੇ ਨਾਲ ਟਾਕ ਕਰੋ। ਜ਼ਰੂਰ ਦੱਸੋ ਕਿ ਮੈਨੂੰ ਇਸ ਤਰ੍ਹਾਂ ਕਰਕੇ ਮੇਰੇ ਮਨ ਦੀਆਂ ਵਿਚਾਰਾਂ, ਨੈਗੇਟਿਵਿਟੀ, ਸਟ੍ਰੈਸ ਮੈਨੂੰ ਤੰਗ ਕਰ ਰਿਹਾ। ਫਿਰ ਇਹ ਹੁੰਦਾ ਕਿ ਤੁਸੀਂ ਕਦੇ ਆਪਣੇ ਰੁਝੇਵਿਆਂ ਦੇ ਵਿੱਚੋਂ ਤੁਸੀਂ ਬਾਹਰ ਜਾਓ ਕਿਸੇ ਫਰੈਂਡ ਦੇ ਨਾਲ, ਜਿੱਦਾਂ ਹੌਲੀਡੇਜ਼ ਤੇ ਕਹਿੰਦੇ ਹੁੰਦੇ ਆ, ਆਪਾਂ ਜਾਂਦੇ ਆ ਨਾ, ਸਾਡੇ ਪੰਜਾਬੀਆਂ ਦੇ ਵਿੱਚ ਹੌਲੀਡੇਜ਼ ਦਾ ਟ੍ਰੈਂਡ ਬਹੁਤ ਘੱਟ ਆ। ਅਸੀਂ ਜ਼ਿਆਦਾ ਪੈਸਾ ਕਮਾਉਣ ਤੇ ਲੱਗੇ ਰਹਿੰਦੇ ਆ, ਇੰਜੋਏਮੈਂਟ ਜਿਹੜਾ ਆ ਨਾ ਉਹ ਸਾਡੀ ਜ਼ਿੰਦਗੀ 'ਚ ਹੈ ਨਹੀਂ। ਪਰ ਹੁਣ ਥੋੜਾ ਥੋੜਾ ਜਿੱਦਾਂ ਲੋਕੀ ਮੈਕਸੀਕੋ ਜਾਂਦੇ ਨੇ ਜਾਂ ਇੰਡੀਆ ਜਾਣ ਦਾ ਕੋਈ ਉਹ ਹੌਲੀਡੇਜ਼ ਨਹੀਂ ਹੁੰਦੀਆਂ। ਮੈਂ ਤਾਂ, ਮੇਰਾ ਐਕਸਪੀਰੀਅੰਸ ਹੈ ਕਿ ਇੰਡੀਆ ਜਾ ਕੇ ਵੀ ਸਾਨੂੰ ਲੋਕਾਂ ਦੇ ਗਿਲੇ ਸ਼ਿਕਵੇ ਸੁਣਨੇ ਪੈਂਦੇ ਆ ਰਿਸ਼ਤੇਦਾਰਾਂ ਦੇ ਕਈ ਵਾਰੀ, ਤੇ ਉਹਦੇ ਵਿੱਚ ਵੀ ਤੁਸੀਂ ਪੂਰਾ ਮੈਂਟਲੀ ਰਿਲੈਕਸ ਨਹੀਂ ਹੁੰਦੇ। ਉੱਥੇ ਜਾ ਕੇ ਜਾਣ ਦਾ ਵੀ ਰਿਲੈਕਸ ਸਟ੍ਰੈਸ ਹੁੰਦਾ, ਆਉਣ ਦਾ ਵੀ ਸਟ੍ਰੈਸ ਹੁੰਦਾ, ਟੈਚੀ ਭਰਨ ਦਾ ਵੀ ਸਟ੍ਰੈਸ ਹੁੰਦਾ ਵੀ ਮੈਂ ਕਿਹਦੇ ਲਈ ਕੀ ਲੈ ਕੇ ਜਾਣਾ। ਸੋ ਦੈਟ ਇਜ਼ ਐਕਚੁਅਲੀ ਨਾਟ ਹੌਲੀਡੇ। ਹੌਲੀਡੇਜ਼ ਹੁੰਦੀਆਂ ਜਿੱਥੇ ਅਸੀਂ ਆਪਣੇ ਮਾਈਂਡ ਨੂੰ ਪੂਰੀ ਤਰ੍ਹਾਂ ਅਸੀਂ ਰਿਲੈਕਸੇਸ਼ਨ ਦੇ ਵਿੱਚ ਰੱਖ ਕੇ ਅਸੀਂ ਆਪਣੇ ਆਪ ਨਾਲ ਇੰਜੋਏ ਕਰ ਸਕੀਏ, ਫੈਮਿਲੀ ਨਾਲ ਇੰਜੋਏ ਕਰ ਸਕੀਏ। ਸੋ ਕਹਿਣ ਦਾ ਮਤਲਬ ਆ ਕਿ ਏਦਾਂ ਸਾਨੂੰ ਹੌਲੀਡੇ ਜ਼ਰੂਰ 6 ਮਹੀਨੇ ਬਾਅਦ, ਸਾਲ 'ਚ ਇੱਕ ਅੱਧੀ ਵਾਰੀ ਜ਼ਰੂਰ ਫੈਮਿਲੀ ਦੇ ਨਾਲ ਟ੍ਰਿਪ ਤੇ ਜਾਣਾ ਚਾਹੀਦਾ ਆ। ਫਿਰ ਇੱਕ ਤਾਂ ਇਹ ਹੁੰਦਾ ਕਿ ਹੌਲੀਡੇਜ਼ ਕੱਟੋ, ਜਾਂ ਲੋਕਲ ਵੀ ਤੁਸੀਂ ਕਿਤੇ ਰੈਸਟੋਰੈਂਟ 'ਚ ਜਾ ਕੇ ਆਪਣੇ ਫਰੈਂਡ ਦੇ ਨਾਲ ਡਿਨਰ ਕਰੋ, ਉਹਦੇ ਨਾਲ ਟਾਕ ਆਊਟ ਕਰੋ, ਤਾਂ ਬਹੁਤ ਹੀ ਅੱਛੀ ਗੱਲ ਹੋਏਗੀ। ਫਿਰ ਹੁੰਦਾ ਕਿ ਅਸੀਂ ਆਪਣੇ ਆਪ ਨੂੰ ਕਦੇ ਟਾਈਮ ਨਹੀਂ ਦਿੰਦੇ। ਸਭ ਤੋਂ ਵੱਡੀ ਪ੍ਰੋਬਲਮ ਇਹ ਆ, ਕਹਿੰਦੇ ਹੁੰਦੇ ਨੇ ਕਿ ਡੂ ਸਮਥਿੰਗ ਨਾਈਸ ਫॉर yourself। ਅਸੀਂ ਆਪਣੇ ਲਈ ਕਦੇ ਕੁਛ ਨਹੀਂ ਕਰਦੇ। ਅਸੀਂ ਪਰਿਵਾਰ ਵਾਸਤੇ ਤੇ ਜਾਂ ਪੈਸਾ ਕਮਾਉਣ ਲਈ ਜਾਂ ਦੂਜਿਆਂ ਲਈ ਅਸੀਂ 24 ਘੰਟੇ ਲੱਗੇ ਰਹਿੰਦੇ ਆ। ਆਪਣੇ ਆਪ ਲਈ ਦਿਨ ਵਿੱਚ 1 ਘੰਟਾ ਅਸੀਂ ਅਗਰ ਆਪਣੀ ਡਿਵੈਲਪਮੈਂਟ ਵਾਸਤੇ, ਕਿ ਮੈਂ ਹੁਣ ਕੁਛ ਚੰਗਾ ਪੜ੍ਹਨਾ, ਮੈਂ ਹੁਣ ਕੁਛ ਚੰਗਾ ਸੋਚਣਾ ਆ, ਮੈਂ ਕੁਛ ਚੰਗਾ ਪਲਾਨ ਕਰਨਾ, ਆਪੇ ਦੇ ਨਾਲ ਰਹਿਣਾ, ਆਪਣੇ ਸੈਲਫ ਦੇ ਨਾਲ ਰਹਿਣਾ, ਇਹ ਬਹੁਤ ਜ਼ਰੂਰੀ ਆ। ਅਗਰ ਅਸੀਂ ਦਿਨ ਵਿੱਚ, ਜਿੱਦਾਂ ਹੁਣ ਮੈਂ ਮੈਡੀਟੇਸ਼ਨਾਂ ਕਰਾਉਣੀ ਆ, ਤੁਹਾਨੂੰ ਪਤਾ ਮੈਡੀਟੇਸ਼ਨ ਦਾ ਮਤਲਬ ਹੀ ਆ ਕਿ ਆਪਣੇ ਜਸਵੀਰ ਜੀ ਦੱਸਣਗੇ ਵੀ ਕਿ ਮੈਂ ਵੀਕਲੀ ਆਨਲਾਈਨ ਜ਼ੂਮ ਦੇ ਉੱਤੇ ਮੈਡੀਟੇਸ਼ਨ ਕਰਾਉਣੀ ਆ, ਤੇ ਜਿਹਦੇ ਵਿੱਚ ਮਤਲਬ ਮੈਂ ਇਹੀ ਦੱਸਦੀ ਆ ਕਿ ਅਸੀਂ ਆਪਣੇ ਮਾਈਂਡ ਦੇ ਨਾਲ, ਆਪਣੇ ਆਪੇ ਦੇ ਨਾਲ ਰਹਿ ਕੇ ਅਸੀਂ ਮਾਈਂਡ ਨੂੰ ਕਿਵੇਂ ਸਟਿਲ ਐਂਡ ਸਾਇਲੈਂਸ ਤੇ ਕਿਵੇਂ ਇਹਨੂੰ ਸਹਿਜ ਦੇ ਵਿੱਚ ਰੱਖਣਾ ਸਿੱਖਣਾ। ਉਹ ਕਹਿੰਦੇ ਨਾ, ਕਬੀਰ ਸਾਹਿਬ ਦਾ ਸ਼ਲੋਕ ਹੈ, ਪੜ੍ਹੇ ਸੁਣੇ ਕਿਆ ਹੋਈ, ਜੇ ਸਹਿਜ ਨਾ ਮਿਲੇ ਉਹ ਸੋਈ। ਅਸੀਂ ਜਿਤਨਾ ਮਰਜ਼ੀ ਪੜ੍ਹ ਲਈਏ, ਅਗਰ ਅਸੀਂ ਸਹਿਜ ਨੇ ਡਿਵੈਲਪ ਕੀਤਾ, ਸਾਡੇ ਅੰਦਰ ਸ਼ਾਂਤੀ ਨਹੀਂ ਆਈ, ਤਾਂ ਜਿੰਨੀਆਂ ਮਰਜ਼ੀ ਡਿਗਰੀਆਂ ਲੈ ਲਈਏ ਜਾਂ ਅਸੀਂ ਜਿੰਨੀਆਂ ਧਾਰਮਿਕ ਗ੍ਰੰਥ ਪੜ੍ਹ ਲਈਏ, ਉਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਸੋ ਇਹ ਹੈਗਾ ਕਿ ਅਸੀਂ ਆਪਣੇ ਸੈਲਫ ਦੇ ਨਾਲ 1 ਘੰਟਾ ਬੈਠਣਾ, ਆਪਣੇ ਆਪ ਦੇ ਵਿੱਚ ਰਿਲੈਕਸ ਹੋਣਾ, ਜੋ ਅਸੀਂ ਮੈਡੀਟੇਸ਼ਨ ਦੇ ਵਿੱਚ ਕਰਦੇ ਆ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਟੂ ਰਿਡਿਊਸ ਦਾ ਸਟ੍ਰੈਸ। ਤੇ ਫਿਰ ਇੱਕ ਹੋਰ ਨੰਬਰ 4 ਤੇ ਆਉਂਦਾ ਕਿ ਅਸੀਂ ਜ਼ਿੰਦਗੀ ਵਿੱਚ ਕੁਝ ਵॉलंटियर ਹੀ ਕਰਨਾ ਸ਼ੁਰੂ ਕਰੀਏ, ਨਾ ਕਿ ਹਰ ਚੀਜ਼ ਸੈਲਫਿਸ਼ ਹੋ ਕੇ ਕਰੀਏ। ਨਹੀਂ ਤਾਂ ਅਸੀਂ ਇਹ ਦੇਖਦੇ ਰਹਿੰਦੇ ਆ ਕਿ ਕਿਹੜੀ ਚੀਜ਼ ਵਿੱਚੋਂ, ਕਿਸ ਕੰਮ ਵਿੱਚੋਂ ਮੈਨੂੰ ਨਫਾ ਕੀ ਹੋਏਗਾ। ਨਫਾ ਤੇ ਨੁਕਸਾਨ ਨੂੰ ਛੱਡ ਕੇ ਟੋਟਲੀ, ਜਿਹਨੂੰ ਨਿਸ਼ਕਾਮ ਸੇਵਾ ਕਿਹਾ, ਜਿਸਨੂੰ ਟੋਟਲੀ ਸੈਲਫਲੈਸ ਸੇਵਾ ਕਿਹਾ, ਉਹ ਸਾਨੂੰ ਵॉलंटियरी ਕੰਮ ਜ਼ਰੂਰ ਕਿਤੇ ਨਾ ਕਿਤੇ ਕੁਛ ਨਾ ਕੁਛ ਕਰਦੇ ਰਹਿਣਾ ਚਾਹੀਦਾ। ਉਹਦੇ ਨਾਲ ਅਸੀਂ ਸਟ੍ਰੈਸ ਤੋਂ ਦੂਰ ਰਹਿੰਦੇ ਆ, ਉਹਦੇ ਨਾਲ ਸਾਡੇ ਅੰਦਰ ਨੈਗੇਟਿਵਿਟੀ ਬਹੁਤ ਘੱਟ ਆਉਂਦੀ ਆ। ਫਿਰ ਇੱਕ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਆ ਕਿ ਲੋਕ ਸਟ੍ਰੈਸ ਨੂੰ ਘਟਾਉਣ ਲਈ ਅਲਕੋਹਲ ਯੂਜ਼ ਕਰਦੇ ਨੇ, ਜਾਂ ਲੋਕ ਡਰੱਗ ਯੂਜ਼ ਕਰਦੇ ਨੇ ਸਿਰਫ ਇਸ ਸਟ੍ਰੈਸ ਨੂੰ ਘੱਟ ਕਰਨ ਲਈ। ਪਰ ਸਾਇੰਟੀਫਿਕਲੀ ਇਹ ਪ੍ਰੂਵਨ ਚੀਜ਼ ਹੋ ਚੁੱਕੀ ਆ ਕਿ ਅਲਕੋਹਲ ਤੇ ਡਰੱਗ ਤੁਹਾਨੂੰ ਟੈਂਪਰੇਰੀ, ਜਾਂ ਈਵਨ ਦਵਾਈਆਂ ਵੀ ਜਿਹੜੀਆਂ
ਐਂਟੀ ਡਿਪਰੈਸੈਂਟ ਦਵਾਈਆਂ ਵੀ ਜਿਹੜੀਆਂ ਸਟ੍ਰੈਸ ਰਿਲੀਜ਼ ਦੀਆਂ, ਇਹ ਤੁਹਾਨੂੰ ਟੈਂਪਰੇਰੀ ਇਫੈਕਟ ਜ਼ਰੂਰ ਕਰਦੀਆਂ ਨੇ, ਪਰ ਲੌਂਗ ਟਾਈਮ ਇਹਨਾਂ ਦੇ ਸਾਈਡ ਇਫੈਕਟ ਬਹੁਤ ਜ਼ਿਆਦਾ ਨੇ, ਬਹੁਤ ਜ਼ਿਆਦਾ ਨੇ। ਤੋ ਅੱਜ ਕੱਲ੍ਹ ਦੇਖਿਆ ਜਾਂਦਾ ਕਿ ਸਪੈਸ਼ਲੀ ਮੈਨਸ ਕੈਟਾਗਰੀ ਦੇ ਵਿੱਚ ਅਲਕੋਹਲ ਤੇ ਡਰੱਗ ਦਾ ਇਸਤੇਮਾਲ ਕੀਤਾ ਜਾਂਦਾ ਸਟ੍ਰੈਸ ਨੂੰ ਰਿਲੀਜ਼ ਕਰਨ ਲਈ। ਸੋ ਇਹਨੂੰ ਅਗਰ ਅਸੀਂ ਘਟਾ ਕੇ ਆਪਣੇ ਆਪ ਨੂੰ ਸੈਲਫ ਟਾਈਮ ਦੇਣਾ ਸ਼ੁਰੂ ਕਰ ਦਈਏ, ਅਸੀਂ ਮਾਨਸਿਕ ਲੈਵਲ ਤੇ ਮਨ ਨੂੰ ਸਮਝਣ ਦੀ, ਆਤਮਾ ਨੂੰ ਸਮਝਣ ਲਈ ਅਸੀਂ ਚੰਗੀਆਂ ਕਿਤਾਬਾਂ ਪੜ੍ਹੀਏ, ਚੰਗੇ ਲੋਕਾਂ ਨਾਲ ਐਸੋਸੀਏਟ ਕਰੀਏ, ਤੇ ਸਾਡੇ ਮਾਈਂਡ ਦੀ ਥਿੰਕਿੰਗ ਦਾ ਪੈਟਰਨ ਚੇਂਜ ਹੋ ਸਕਦਾ। ਇੱਕ ਇਹ ਜਿਹੜਾ ਬਹੁਤ ਜ਼ਿਆਦਾ ਵੈਲਿਊਏਬਲ ਪੁਆਇੰਟ ਹੈ ਕਿ ਅਸੀਂ ਗੱਲਾਂ ਜ਼ਰੂਰ ਕਰਦੇ ਆ ਕਿ ਸਾਡੇ ਵਿੱਚ ਸਟ੍ਰੈਸ ਆ, ਪਰ ਉਹਨੂੰ ਦੂਰ ਕਰਨ ਦੇ ਜਿਹੜੇ ਮੈਥਡ ਹੁੰਦੇ ਨੇ ਜਾਂ ਤਰੀਕੇ ਹੁੰਦੇ ਨੇ, ਅਸੀਂ ਉਹਨਾਂ ਨੂੰ ਕਹਿ ਦਿੰਦੇ ਆ ਸਾਡੇ ਕੋਲ ਟਾਈਮ ਹੈ ਨਹੀਂ। ਅੱਜ ਕੱਲ੍ਹ ਦੇਖੋ ਮੈਡੀਟੇਸ਼ਨ ਦਾ ਟ੍ਰੈਂਡ ਇਸੇ ਕਰਕੇ ਇੰਨਾ ਜ਼ਿਆਦਾ ਵੱਧ ਗਿਆ ਕਿ ਇਹ ਘਰ ਘਰ ਅੱਜ ਕੱਲ੍ਹ ਬੱਚਿਆਂ ਨੂੰ ਵੀ ਈਵਨ ਮੈਡੀਟੇਸ਼ਨ ਸਿਖਾਉਣੀ ਪੈ ਰਹੀ ਆ, ਕਿਉਂਕਿ ਉਹਨਾਂ ਦੇ ਉੱਤੇ ਵੀ ਪੜ੍ਹਾਈ ਦਾ ਇੰਨਾ ਸਟ੍ਰੈਸ ਆ, ਉਹਨਾਂ ਦੇ ਉੱਤੇ ਕਰੀਅਰ ਬਣਾਉਣ ਦਾ ਇੰਨਾ ਸਟ੍ਰੈਸ ਆ। ਕਿਉਂਕਿ ਜੋ ਕਈ ਵਾਰੀ ਪੇਰੈਂਟਸ ਚਾਹੁੰਦੇ ਨੇ ਕਿ ਸਾਡਾ ਬੱਚਾ ਆ ਬਣੇ, ਪਰ ਬੱਚਾ ਦੇ ਵਿੱਚੋਂ ਇੰਨੀ ਯੋਗਤਾ ਨਹੀਂ ਹੁੰਦੀ, ਉਹ 'ਚ ਇੰਨੀ ਐਬਿਲਿਟੀ ਨਹੀਂ ਹੁੰਦੀ, ਤੇ ਸਵਾ ਉਹਦੇ ਬੱਚੇ ਨੂੰ ਇਹਨਾਂ ਗੱਲਾਂ ਦਾ ਸਟ੍ਰੈਸ, ਪੇਰੈਂਟਸ ਦੇ ਵੱਲੋਂ ਪ੍ਰੈਸ਼ਰ ਪੈਣਾ, ਇਹਦਾ ਸਟ੍ਰੈਸ ਜਿਹੜੀ ਬੱਚਿਆਂ ਨੂੰ ਪੁੱਛ ਕੇ ਵੇਖੋ ਕਿ ਉਹਨਾਂ ਦੀ ਲਾਈਫ 'ਚ ਕਿੰਨਾ ਆ। ਇਸ ਕਰਕੇ ਅੱਜ ਕੱਲ੍ਹ ਇਹ ਸਕੂਲਾਂ ਦੇ ਵਿੱਚ ਵੀ ਈਵਨ ਬਹੁਤ ਸਾਰੇ ਸਕੂਲ ਆ ਜਿਨ੍ਹਾਂ ਵਿੱਚ ਇਹ ਚੀਜ਼ ਸਟਾਰਟ ਹੋ ਗਈ ਆ ਕਿ ਸਟੂਡੈਂਟ ਨੂੰ ਵੀ ਮੈਡੀਟੇਸ਼ਨ ਸਿਖਾਈ ਜਾਵੇ, ਔਰ ਸਿਖਾਈ ਜਾ ਰਹੀ ਆ, ਜਿਨ੍ਹਾਂ ਦੇ ਨਾਲ ਉਹਨਾਂ ਦਾ ਸਟ੍ਰੈਸ ਲੈਵਲ ਜਿਹੜਾ ਆ ਉਹ ਘਟਦਾ ਆ। ਤੇ ਫਿਰ ਕੀ ਹੁੰਦਾ ਸੀ ਇਸ ਤੋਂ ਜ਼ਿਆਦਾ, ਅਗਰ ਇਹ ਚੈੱਕ ਕਰਾਓ ਕਿ ਕਈ ਵਾਰੀ ਸਟ੍ਰੈਸ ਜਿਹੜਾ ਆ ਉਹ ਤੁਹਾਨੂੰ ਡਿਪਰੈਸ਼ਨ ਤੇ ਐਂਜ਼ਾਇਟੀ 'ਚ ਪਾ ਦਿੰਦਾ, ਤੇ ਜੇ ਡਾਕਟਰ ਤੁਹਾਨੂੰ ਕਹਿੰਦਾ ਆ ਕਿ ਇਹ ਕੋਈ ਕਲੀਨਿਕਲ ਜਾਂ ਹਾਰਮੋਨਲ ਪ੍ਰੋਬਲਮ ਆ, ਤੇ ਫਿਰ ਸਾਨੂੰ ਅਗਰ ਟੈਂਪਰੇਰੀ ਥੋੜੀ ਦੇਰ ਲਈ ਦਵਾਈ ਲੈਣੀ ਵੀ ਪੈਂਦੀ ਆ, ਤੇ ਸਾਨੂੰ ਉਹ ਲੈਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ। ਪਰ ਜੇ ਉਦੋਂ ਲੈਣੀ ਚਾਹੀਦੀ ਹੈ ਜਦੋਂ ਤੱਕ ਨੈਚੁਰਲ ਮੈਥਡ ਜਿਹੜੇ ਨੇ, ਜਿਸ ਤਰ੍ਹਾਂ ਕਿ ਮੈਂ ਦੱਸਿਆ ਮੈਡੀਟੇਸ਼ਨ ਦੇ ਵਿੱਚ ਅਸੀਂ ਬਰੀਥਿੰਗ ਕਰਾਣੀ ਆ, ਮੈਂ ਉਹਦੇ ਵਿੱਚ ਵਿਜ਼ੂਅਲਾਈਜੇਸ਼ਨ ਹੁੰਦੀ ਆ, ਇਮੈਜੀਨੇਸ਼ਨ ਟੈਕਨੀਕਸ ਹੁੰਦੀਆਂ ਨੇ, ਕਿੱਦਾਂ ਅਸੀਂ ਮਾਈਂਡ ਤੇ ਬਾਡੀ ਨੂੰ ਰਿਲੈਕਸ ਕਰਨਾ ਹੁੰਦਾ, ਕਿੱਦਾਂ ਅਸੀਂ ਆਪਣੀ ਸੋਲ ਨਾਲ ਕਨੈਕਟ ਕਰਦੇ ਆ। ਜਦੋਂ ਅਸੀਂ ਹਾਇਰ ਸੈਲਫ ਨਾਲ, ਸੋਲ ਨਾਲ ਕਨੈਕਟ ਕਰਦੇ ਆ, ਤੇ ਸਾਡਾ ਸਟ੍ਰੈਸ ਆਟੋਮੈਟਿਕਲੀ ਨੈਚੁਰਲ ਵੇ ਦੇ ਨਾਲ ਇਹ ਰਿਡਿਊਸ ਹੋਣਾ ਸ਼ੁਰੂ ਹੋ ਜਾਂਦਾ ਆ। ਤੇ ਫਿਰ ਸਾਨੂੰ ਦਵਾਈਆਂ ਦੀ ਕੀ ਲੋੜ ਆ? ਦਵਾਈਆਂ ਦੀ ਲੋੜ ਉਦੋਂ ਪੈਂਦੀ ਆ ਜਦੋਂ ਅਸੀਂ ਇੱਕ ਕਰੋਨਿਕ ਪ੍ਰੋਬਲਮ ਬਣ ਜਾਂਦੀ ਆ, ਜਦੋਂ ਅਸੀਂ ਪਹਿਲਾਂ ਇਹਨੂੰ ਇਗਨੋਰ ਕੀਤਾ ਹੁੰਦਾ, ਤੇ ਜਦੋਂ ਫਿਰ ਇਹ ਬਲੱਡ ਪ੍ਰੈਸ਼ਰ ਤੇ ਡਾਇਬਟੀਜ਼ ਦੇ ਵਿੱਚ, ਐਂਗਜ਼ਾਇਟੀ ਦੇ ਵਿੱਚ, ਆਰਥਰਾਈਟਿਸ ਦੇ ਵਿੱਚ, ਹਾਰਟ ਡਿਜ਼ੀਜ਼ ਦੇ ਵਿੱਚ ਇਹ ਸਟ੍ਰੈਸ ਟਰਨ ਓਵਰ ਨਹੀਂ ਹੋ ਜਾਂਦਾ, ਉਦੋਂ ਤੱਕ ਸਾਡੀਆਂ ਅੱਖਾਂ ਹੀ ਨਹੀਂ ਖੁੱਲਦੀਆਂ। ਤੇ ਫਿਰ ਉੱਥੇ ਜਦੋਂ ਡਾਕਟਰ ਦੇ ਸਾਹਮਣੇ ਜਾ ਕੇ ਸਾਨੂੰ ਆਪਣਾ ਆਪ ਸੁੱਟਣਾ ਪੈਂਦਾ, ਤੇ ਫਿਰ ਜੇ ਤੁਸੀਂ ਉਹਨਾਂ ਦੀਆਂ ਦਵਾਈਆਂ ਨਾ ਖਾਓਗੇ ਤਾਂ ਡਾਕਟਰ ਕਹਿੰਦੇ ਸਾਡੇ ਕੋਲ ਆਓ ਨਾ, ਫਿਰ ਜੇ ਸਾਡਾ ਕਹਿਣਾ ਨਹੀਂ ਮੰਨਣਾ। ਸੋ ਇਹ ਗੱਲਾਂ ਜਿਹੜੀਆਂ ਜੇ ਅਸੀਂ ਸ਼ੁਰੂ ਤੋਂ ਹੀ ਅਵੇਅਰਨੈਸ ਕ੍ਰੀਏਟ ਕਰੀਏ ਆਪਣੀ, ਜਿੱਥੋਂ ਕਹਿੰਦੇ ਹੁੰਦੇ ਆ ਬੂਟਾ ਹਮੇਸ਼ਾ ਕਿਸੇ ਬੀਜ ਤੋਂ ਪੈਦਾ ਹੁੰਦਾ, ਬੀਜ ਤੋਂ ਹੀ ਦਰਖਤ ਬਣਦਾ ਆ। ਪ੍ਰੋਬਲਮ ਆ ਸਟ੍ਰੈਸ ਇੱਕ ਸਾਡਾ ਬੀਜ ਆ, ਜਿੱਥੋਂ ਬਾਕੀ ਬਿਮਾਰੀਆਂ ਤੇ ਪ੍ਰੋਬਲਮਾਂ ਸ਼ੁਰੂ ਹੁੰਦੀਆਂ। ਤੇ ਜੇ ਅਸੀਂ ਬੀਜ ਨੂੰ ਹੀ ਰਿਕੋਗਨਾਈਜ਼ ਕਰ ਲਈਏ, ਤਾਂ ਬੀਜ ਨੂੰ ਹੀ ਸ਼ੁਰੂ ਤੋਂ ਸਾੜ ਸਿੱਟੀਏ, ਤੋੜ ਸਿੱਟੀਏ, ਦਫਨਾ ਸਿੱਟੀਏ, ਤੇ ਫਿਰ ਭਲਾ ਉੱਥੋਂ ਦਰਖਤ ਬਣੇਗਾ ਹੀ ਕਿੱਦਾਂ? ਦਰਖਤ ਤਾਂ ਬਣੇਗਾ ਜਦੋਂ ਤੱਕ ਉਹਨੂੰ ਬਿਮਾਰੀਆਂ ਦਾ ਫਰੂਟ ਨਹੀਂ ਲੱਗਣ ਲੱਗ ਜਾਂਦਾ, ਉਦੋਂ ਤੱਕ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਸਟ੍ਰੈਸ ਵਿੱਚ ਸੀਗੇ। ਸੋ ਇਹ ਫਿਰ ਹੈਗਾ ਇੱਕ ਹੋਰ ਪੁਆਇੰਟ ਹੈ, ਹਾਂ ਸਟ੍ਰੈਸ ਨੂੰ ਦੂਰ ਕਰਨ ਲਈ ਐਕਸਰਸਾਈਜ਼, ਜਿਹੜੀ ਕਿ ਸਾਡੇ ਲੋਕਾਂ ਕੋਲ ਟਾਈਮ ਹੀ ਨਹੀਂ ਹੈ। ਜਿਤਨਾ ਸਟ੍ਰੈਸ ਐਕਸਰਸਾਈਜ਼ ਨਾਲ ਰਿਡਿਊਸ ਹੁੰਦਾ, ਕਿਸੇ ਚੀਜ਼ ਨਾਲ ਵੀ ਨਹੀਂ ਹੁੰਦਾ। ਉਸ ਵੇਲੇ ਸਾਡੇ ਅੰਦਰ ਐਂਡੋਰਫਿਨ ਜਿਹੜਾ ਆ ਉਹ ਹਾਰਮੋਨਸ, ਸੈਰੋਟੋਨਿਨ, ਇਹ ਸਾਰੇ ਹਾਰਮੋਨਸ ਹੁੰਦੇ ਨੇ ਜਿਹੜੇ ਸਾਨੂੰ ਵੈਲ ਬੀਇੰਗ ਲਈ ਮਦਦ ਕਰਦੇ ਨੇ, ਸਾਡੇ ਮਨ ਨੂੰ ਖੁਸ਼ ਰੱਖਦੇ ਨੇ, ਸਰੀਰ ਨੂੰ ਤੰਦਰੁਸਤ ਰੱਖਦੇ ਨੇ। ਤੇ ਐਕਸਰਸਾਈਜ਼ ਦੇ ਨਾਲ ਸਾਡੇ ਉਹ ਹਾਰਮੋਨਸ ਬ੍ਰੇਨ ਰਿਲੀਜ਼ ਕਰਦਾ, ਜਿਹਦੇ ਨਾਲ ਅਸੀਂ ਹੈਲਦੀ ਤੇ ਸਟ੍ਰੈਸ ਫ੍ਰੀ ਲਾਈਫ ਜੀ ਸਕਦੇ ਹਾਂ। ਸੋ ਮੇਰਾ ਖਿਆਲ ਹੈ ਕਾਫੀ ਪੁਆਇੰਟ ਹੋ ਗਏ ਨੇ। ਅਗਰ ਇਹਨਾਂ ਵਿੱਚੋਂ ਕੋਈ ਬੰਦਾ 1 ਜਾਂ 2 ਪੁਆਇੰਟ ਵੀ ਯੂਜ਼ ਕਰ ਲਏ ਆਪਣੀ ਲਾਈਫ ਦੇ ਵਿੱਚ, ਤੇ
ਬੜੇ ਹੀ ਹੈਲਪਫੁਲ ਹੋ ਸਕਦੇ ਆ। ਓਕੇ ਸੋ ਅਗਰ ਕਿਸੇ ਦਾ ਕੋਈ ਸਵਾਲ ਹੈ ਮਾੜਾ ਮੋਟਾ ਤੇ ਕਰ ਸਕਦੇ ਆ ਜੇ ਟਾਈਮ ਦੇ ਮੁਤਾਬਕ, ਅਦਰਵਾਈਜ਼ ਇਹਦੀਆਂ ਕੀ ਨਿਸ਼ਾਨੀਆਂ ਨੇ ਉਹ ਥੋੜਾ ਜਿਹਾ ਲੰਬਾ ਆ ਕਿ ਸਾਡੇ ਫਿਜ਼ੀਓਲੋਜੀਕਲੀ ਕਿੱਦਾਂ ਅਸਰ ਪੈਂਦਾ ਨਾ, ਸਾਡਾ ਬਿਹੇਵੀਅਰਲੀ ਇਹਦੇ ਉੱਤੇ ਕਿੱਦਾਂ ਅਸਰ ਪੈਂਦਾ ਆ, ਉਹ ਨਿਸ਼ਾਨੀਆਂ ਕੀ ਹੁੰਦੀਆਂ ਨੇ, ਇਹ ਫਿਰ ਲੰਬਾ ਹੋ ਜਾਣੀ ਗੱਲ। ਹਾਂਜੀ, ਅਗਰ ਤੁਸੀਂ ਉਹ- ਚਾਹੋਗੇ ਤਾਂ ਅਸੀਂ ਦੁਬਾਰਾ ਕਰ ਸਕਦੇ ਆ। ਹਾਂਜੀ, ਉਹ ਆਪਾਂ ਨੈਕਸਟ ਸੈਸ਼ਨ ਤੇ ਕਰ ਲਾਂਗੇ ਕਦੇ ਤੇ, ਪਰ ਇਹ ਬਹੁਤ ਵਧੀਆ ਤੁਸੀਂ ਇਨਫੋਰਮੇਸ਼ਨ ਦਿੱਤੀ ਸਾਨੂੰ, ਤਾਂ ਕਿ ਸਾਰੇ ਆਈ ਹੋਪ ਅੰਡਰਸਟੈਂਡ ਕਰਨ ਤੇ ਆਪਣੀ ਲਾਈਫ ਖੁਸ਼ਹਾਲ ਬਣਾਓ। ਤੇ ਇਹ ਤੋਂ ਪਹਿਲਾਂ ਆਪਣੇ ਕੋਲ ਲਾਸਟ 1-2 ਮਿੰਟ 'ਚ ਕਿਸੇ ਹੋਰ ਕਿਸੇ ਦਾ ਕੁਐਸਚਨ ਹੋਵੇ ਹਾਂਜੀ please ਜਸਵੀਰ ਦੱਸ ਜੀ, ਸਕਦੇ ਹੋ। ਹਾਂਜੀ ਹਾਂਜੀ ਜਸਵੀਰ ਜੀ, ਹਾਂਜੀ, ਨਿਕ ਭਾਜੀ ਆਪ- ਫਰੋਮ ਜਸ ਹਾਂਜੀ। ਪੰਜਾਬੀ ਚੈਨਲ। ਹਾਂਜੀ ਹਾਂਜੀ ਮੈਡਮ ਸਤਿ ਸ੍ਰੀ ਅਕਾਲ ਜੀ, ਮੈਂ ਨਿਕ ਬਾਠ ਜਸ ਪੰਜਾਬੀ USA ਤੋਂ ਜੀ। ਜੀ, ਸੋ ਸਤਿ ਸ਼੍ਰੀ ਅਕਾਲ। ਮੈਂ ਜਸਵੀਰ ਜੀ ਹੁਣਾਂ ਕੋਲੋਂ ਤੁਹਾਡਾ ਫੋਨ ਨੰਬਰ ਲਿਆ ਵਾ, ਅਸੀਂ ਇੱਕ ਐਪੀਸੋਡ ਤੁਹਾਡਾ ਆਪਣੇ ਚੈਨਲ ਤੇ ਵੀ ਕਰਾਂਗੇ, ਕਿਉਂਕਿ ਸਾਡਾ ਜਸ ਪੰਜਾਬੀ ਕੈਨੇਡਾ ਲਾਂਚ ਹੋ ਰਿਹਾ ਬਹੁਤ ਜਲਦੀ, 1-2 ਸ਼ੋਅ ਸ਼ੁਰੂ ਹੋ ਗਏ ਨੇ। ਸੋ ਅਸੀਂ ਤੁਹਾਨੂੰ ਇਨ ਟੱਚ ਹੋਵਾਂਗੇ ਤੇ ਤੁਹਾਡਾ ਇੱਕ ਐਪੀਸੋਡ ਅਸੀਂ ਜ਼ਰੂਰ ਆਪਣੇ ਚੈਨਲ ਤੇ ਵੀ ਕਰਾਂਗੇ। ਥੈਂਕ ਯੂ ਸੋ ਮਚ, ਥੈਂਕ ਯੂ। ਓਕੇ ਥੈਂਕ ਯੂ एवरीवन, ਹੋਰ ਥੈਂਕਸ ਮਚ। ਹਾਂਜੀ, ਹੋਰ ਕੋਈ ਕੁਐਸਚਨ ਹੋਵੇ, ਨਹੀਂ ਤਾਂ ਫਿਰ ਆਪਾਂ ਜੇਕਰ ਕੁਐਸਚਨ ਹੈ ਤੇ ਜ਼ਰੂਰ ਹਾਂਜੀ ਪਲੀਜ਼ ਕਲੀਅਰ ਕਰੋ, ਕਿਉਂਕਿ ਹਾਂਜੀ। ਇਹ ਸਬਜੈਕਟ ਹੀ ਸਾਡੀ ਜ਼ਿੰਦਗੀ ਦਾ ਮੇਨ ਸਬਜੈਕਟ ਹੈ ਉਹ। ਹਾਂਜੀ ਹਾਂਜੀ, ਮੈਨੂੰ ਇੱਕ ਗੱਲ ਤੁਹਾਡੀ ਬਹੁਤ ਅਦਰ ਵਧੀਆ ਲੱਗੀ ਸੀ। ਦੈਨ ਹਾਂਜੀ। ਜਸਵੀਰ ਜੀ, ਜਿਹੜੀਆਂ ਯੋਗਾ ਕਲਾਸਿਸ ਲੱਗਦੀਆਂ ਨੇ ਇਹਨਾਂ ਦੀਆਂ ਜ਼ੂਮ ਦੇ ਉੱਪਰ ਜੋ ਵੀ ਆ ਉਹ ਇਨਫੋਰਮੇਸ਼ਨ ਦੇ ਉੱਪਰ ਜ਼ਰੂਰ ਸ਼ੇਅਰ ਕਰ ਦਿਓ ਜਿੰਨੀ ਜਲਦੀ ਹੋ ਸਕੇ, ਸੋ ਕੋਈ ਵੀ ਹਾਂਜੀ। ਇਸ ਦਾ ਫਾਇਦਾ ਲੈਣਾ ਚਾਹੁੰਦੇ ਨੇ ਲੈ ਲੈਣ। ਠੀਕ ਹੈ, ਹਾਂ ਮੈਨੂੰ ਇਨਫੋਰਮੇਸ਼ਨ ਆ ਗਈ ਹੈ ਮੇਰੇ ਕੋਲੇ ਡਾਕਟਰ ਸੁਰਜੀਤ ਸੇਠੀ ਵੱਲੋਂ। ਡਾਕਟਰ ਸੁਰਜੀਤ ਸੇਠੀ, ਕੀ ਮੈਂ ਉਹਨੂੰ ਪਾ ਸਕਦਾ ਆਪਣੇ ਗਰੁੱਪ ਦੇ ਵਿੱਚ? ਹਾਂਜੀ ਹਾਂਜੀ ਪਾ ਸਕਦੇ ਹੋ, ਬਿਲਕੁਲ ਫ੍ਰੀ ਹੈ ਜੀ ਸਾਰਾ। ਓਕੇ, ਮੈਂ ਆਪਣੇ ਗਰੁੱਪ 'ਚ ਮੈਂ ਹੁਣੇ ਐਡ ਕਰ ਦਿੰਦਾ ਤੁਹਾਡੇ ਕਹਿਣ ਦੇ ਮੁਤਾਬਿਕ, ਤਾਂ ਕਿ ਕਿਸੇ ਨੇ ਐਡ ਆਉਣਾ ਹੋਵੇ ਤਾਂ ਤੁਹਾਡੇ ਨੈਕਸਟ ਟਾਈਮ ਜੁਆਇਨ ਕਰ ਸਕਦੇ ਆ। ਠੀਕ ਹੈ ਸਰ, ਥੈਂਕ ਯੂ ਸਰ। ਓਕੇ ਠੀਕ ਹੈ ਜੀ। ਹਾਂਜੀ ਹਰ ਆਪਣੇ ਕੇਵਲ ਜੀ ਤੁਸੀਂ ਬੋਲੋ ਕੁਝ। ਕੇਵਲ ਜੀ। ਹਾਂਜੀ ਹਾਂਜੀ, ਹੋਰ ਵੀ ਕਿਸੇ ਨੂੰ ਮੌਕਾ ਦਿੱਤਾ ਜਾਵੇ। ਹਾਂ, ਉਹ ਮੇਰੇ ਖਿਆਲ ਸੀ ਮੈਂ ਤਾਂ ਉਹ ਦੱਸ ਦਿੱਤੇ ਹੈਗੇ ਆ। ਸੋ everything is fine, we can learn lot from these all things. ਇਹ ਚੀਜ਼ਾਂ ਅਸੀਂ ਬੜਾ ਕੁਝ ਸਿੱਖ ਸਕਦੇ ਹਾਂ ਤੇ ਆਪਣੀ ਲਾਈਫ ਦੇ ਵਿੱਚ ਟੈਨਸ਼ਨ ਘੱਟ ਕਰਕੇ ਤੇ ਟੈਨਸ਼ਨ ਘੱਟ ਕਰਨ ਤੋਂ ਬਾਅਦ ਬਿਮਾਰੀਆਂ ਘੱਟ ਕਰ ਸਕਦੇ ਆ। ਜੋ ਮੇਨ ਅੱਜ ਦੀ ਗੱਲ ਦਾ ਮੈਂ ਕੱਢਿਆ ਹੈਗਾ ਨਿਚੋੜ, ਉਹ ਨਿਚੋੜ ਇਹੀ ਆ, ਟੈਨਸ਼ਨਾਂ ਜੇ ਖਤਮ ਕਰ ਦਈਏ ਤੇ ਬਿਮਾਰੀਆਂ ਆਪਣੇ ਆਪ ਹੀ ਖਤਮ ਹੋ ਜਾਣੀਆਂ ਤੇ ਅਸੀਂ ਇੱਕ ਹੈਲਦੀ ਲਾਈਫ ਜੀ ਸਕਦੇ ਹਾਂ। ਪਰ ਪਤਾ ਲੱਗ ਜਾਏ ਵੀ ਟੈਨਸ਼ਨ ਕੀ ਆ, ਪਹਿਲਾਂ ਪਤਾ ਲੱਗ ਜਾਏ ਵੀ ਟੈਨਸ਼ਨ ਹੁੰਦੀ ਕਿੱਦਾਂ, ਟੈਨਸ਼ਨ ਦੀਆਂ ਨਿਸ਼ਾਨੀਆਂ ਤੁਸੀਂ ਦੱਸ ਦਿਓ। ਨੈਕਸਟ ਟਾਈਮ ਆਪਾਂ ਇਹ ਡਿਸਕਸ ਕਰਾਂਗੇ ਵੀ ਟੈਨਸ਼ਨ ਦੀਆਂ ਨਿਸ਼ਾਨੀਆਂ ਕਿੱਦਾਂ ਹੁੰਦੀਆਂ, ਦੂਜੇ ਨੂੰ ਕਿੱਦਾਂ ਪਤਾ ਲੱਗਦਾ ਆ। ਹਾਂ, ਕਿਉਂਕਿ ਇਹ ਬਹੁਤ ਜ਼ਰੂਰੀ ਕੁਐਸਚਨ ਸੀਗਾ ਉਹ। ਹਾਂਜੀ, ਤੇ ਉਹ ਇਹ ਫਿਰ ਆਪਾਂ ਹੁਣ ਮੈਨੂੰ ਲੱਗਦਾ ਆ ਨੈਕਸਟ ਸੈਸ਼ਨ ਦੇ ਵਿੱਚ ਇਹ ਰੱਖਾਂਗੇ, ਆਪਾਂ ਦੁਬਾਰਾ ਫੇਰ ਕਰ ਲਾਂਗੇ। ਹਾਂਜੀ ਠੀਕ ਹੈ। ਹਾਂਜੀ ਹਾਂਜੀ, ਤੇ ਪਰ ਬਹੁਤ ਵਧੀਆ ਇੰਜੋਏ ਕੀਤਾ ਸਾਰਿਆਂ ਨੇ। ਥੈਂਕਸ एवरीवन ਤੇ ਫॉर ਤੁਸੀਂ ਮੇਰੇ ਮੈਡੀਟੇਸ਼ਨ ਵੱਲੋਂ ਜੀ ਤੁਸੀਂ ਰਿਕੁਐਸਟ ਕਰੋ ਸਾਰਿਆਂ ਨੂੰ, ਤੁਸੀਂ ਪਾਉਂਦੇ ਹੀ ਹੋ ਕਿ ਐਵਰੀ ਵੀਕ ਜਿਹੜਾ ਸਵੇਰੇ ਮਾਰਨਿੰਗ ਦੇ ਵਿੱਚ ਤੁਹਾਡਾ 12 ਹੁੰਦਾ, ਮੇਰਾ 10 ਵਜੇ ਹੁੰਦਾ ਐਵਰੀ ਸੰਡੇ। ਤੇ ਤੁਸੀਂ ਉਹ ਮੈਡੀਟੇਸ਼ਨ ਦੇ ਵਿੱਚ ਮੈਂ ਡਿਫਰੈਂਟ ਟੈਕਨੀਕ ਯੂਜ਼ ਕਰਦੀ ਹਾਂ ਔਰ ਇਸੇ ਤਰ੍ਹਾਂ ਟਾਕ ਵੀ ਕਰਦੀ ਹਾਂ, ਤੇ ਤਾਂ ਕਿ ਸਾਨੂੰ ਪੂਰੀ ਮਾਈਂਡ ਦੀ ਬਣਤਰ ਬੇਸਿਕ ਇਹਦਾ ਸਮਝ ਆ ਜਾਏ। ਇਹ ਕਿੱਦਾਂ ਕੋਰਿਲੇਟਡ ਹੈਗੀ ਸਾਡੀ ਸੋਲ, ਮਾਈਂਡ ਤੇ ਬਾਡੀ, ਇਹਨਾਂ ਤਿੰਨਾਂ ਦਾ ਆਪਸ ਵਿੱਚ ਕਿੱਦਾਂ ਇੰਟਰਲੇਕਟ ਹੈਗੇ ਨੇ। ਇਹ ਸਾਰਾ ਇਸੇ ਤਰ੍ਹਾਂ ਦਾ ਜਿਹੜੀ ਨੌਲੇਜ ਆ ਉਹ ਮੈਂ ਸ਼ੇਅਰ ਕਰਦੀ ਹਾਂ, ਫਿਰ ਮੈਡੀਟੇਸ਼ਨ ਕਰਾਉਣੀ ਆ। ਤੇ ਉਹਦੇ ਵਿੱਚ ਵੀ ਤੁਸੀਂ ਜੋ ਵੀ ਚਾਹਵਾਨ ਹੈ ਉਹ ਤੁਸੀਂ ਜੁਆਇਨ ਕਰ ਸਕਦੇ ਹੋ। ਹਾਂਜੀ, ਮੈਂ ਉਹ ਡਾਕਟਰ ਮਿਸੇਸ ਕੋਚ ਸਾਹਿਬ ਕੁਝ ਕਹਿਣਾ ਚਾਹ ਰਹੇ ਆ, ਆਪਾਂ ਉਹਨਾਂ ਦੇ ਵੀ ਵਿਚਾਰ ਸੁਣਨਾ ਚਾਹੁੰਦੇ ਆ। ਹਾਂਜੀ 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 ਡਾਕਟਰ ਸਾਹਿਬ ਬੋਲੋ ਕੁਝ। Hello. नहीं, it was बहुत सोनी, very beautiful, very nice talk, very informative. Oh yes, how to recognize it very important. So ਤੁਸੀਂ ਉਹ ਜ਼ਰੂਰ sessions ਜਲਦੀ ਰੱਖੋ so that you know ਪਤਾ ਤਾਂ ਲੱਗੇ ਨਾ ਕਿਸੇ ਨੂੰ stress। ਹਾਂਜੀ, that ਬਹੁਤ ਵਧੀਆ talk। all we will can be take a benefit for the next class, I think. So that's the most important. Because ਕਹਿੰਦੇ ਹੁੰਦੇ ਨਾ ਜਿੰਨੇ ਦੇਰ ਤੱਕ ਡਾਇਗਨੋਸ ਨਹੀਂ ਹੁੰਦਾ ਕਿਸੇ ਬਿਮਾਰੀ ਦਾ ਆਪਾਂ ਟ੍ਰੀਟ ਨਹੀਂ ਕਰ ਸਕਦੇ। Exactly, ਤੁਸੀਂ ਸਾਰਾ ਕੁਝ ਦੱਸਿਆ।
कि it's very important to recognize ਕਈ ਵਾਰੀ ਪਤਾ ਹੀ ਨਹੀਂ ਲੱਗਦਾ ਕਿ ਕਿਸੇ ਨੂੰ ਕੁਝ ਸਟ੍ਰੈਸ ਹੈ। ਜੀ ਬਿਲਕੁਲ Secondly, I think ਤੁਹਾਡੀ ਜਿਹੜੀ ਤੁਸੀਂ ਦੱਸੀਆਂ ਦੀਆਂ to remove stress, I think also it's important ਕਿ as at least ਜਿਹੜਾ ਸਾਡਾ social group ਹੈ in western countries, ਸਾਨੂੰ we can, I think they also contribute to the stress for each other. See, ਜਿਹੜਾ ਆਪਸ ਮਿਲਣਾ ਜੁਲਣਾ ਕਿਸੇ ਕੋਲ ਟਾਈਮ ਨਹੀਂ ਹੈ, like you said, ਇਹ ਉਹ ਪਹਿਲੇ ਜ਼ਮਾਨੇ ਚ ਤੁਸੀਂ ਕਹਿੰਦੇ ਨਾ ਘੱਟ ਹੁੰਦਾ ਸੀ ਸਟ੍ਰੈਸ, ਲੋਕੀ ਇੱਕ ਦੂਸਰੇ ਨੂੰ ਮਿਲਦੇ ਸੀ, ਟਾਈਮ ਸੀ, ਔਰ ਕਿਸੇ ਦੀ ਇਸ ਤਰ੍ਹਾਂ ਹੁਣ ਜੇ ਕਿਸੇ ਨੇ ਆਣਾ ਹੁੰਦਾ ਜਨਰਲੀ ਸਪੀਕਿੰਗ, ਉਹ ਇੰਨੀ ਸਟ੍ਰੈਸ ਹੋ ਜਾਂਦੀ ਸਾਰਿਆਂ ਨੂੰ, ਕਿਸੇ ਨੇ ਆਣਾ ਜੀ ਸਾਰਾ ਹਾਂ ਬਿਲਕੁਲ ਘਰ ਸਾਰਾ ਸਾਫ਼ ਕਰੋ, ਹਨਾ, ਜੀ। ਉਹ ਕਿੰਨੀ ਸਟ੍ਰੈਸ ਇੱਕ- ਹੋਸਟ ਨੂੰ ਬਹੁਤ ਸਟ੍ਰੈਸ ਹੁੰਦੀ ਹੈ। So ਜੀ ਮੈਂ ਤੇ people ਕਹਿੰਦੀ have- ਹੁੰਦੀ ਆ ਭੈਣ ਜੀ ਕਿ ਜਦੋਂ ਅਸੀਂ ਬੈੱਡ ਤੋਂ ਪੈਰ ਨੀਚੇ ਰੱਖਦੇ ਆ ਉਸੇ ਵੇਲੇ ਤੋਂ ਸਟ੍ਰੈਸ ਸ਼ੁਰੂ ਹੋ ਜਾਂਦਾ ਲਾਈਫ 'ਚ। right, western countries which, so ਜਿਹੜੇ social people, they have to ignore that. ਤੁਸੀਂ casually ਮਿਲੋ, right, casually ਮਿਲਣਾ, ਪਹਿਲੇ ਜ਼ਮਾਨੇ ਤੇ ਹੁੰਦਾ ਸੀ ਨਾ casually ਮਿਲਦੇ ਸੀ, ਪਿੰਡਾਂ 'ਚ ਮਿਲਣਾ, ਚੱਲ ਖੂਹ ਦੇ ਉੱਤੇ ਦਰਖਤ ਦੇ ਥੱਲੇ ਮਿਲ ਲਓ। So I think that's, we have to bring that back, informal casual gathering. Yes, very true, very true. Okay, ਓਕੇ ਜਸਵੀਰ ਜੀ। ਉਹਦੇ ਨਾਲ Okay. ਵੀ ਹਾਂਜੀ, Yeah. okay, I Okay. think that will help to reduce stress. ਹਾਂਜੀ, okay, ਥੈਂਕਸ एवरीवन फॉर ਜੁਆਇਨਿੰਗ। ਤੇ ਜੇ ਕਿਸੇ ਨੇ, ਮੈਂ ਆਪਣਾ ਲਿੰਕ ਪਾ ਦੂੰਗਾ ਇਨਫੋਰਮੇਸ਼ਨ ਗਰੁੱਪ ਦੇ ਵਿੱਚ, ਭੈਣ ਜੀ ਦਾ ਐਵਰੀ ਸੰਡੇ 12 EST ਐਵਰੀ ਸੰਡੇ ਸੈਸ਼ਨ ਹੁੰਦਾ, ਐਵਰੀ ਸੰਡੇ, ਉਹ ਮੈਂ ਲਿੰਕ ਪਾ ਦਿਆ ਕਰੂੰਗਾ ਤੇ ਤੁਸੀਂ ਜਰੂਰ ਜੁਆਇਨ ਕਰਨਾ। ਤੇ ਇੱਕ ਮੈਂ ਡਾਕਟਰ ਸੁਰਜੀਤ ਸੇਠੀ ਦਾ ਲਿੰਕ ਵੀ ਮੈਂ ਪਾ ਦੂੰਗਾ ਗਰੁੱਪ ਦੇ ਵਿੱਚ, ਕਿਸੇ ਨੇ ਐਵਰੀ ਉਹ ਮੈਂ ਟਾਈਮ ਵੀ ਪਾ ਦੂੰਗਾ, ਉਹ ਵੀ ਫ੍ਰੀ ਹੈਗਾ ਜੇ ਕਿਸੇ ਨੇ ਯੋਗਾ ਕਲਾਸ ਜੁਆਇਨ ਕਰਨੀ ਹੋਵੇ, ਦੈਟਸ ਐਵਰੀ ਡੇ। ਐਂਡ ਥੈਂਕਸ एवरीवन फॉर joining and Thank thanks you again. for organizing it. Thank you again. मैं दी रिकॉर्डिंग Okay. सਭ ਨੂੰ ਭੇਜ ਦੂੰਗਾ ਦੁਬਾਰਾ ਫਿਰ। Thank you very ਓਕੇ much. ਪਲੀਜ਼, Okay, thanks. ਥੈਂਕ ਯੂ ਜੀ। ਥੈਂਕ ਯੂ ਜੀ। ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਪਿਆਰ ਤੇ ਸਤਿਕਾਰ ਦੇ ਨਾਲ ਤੁਸੀਂ ਸੁਣਿਆ ਮੈਨੂੰ, ਤੇ ਮੈਂ ਤੁਹਾਡਾ ਦਿਲੋਂ ਹਾਰਦਿਕ ਧੰਨਵਾਦ ਕਰਦੀ ਹਾਂ ਸਾਰਿਆਂ ਦਾ। Thanks a lot. Thank you Thank you. for your time. धन्यवाद। Okay.